ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦਪੁਰੋਂ ਭਖ ਦੀਆਂ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਜੀ ਸੀਪੀ ਸਿੰਘ ਜੀ ਚੰਡੀਗੜ੍ਹ ਤੋਂ ਤੇ ਅਜੀਤ ਜੀ ਕੈਲਗਰੀ ਤੋਂ। ਸਵਾਗਤ ਹੈ ਜੀ ਤੁਹਾਡਾ ਭਖ ਦੀਆਂ ਖਬਰਾਂ ਵਿੱਚ। ਧੰਨਵਾਦ ਜੀ। ਤੇ ਨਾਲ ਹੀ ਮੇਰੇ ਨਾਲ ਜੁੜ ਚੁੱਕੇ ਨੇ ਸ਼ਬਦੀਸ਼ ਜੀ ਚੰਡੀਗੜ੍ਹ ਤੋਂ ਤੇ ਦਿਲਰਾਜ ਜੀ ਜਲੰਧਰ ਤੋਂ। ਤੁਹਾਡਾ ਵੀ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਅੱਜ ਜਿਸ ਮੁੱਦੇ ਦੇ ਉੱਪਰ ਅਸੀਂ ਗੱਲ ਕਰਨ ਜਾ ਰਹੇ ਹਾਂ, ਮੁੱਦਾ ਫਿਰ ਭਾਰਤ ਤੋਂ ਆਉਂਦਾ 500 ਤੇ 1000 ਦੇ ਨੋਟ। ਮੇਰਾ ਖਿਆਲ ਆ ਚਾਹੇ ਕੋਈ ਭਾਰਤੀ ਭਾਰਤ ਵਿੱਚ ਰਹਿ ਰਿਹਾ, ਚਾਹੇ ਕੋਈ ਭਾਰਤੀ ਬਾਹਰ ਰਹਿ ਰਿਹਾ, ਸਾਰੇ ਇਸ ਮੁੱਦੇ ਦੇ ਨਾਲ ਪਿਛਲੇ 3-4 ਦਿਨਾਂ ਤੋਂ ਲਗਾਤਾਰ ਜੁੜੇ ਹੋਏ ਨੇ। 8 ਨਵੰਬਰ ਨੂੰ ਜਦੋਂ ਮੋਦੀ ਸਾਹਿਬ ਨੇ ਐਲਾਨ ਕੀਤਾ ਸੀਗਾ ਕਿ ਕੱਲ੍ਹ ਤੋਂ 500 ਦੇ ਤੇ 1000 ਦੇ ਨੋਟ ਨਹੀਂ ਚੱਲਣਗੇ, ਲੋਕਾਂ ਨੂੰ ਐਕਸਚੇਂਜ ਕਰਨ ਵਾਸਤੇ 50 ਦਿਨ ਦਿੱਤੇ ਗਏ, ਉਹਦੇ ਵਿੱਚ ਵੀ ਲਿਮਿਟ ਬੰਨੀ ਗਈ। ਪਰ ਜਿਸ ਤਰੀਕੇ ਦੇ ਨਾਲ ਅਗਲੇ ਹੀ ਦਿਨ ਤੋਂ ਭਾਰਤ ਦੇ ਵਿੱਚ ਮਾਹੌਲ ਬਣਿਆ, ਪਰੇਸ਼ਾਨੀਆਂ ਆਮ ਲੋਕਾਂ ਦੀਆਂ ਜਿਹੜੀਆਂ ਬਣੀਆਂ, ਉਹਨਾਂ ਨੂੰ ਲੈ ਕੇ ਇੱਕ ਵਾਰ ਮੋਦੀ ਸਾਹਿਬ ਦਾ ਇਹ ਜਿਹੜਾ ਐਡਾ ਵੱਡਾ ਉਪਰਾਲਾ ਸੀਗਾ, ਬਲੈਕ ਮਨੀ ਨੂੰ ਜਿਹੜੀ ਇੰਡੀਆ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਬਲੈਕ ਮਨੀ ਪਈ ਸੀ ਉਹਨੂੰ ਬਾਹਰ ਕਢਵਾਉਣ ਦਾ ਜਿਹੜਾ ਉਪਰਾਲਾ ਸੀਗਾ, ਉਹਦੇ ਉੱਪਰ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਜਾਏ। ਭਾਵੇਂ ਕਿ ਜੇ ਆਪਾਂ ਥੋੜ੍ਹਾ ਜਿਹਾ ਧਿਆਨ ਨਾਲ ਦੇਖੀਏ, ਭਾਵੇਂ ਕਿ ਮੋਦੀ ਸਾਹਿਬ ਨੇ ਅੱਜ ਤੋਂ ਕੁਛ ਮਹੀਨੇ ਪਹਿਲਾਂ ਇਹ ਐਲਾਨ ਕੀਤਾ ਸੀ ਕਿ 30 ਸਤੰਬਰ ਤੋਂ ਪਹਿਲਾਂ ਜਿੰਨਾ ਵੀ ਤੁਹਾਡੇ ਕੋਲ ਕੈਸ਼ ਪਿਆ, ਬਲੈਕ ਮਨੀ ਪਈ ਆ, ਉਹਨੂੰ ਤੁਸੀਂ ਗੌਰਮੈਂਟ ਨੂੰ ਡਿਕਲੇਅਰ ਕਰ ਸਕਦੇ ਹੋ ਤੇ ਟੈਕਸ ਕਟਾ ਕੇ ਉਹਨੂੰ ਵਾਈਟ ਕਰ ਸਕਦੇ ਹੋ। ਪਰ ਭਾਰਤ ਦੇ ਲੋਕ, ਜਿੱਦਾਂ ਕਿ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਬਲੈਕ ਮਨੀ ਰੱਖਦੇ ਨੇ ਘਰਾਂ ਦੇ ਵਿੱਚ ਜਾਂ ਜਿਨ੍ਹਾਂ ਨੇ ਕੈਸ਼ ਰੱਖਣ ਦੀ ਆਦਤ ਪਾਈ ਹੋਈ ਹੈ, ਸ਼ਾਇਦ ਉਹਨਾਂ ਨੇ ਉਸ ਵੇਲੇ ਮੋਦੀ ਸਾਹਿਬ ਦੇ ਉਸ ਬਿਆਨ ਨੂੰ ਉਹਨਾਂ ਗੰਭੀਰਤਾ ਨਾਲ ਨਹੀਂ ਲਿਆ ਜਿੰਨਾ ਲੈਣਾ ਚਾਹੀਦਾ ਸੀ। ਹਾਲਾਂਕਿ ਬਹੁਤ ਸਾਰਾ ਪੈਸਾ ਉਸ ਸਮੇਂ ਦੌਰਾਨ ਬੈਂਕਾਂ ਦੇ ਵਿੱਚ ਆਇਆ। ਲੋਕਾਂ ਨੇ, ਜਿਹੜੇ ਲੋਕ ਉਸ ਵੇਲੇ ਮੇਰਾ ਖਿਆਲ ਆ ਉਸ ਮੋਦੀ ਸਾਹਿਬ ਦੇ ਬਿਆਨ ਨੂੰ ਗੰਭੀਰਤਾ ਨਾਲ ਲੈ ਗਏ, ਅੱਜ ਉਹ ਖੁਸ਼ ਨੇ। ਪਰ ਜਿਹੜੇ ਲੋਕਾਂ ਨੇ ਉਸ ਵੇਲੇ ਉਸ ਬਿਆਨ ਨੂੰ ਇਗਨੋਰ ਕੀਤਾ, ਉਹ ਸਾਰੇ ਲੋਕ ਪਰੇਸ਼ਾਨ ਨੇ। ਇਹਦੇ ਵਿੱਚ ਜਿਨ੍ਹਾਂ ਦੇ ਕੋਲ ਬਲੈਕ ਮਨੀ ਸੀ ਉਹਨਾਂ ਦੀ ਇੱਕ ਆਪਣੀ ਤਰੀਕੇ ਦੀ ਪਰੇਸ਼ਾਨੀ ਹੈ, ਪਰ ਆਮ ਭਾਰਤੀ ਵੀ ਉੱਥੇ ਇਸ ਨਵੇਂ ਸਿਸਟਮ ਕਰਕੇ ਪੂਰੀ ਪਰੇਸ਼ਾਨੀ ਦੇ ਵਿੱਚ ਹੈ, ਕਿਉਂਕਿ ਸਰਕਾਰ ਨੇ ਇੰਨਾ ਅਚਾਨਕ ਇਹ ਫੈਸਲਾ ਕੀਤਾ ਤੇ ਇੱਕ ਕਹਿ ਲਓ ਵੀ ਇਸ ਪ੍ਰੋਜੈਕਟ ਨੂੰ ਗੁਪਤ ਰੱਖਣ ਵਾਸਤੇ ਉਹਨਾਂ ਨੇ ਜ਼ਿਆਦਾ ਕਰੰਸੀ ਵੀ ਨਹੀਂ ਛਾਪੀ। ਭਾਰਤ ਦੇ ਵਿੱਚ 2 ਲੱਖ ਤੋਂ ਜ਼ਿਆਦਾ ATM ਮਸ਼ੀਨਾਂ ਹੈ, ਉਹਨਾਂ ਨੂੰ ਕੈਲੀਬਰੇਟ ਵੀ ਨਹੀਂ ਕਰਾਇਆ ਨਵੇਂ ਨੋਟਾਂ ਦੇ ਸਾਈਜ਼ ਦੇ ਹਿਸਾਬ ਨਾਲ, ਕਿਉਂਕਿ ਅਗਰ ਉਹ ਕੈਲੀਬ੍ਰੇਸ਼ਨ ਪਹਿਲਾਂ ਕਰਵਾਉਂਦੇ ਤੇ ਇਹ ਜਿਹੜਾ ਗੁਪਤ ਰੱਖਣ ਵਾਲਾ ਜਿਹੜਾ ਸਰਕਾਰ ਦਾ ਇੱਕ ਫੈਸਲਾ ਸੀਗਾ ਉਹ ਜਿਹੜਾ ਉਹ ਖਤਮ ਹੋ ਜਾਣਾ ਸੀ। ਇਹ ਗੱਲ ਗੁਪਤ ਨਹੀਂ ਰਹਿਣੀ ਸੀ, ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਣਾ ਸੀਗਾ, ਔਰ ਜਿਹੜੇ ਬਲੈਕ ਮਨੀ ਵਾਲੇ ਲੋਕ ਆ ਉਹਨਾਂ ਨੇ ਪਹਿਲਾਂ ਹੀ ਕੋਈ ਹੱਲ ਲੱਭਣੇ ਸ਼ੁਰੂ ਕਰ ਦੇਣੇ ਸੀ। ਹਾਲਾਂਕਿ ਸਰਕਾਰ ਦਾ ਇਹ ਕਦਮ ਜੇ ਆਪਾਂ ਇਹਨੂੰ ਸਿੱਧੇ ਤੌਰ ਤੇ ਦੇਖੀਏ ਤਾਂ ਬਹੁਤ ਵਧੀਆ ਮੰਨਿਆ ਜਾ ਸਕਦਾ, ਪਰ ਪਿਛਲੇ 4 ਦਿਨਾਂ ਦੇ ਦੌਰਾਨ ਆਮ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਬਹੁਤ ਵੱਧ ਗਈਆਂ। ਲੋਕਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੀ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਫੰਕਸ਼ਨ ਸੀ, ਉਹਨਾਂ ਲਈ ਕੈਸ਼ ਦੀ ਬਹੁਤ ਵੱਡੀ ਸਮੱਸਿਆ ਬਣ ਗਈ, ਕਿਉਂਕਿ ਕੈਸ਼ ਜਿਹੜਾ ਹੈ ਅਵੇਲੇਬਲ ਨਹੀਂ ਹੈ। 500 1000 ਦੇ ਨੋਟ ਬੰਦ ਕਰਕੇ ਸਰਕਾਰ ਨੇ 2000 ਦੇ ਨੋਟ ਦੇਣ ਦੀ ਗੱਲ ਕੀਤੀ ਹੈ। ਹਾਲਾਂਕਿ ਉਹਦੇ ਵਿੱਚ ਕੁਛ ਇੱਕ ਚੇਂਜਿਸ ਵੀ ਕੀਤੇ। ਹੁਣ ਆ ਕੇ ਉਹਨਾਂ ਨੇ ਇੱਕ ਲਿਮਿਟ ਰੱਖੀ ਸੀ ਕਿ 2000 ਤੋਂ ਜ਼ਿਆਦਾ ਕੋਈ ਵੀ ਜਿਹੜਾ ਹੈ ਉਹ ਵਿਡਰਾਅ ਨਹੀਂ ਕਰ ਸਕਦਾ, ਉਹ 2500 ਕੀਤੀ ਹੈ ਇੱਕ ਦਿਨ ATM ਤੋਂ ਵਿਡਰਾਅ ਕਰਨ ਦੀ। ਜਿਹੜੀ ਨੋਟ ਬਦਲਣ ਦੀ ਲਿਮਿਟ ਹੈਗੀ ਆ ਉਹ 4000 ਤੋਂ ਵਧਾ ਕੇ 4500 ਕੀਤੀ ਹੈ, ਪਰ ਇੱਕ ਬੰਦਾ ਹਫ਼ਤੇ ਦੇ ਵਿੱਚ 20000 ਪਹਿਲਾਂ ਸੀ, ਹੁਣ ਉਹਦੀ 24000 ਲਿਮਿਟ ਕੀਤੀ ਹੈ। ਸਿਰਫ ਜਿਹੜਾ ਹੈ ਉਹ ਬੈਂਕ ਦੇ ਵਿੱਚੋਂ ਜਿਹੜੇ ਵਿਡਰਾਅ ਕਰ ਸਕਦਾ। 20000 ਦੇ ਹਿਸਾਬ ਨਾਲ ਅਗਰ ਕਿਸੇ ਦੇ ਘਰ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵਿਆਹ ਫੰਕਸ਼ਨ ਸ਼ਾਦੀ ਹੈ ਤਾਂ ਮੇਰੇ ਖਿਆਲ ਨਾਲ ਉਹਦੇ ਲਈ ਸਮੱਸਿਆ ਜ਼ਰੂਰ ਹੋਵੇਗੀ। ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਆਉਣ ਵਾਲੇ ਅਸੀਂ ਸਾਡੇ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਡਿਸਕਸ ਕਰਾਂਗੇ। ਜਿਹੜੀ ਵੱਡੀ ਗੱਲ ਆਪਾਂ ਇਹ ਕਹਿ ਸਕਦੇ ਹਾਂ ਕਿ ਪਿਛਲੇ 4 ਦਿਨਾਂ ਦੇ ਵਿੱਚ ਕਰੀਬ 60 ਬਿਲੀਅਨ ਡਾਲਰ ਜਿਹੜੇ ਹੈਗੇ ਨੇ ਉਹ ਬੈਂਕਾਂ ਦੇ ਵਿੱਚ ਆ ਚੁੱਕੇ ਨੇ, ਭਾਰਤ ਦੇ ਲੋਕ ਜਮ੍ਹਾਂ ਕਰਾ ਚੁੱਕੇ ਨੇ, ਜਿਹੜੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਬਹੁਤ ਵੱਡੀ ਅਮਾਊਂਟ ਜਿਹੜੀ ਸੀ ਉਹ ਪਈ ਹੋਈ ਸੀ, ਉਹ ਬੈਂਕਾਂ ਦੇ ਵਿੱਚ ਸਰਕੂਲੇਸ਼ਨ ਦੇ ਵਿੱਚ ਆ ਚੁੱਕੀ ਹੈ। ਸਰਕਾਰ 500 ਦੇ ਨੋਟ ਵੀ ਜਿਹੜੇ ਹੈਗੇ ਨਵੇਂ ਜਾਰੀ ਕਰ ਚੁੱਕੀ ਆ। 100 ਦੇ ਨੋਟਾਂ ਦੀ ਉਹਨਾਂ ਨੇ ਜਿਹੜੀ ਸਰਕੂਲੇਸ਼ਨ ਵਧਾਉਣ ਦੀ ਗੱਲ ਕਰ ਦਿੱਤੀ ਹੈ ਜੇਤਲੀ ਸਾਹਿਬ ਨੇ। ਹੋਰ ਵੀ ਸਰਕਾਰ ਦੇ ਫੈਸਲੇ ਆ ਰਹੇ ਨੇ, ਪਰ ਅਜੇ ਜਿਹੜੀ ATM ਦੀ ਕੈਲੀਬ੍ਰੇਸ਼ਨ ਹੈਗੀ ਆ ਉਹਨਾਂ ਨੂੰ ਕਿਹਾ ਕਿ 1 ਤੋਂ 2 ਹਫ਼ਤੇ ਅਜੇ ਲੱਗ ਸਕਦੇ ਨੇ ਭਾਰਤ ਭਰ ਦੇ ਜਿਹੜੇ ATM ਹੈਗੇ ਆ ਉਹਨਾਂ ਨੂੰ ਵਰਕਿੰਗ ਕੰਡੀਸ਼ਨ ਦੇ ਵਿੱਚ ਆਉਣ ਕਰਕੇ। ਸਭ ਤੋਂ ਪਹਿਲਾਂ ਮੈਂ ਗੱਲਬਾਤ ਸ਼ੁਰੂ ਕਰੂੰਗਾ ਅਜੀਤ ਜੀ ਤੋਂ। ਅਜੀਤ ਜੀ,
ਆਮ ਲੋਕ ਪਰੇਸ਼ਾਨ ਹੋ ਰਹੇ ਨੇ, ਪਰ ਕਿਤੇ ਨਾ ਕਿਤੇ ਇੱਕ ਵਰਗ ਹੈ ਭਾਰਤ ਦੇ ਵਿੱਚ ਜਿਹੜਾ ਇਸ ਗੱਲ ਤੋਂ ਖੁਸ਼ ਵੀ ਹੈ, ਔਰ ਇੱਕ ਵਰਗ ਉਹ ਵੀ ਹੈ ਜਿਹੜਾ ਇਸ ਗੱਲ ਤੋਂ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਹੈ ਬੁਰੇ ਤਰੀਕੇ ਦੇ ਨਾਲ ਨਾ ਖੁਸ਼ ਹੈ, ਔਰ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਵੀ ਹੈ। ਕੁਲਵੀਰ ਜੀ ਜੀ, ਇਹਦੇ ਵਿੱਚ ਇੱਕ ਵਰਗ ਨਹੀਂ, ਬਹੁਤ ਵੱਡਾ ਵਰਗ ਖੁਸ਼ ਹੈ ਆਮ ਲੋਕਾਂ ਦਾ, ਕਿਉਂਕਿ ਇਹ ਲੋਕਾਂ ਦੇ ਮਨ ਤੇ ਬੜਾ ਭਾਰ ਬਣਿਆ ਹੋਇਆ ਸੀ ਕਿ 2 ਨੰਬਰ ਦੀ ਇਕਨੋਮੀ, ਬਲੈਕ ਮਨੀ ਦੀ ਇਕਨੋਮੀ ਚੱਲ ਰਹੀ ਹੈ, ਜਿਹੜੀ ਲੋਕਾਂ ਦਾ ਜਿਹੜਾ ਹੈਗਾ ਉਹ ਜ਼ਿੰਦਗੀ ਦਾ ਰਸ ਨਿਚੋੜ ਰਹੀ ਹੈ। ਉਹ ਸਾਰੇ ਖੁਸ਼ ਨੇ, ਪਰ ਸਾਨੂੰ ਵੀ ਕਾਫੀ ਝੱਲਣੀਆਂ ਪੈ ਰਹੀਆਂ ਨੇ ਜੀ, ਜਿਹੜੀਆਂ ਕਿ ਪਿਛਲੇ 2-3 ਦਿਨਾਂ 'ਚ ਜ਼ਿਆਦਾ ਸੀ। ਜਿਵੇਂ ਹੁਣ ਤੁਸੀਂ ਦੱਸਿਆ ਹੈ ਕਿ ਐਕਸਚੇਂਜ ਲਿਮਿਟ ਵੀ ਵਧਾਤੀ, ਵਿਦਡਰਾਅਲ ਵੀ ਵਧਾਤੀ, ਵੀਕਲੀ ਲਿਮਿਟ ਵੀ ਵਧਾਤੀ। ਸੋ ਹੌਲੀ ਹੌਲੀ ਜਿਹੜਾ ਹੈਗਾ, ਇੱਕ ਤਾਂ ਲੋਕਾਂ ਪਹਿਲਾਂ ਇਹੋ ਜਿਹੇ ਇੱਕ ਜ਼ਿੰਦਗੀ ਦੇ ਵਿੱਚ ਜੀਣ ਵਾਸਤੇ ਤਿਆਰ ਨਹੀਂ ਸੀ, ਹੁਣ ਉਹਨਾਂ ਨੂੰ ਕੁਛ ਤਾਂ ਸੁਭਾਅ ਪੈਂਦਾ ਜਾਂਦਾ, ਆਪਣੇ ਨੂੰ ਐਡਜਸਟ ਕਰਦੇ ਜਾਂਦੇ ਨੇ, ਔਰ ਕੁਛ ਲਿਮਿਟ ਵੱਧਦੀ ਜਾਂਦੀ ਹੈ। ਸੋ ਉਹ ਜਿਹੜਾ ਲੋਕਾਂ ਦੀ ਮੁਸ਼ਕਲ ਆ, ਉਹ ਤਾਂ ਆਉਣ ਦੇ ਵਾਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਹੈਗੀ ਉਹ ਘਟ ਜਾਣ ਦੀ ਸੰਭਾਵਨਾ ਹੈ। ਹਾਂ, ਵਿਆਹ ਸ਼ਾਦੀ ਵਾਲੇ ਪਰਿਵਾਰਾਂ ਨੂੰ ਮੁਸ਼ਕਲ ਹੈਗੀ ਆ, ਕਿਉਂਕਿ ਅਜੇ ਇੱਥੇ ਚੈੱਕ ਦੇ ਉੱਤੇ ਜਾਂ ਕਾਰਡ ਦੇ ਉੱਤੇ ਜਿਹੜੀ ਖਰੀਦਦਾਰੀ ਹੈ ਉਹਦਾ ਸੁਭਾਵ ਨਹੀਂ, ਔਰ ਬਹੁਤ ਸਾਰੇ ਦੁਕਾਨਦਾਰ ਨੇ ਜਿਨ੍ਹਾਂ ਕੋਲ ਸਿਸਟਮ ਵੀ ਹੈ ਨਹੀਂ ਕਿ ਉਹ ਕ੍ਰੈਡਿਟ ਕਾਰਡ ਤੋਂ, ਡੈਬਿਟ ਕਾਰਡ ਤੋਂ ਪੈਸਾ ਲੈ ਲੈਣ, ਤੇ ਉਹਨਾਂ ਨੂੰ ਕੈਸ਼ ਦੀ ਉਹ ਹੈ। ਸੋ ਉਹਨਾਂ ਨੂੰ ਦਿੱਕਤ ਜਿਹੜੀ ਹੈਗੀ ਕਾਫੀ ਹੱਦ ਤੱਕ ਬਰਕਰਾਰ ਹੈ, ਪਰ ਮੇਰਾ ਖਿਆਲ ਹੈ ਵੀ ਇਹਦਾ ਹੌਲੀ ਹੌਲੀ ਹੱਲ ਨਿਕਲ ਆਊਗਾ ਦਿਨਾਂ ਦੇ ਵਿੱਚ। ਵੈਸੇ ਵੀ ਜਿਹੜਾ ਹੈਗਾ ਜਿਹੜਾ, ਕਿਉਂਕਿ ਜੇ ਦਿੱਕਤ ਹੁੰਦੀ ਹੈ ਦੋਵੇਂ ਪਰਿਵਾਰਾਂ ਨੂੰ ਹੁੰਦੀ ਹੈ ਤਾਂ ਆਪਸ ਚ ਐਡਜਸਟਮੈਂਟ ਕੁਛ ਨਾ ਕੁਛ ਹੋ ਜਾਂਦੀ ਹੈ। ਇੱਕ ਪਰਿਵਾਰ ਦੀ ਮੁਸ਼ਕਲ ਨਹੀਂ ਹੁੰਦੀ, ਇਸ ਕਰਕੇ ਇੱਕ ਦੂਜੇ ਨੂੰ ਸਮਝਣਾ ਪੈ ਜਾਂਦਾ। ਜਿਹੜੀ ਤੁਸੀਂ ਦੂਜੀ ਗੱਲ ਕੀਤੀ ਹੈ ਕਿ ਇੱਕ ਤਬਕਾ ਜਿਹੜਾ ਹੈਗਾ ਉਹ ਬਹੁਤ ਦੁਖੀ ਹੈ, ਮੇਰਾ ਖਿਆਲ ਉਹ ਤਬਕਾ ਜ਼ਿਆਦਾ ਦੁਖੀ ਹੈ ਜਿਹੜਾ ਆਪਣੇ ਆਪ ਨੂੰ ਇਹ ਤਾਂ ਨਹੀਂ ਮੰਨਦਾ ਹੈਗਾ ਕਿ ਅਸੀਂ ਕਾਲੇ ਧਨ ਦੀ ਵਰਤੋਂ ਕਰਦੇ ਹਾਂ ਜਾਂ ਕਾਲਾ ਧਨ ਸਾਡੇ ਕਿਸੇ ਕੰਮ ਹੈ। ਜਿਵੇਂ ਕਿ ਕੁਝ ਪੋਲੀਟੀਕਲ ਪਾਰਟੀਆਂ ਦੇ ਰਿਐਕਸ਼ਨ ਆ ਰਿਹਾ ਹੈ, ਜਿਹੜੇ ਕਿ ਸਭ ਤੋਂ ਵੱਧ ਹੁਣ ਤੱਕ ਇਹ ਕਹਿੰਦੇ ਰਹੇ ਨੇ ਕਿ ਅਸੀਂ ਇਮਾਨਦਾਰ, ਕਰਪਸ਼ਨ ਫ੍ਰੀ ਜਿਹੜਾ ਹੈਗਾ ਇਹੋ ਜਿਹੜਾ ਸਰਕਾਰੀ ਤੰਤਰ ਚਾਹੁੰਦੇ ਆ। ਪਰ ਹੈਰਾਨੀ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਬੀਬੀ ਜਿਹੜੀ ਬੰਗਾਲ ਤੋਂ ਨੇ, ਮਮਤਾ ਬੈਨਰਜੀ, ਜਿਹੜੇ ਸਭ ਤੋਂ ਜ਼ਿਆਦਾ ਸਾਦੀ ਜ਼ਿੰਦਗੀ ਔਰ ਸੱਚੀ ਸੁੱਚੀ ਜ਼ਿੰਦਗੀ ਜੀਣ ਵਾਸਤੇ ਜਾਣੇ ਜਾਂਦੇ ਨੇ, ਉਹਨਾਂ ਦੇ ਬੜੇ ਸਖਤ ਰਿਐਕਸ਼ਨ ਜਦੋਂ ਆ ਰਹੇ ਨੇ, ਇਹ ਹੈਰਾਨੀਜਨਕ ਹੈ ਕਿ ਕੀ ਨੁਕਸਾਨ ਜਿਹੜਾ ਹੋਇਆ ਹੈ ਲੋਕਾਂ ਦਾ ਇਹੋ ਜਿਹਾ। ਜੇ ਕੋਈ ਵੱਡਾ ਸਟੈਪ ਲੈਣਾ, ਜੇ ਥੋੜੀ ਉਹਦੇ ਵਿੱਚ ਮੁਸ਼ਕਲ ਲੋਕਾਂ ਨੂੰ ਆ ਰਹੀ ਹੈ, ਤਾਂ ਬਜਾਏ ਇਸ ਦੇ ਕਿ ਲੋਕਾਂ ਨੂੰ ਇਹ ਕਿਹਾ ਜਾਵੇ ਕਿ ਹੌਸਲਾ ਰੱਖੋ, ਛੇਤੀ ਹਾਲਾਤ ਠੀਕ ਹੋ ਜਾਣਗੇ, ਉਹ ਬਹੁਤ ਵੱਡੀ ਪੱਧਰ ਦੇ ਉੱਤੇ ਸਰਕਾਰ ਨੂੰ ਭੰਡ ਰਹੇ ਨੇ। ਅਜੀਤ ਜੀ ਆਪਾਂ ਅਗਲੀ ਗੱਲ ਬਾਅਦ ਚ ਕਰਦੇ ਹਾਂ। ਮੈਂ ਸਿਰਫ ਇੰਨਾ ਪਹਿਲਾਂ ਜਾਣਨਾ ਚਾਹਾਂਗਾ ਸ਼ੁਰੂ ਦੇ ਵਿੱਚ ਕਿ ਕੀ ਤੁਸੀਂ ਇਸ ਫੈਸਲੇ ਤੋਂ ਖੁਸ਼ ਹੋ, ਇਸ ਫੈਸਲੇ ਦੇ ਨਾਲ ਹੋ ਜਾਂ ਇਸ ਦੇ ਵਿਰੋਧ ਚੋਂ? ਕਿਹਨੂੰ ਪੁੱਛ ਰਹੇ, ਮੈਨੂੰ ਪੁੱਛ ਰਹੇ ਹੋ? ਹਾਂਜੀ, ਤੁਹਾਨੂੰ ਹੀ ਪੁੱਛ ਰਿਹਾ ਜੀ। ਮੈਂ ਇਹਦੇ ਨਾਲ ਹਾਂ ਜੀ। ਖੁਸ਼ ਹੋ ਜੀ ਇਸ ਫੈਸਲੇ ਤੋਂ? ਮੈਂ ਸੀਪੀ ਜੀ ਵੱਲ ਜਾਣਾ ਚਾਹਾਂਗਾ ਜੀ। ਸੀਪੀ ਜੀ। ਜੀ ਜੀ ਬਿਲਕੁਲ ਕੁਲਵੀਰ ਜੀ, ਦੇਖੋ ਜੇ ਅਸੀਂ ਫੈਸਲੇ ਦੀ ਗੱਲ ਕਰੀਏ, ਫੈਸਲਾ ਬੜਾ ਬੋਲਡ ਤੇ ਹਿਸਟੋਰਿਕ ਹੈ। ਦੇਖੋ ਇੱਕਦਮ ਇਕਨੋਮੀ ਨੂੰ ਏਦਾਂ ਸ਼ਫਲ ਕਰ ਦੇਣਾ, ਔਰ ਸ਼ਫਲ ਵੀ ਕਰਨਾ ਜਿਹੜਾ ਪੋਜ਼ਿਟਿਵ ਇੰਪੈਕਟ ਉਹਨਾਂ ਨੇ ਸੋਚਿਆ ਹੋਇਆ ਕਿ ਇਹਦੇ ਨਾਲ ਕਰਪਸ਼ਨ ਔਰ ਬਲੈਕ ਮਨੀ ਹੈ ਜਿਹੜੀ ਉਹਦੇ ਤੇ ਕਾਫੀ ਜ਼ਿਆਦਾ ਹੱਲ ਪਾਈ ਜਾਏਗੀ। ਲੇਕਿਨ ਜੇ ਅਸੀਂ ਦੇਖੀਏ ਜਦੋਂ ਵੀ ਹੁੰਦੀ ਹੈ ਜਾਂ ਇਕਨੋਮਿਕ ਦੇ ਵਿੱਚ ਅਸੀਂ ਚੇਂਜਸ ਕਰਦੇ ਹਾਂ ਇਸ ਤਰ੍ਹਾਂ ਦੀਆਂ, ਕਿਉਂਕਿ ਇਹ ਪਹਿਲਾਂ ਵੀ ਹਿਸਟਰੀ ਦੇ ਵਿੱਚ ਅਸੀਂ ਦੇਖੀਏ ਤਾਂ ਹੋਈਆਂ, ਉਦੋਂ ਇਹ ਚੀਜ਼ ਜ਼ਰੂਰ ਹੁੰਦੀ ਹੈ ਆਮ ਲੋਕਾਂ ਨੂੰ ਜਾਂ ਡੇਲੀ ਨੀਡਸ ਵਾਲੇ ਜਿਹੜੇ ਕੰਮ ਨੇ ਜਾਂ ਜਿਹੜੇ ਬ੍ਰੋਕਰਸ ਨੇ ਛੋਟੇ ਜਿਹੜੇ ਕਿ ਇਹਦੇ ਨਾਲ ਇਫੈਕਟ ਹੁੰਦੇ ਨੇ, ਉਹ ਜ਼ਰੂਰ ਹੁੰਦਾ ਹੈ। ਇਸੇ ਕਰਕੇ ਮੋਦੀ ਜੀ ਬਾਰ-ਬਾਰ ਇਹ ਕਹਿ ਰਹੇ ਹੈ ਕਿ ਮੇਰੇ ਸਾਥ ਚਲੋ, ਮੇਰੇ ਸਾਥ ਚਲੋ, ਮੇਰੇ ਕੋ ਆਪਕਾ ਸਹਿਯੋਗ ਚਾਹੀਏ। ਸੋ ਜੇ ਅਸੀਂ ਓਵਰਆਲ ਦੇਖੀਏ ਕੁਲਵੀਰ ਜੀ, ਫੈਸਲਾ ਬਹੁਤ ਵਧੀਆ ਹੈ, ਕਿਉਂਕਿ ਤਕਲੀਫ ਜਿਹੜੀ ਹੈ ਉਹ ਮੈਜੋਰਿਟੀ ਉਹਨਾਂ ਨੂੰ ਹੀ ਹੋ ਰਹੀ ਹੈ ਜਿਨ੍ਹਾਂ ਕੋਲ ਲੋਕਰਾਂ ਦੇ ਵਿੱਚ, ਜਿਨ੍ਹਾਂ ਕੋਲ ਘਰੇ ਹਿਊਜ ਅਮਾਉਂਟ ਆਫ ਮਨੀ ਪਈ ਸੀਗੀ, ਔਰ ਉਹ ਹੁਣ ਉਹਨਾਂ ਨੂੰ ਇੱਧਰ ਉੱਧਰ ਟਿਕਾਣੇ ਲਗਾਉਣ ਦੀਆਂ ਗੱਲਾਂ ਕਰਦੇ ਆ। ਕਈ ਗੱਲਾਂ ਤਾਂ ਮੈਨੂੰ ਏਦਾਂ ਦੀਆਂ ਵੀ ਸੁਣਨ ਨੂੰ ਮਿਲੀਆਂ ਕਿ ਉਹਨਾਂ ਨੇ ਜਿਹੜੇ ਨੋਟ ਹੈ ਉਹ ਅੱਗ ਵੀ ਲਗਾਏ ਨੇ, ਔਰ ਕੁਝ ਨੋਟਾਂ ਨੂੰ ਪਾਣੀ ਦੇ ਵਿੱਚ ਰੋੜ ਵੀ ਦਿੱਤਾ ਗਿਆ। ਪਰ ਦੇਖਿਆ ਜਾਵੇ ਤਾਂ
ਦੇਖੋ ਐਦਾਂ ਦਾ ਸਟੈਪ ਜਦੋਂ ਆਂਦਾ ਹੈ ਤਾਂ ਜਿਵੇਂ ATMs ਨੂੰ ਜਦੋਂ ਅਸੀਂ ਕੈਲੀਬ੍ਰੇਸ਼ਨ ਦੀ ਗੱਲ ਕਰਦੇ ਹਾਂ ਜਾਂ ATM ਨੂੰ ਰੀਲੋਡ ਕਰਨ ਦੀ ਗੱਲ ਕਰਦੇ ਹਾਂ, ਬੈਂਕਾਂ ਦੇ ਵਿੱਚ ਕਰੰਸੀ ਪਹੁੰਚਾਉਣ ਦੀ ਗੱਲ ਕਰਦੇ ਹਾਂ, ਇਹ ਸਾਰਾ ਕੁਝ ਉਸ ਦਿਨ ਦੀ ਸਟੇਟਮੈਂਟ ਤੋਂ ਬਾਅਦ ਹੀ ਹੋਣਾ ਸੀ। ਜੇ ਪਹਿਲਾਂ ਕਰ ਦਿੰਦੇ ਤਾਂ ਸਾਰੀ ਦੀ ਸਾਰੀ ਸਕੀਮ ਹੈ ਜਿਹੜੀ ਆ, ਸਾਰੀ ਪਲੈਨਿੰਗ ਹੈ ਜਿਹੜੀ, ਉਹ ਆਊਟਰੇਜ ਹੋ ਜਾਣੀ ਸੀ। ਇਸੇ ਕਰਕੇ ਤੁਸੀਂ ਦੇਖੋ ਕਿ ਅੱਜ ਪਰ ਕੱਲ ਇੱਕ ਅਨਾਉਂਸਮੈਂਟ ਕੀਤੀ ਉਹਨਾਂ ਨੇ ਕਿ 500 ਦੇ ਨੋਟ ਹੈ ਜਿਹੜੇ ਉਹ ਬਹੁਤ ਹੀ ਜ਼ਿਆਦਾ ਸਰਕੂਲੇਸ਼ਨ ਦੇ ਵਿੱਚ ਆ ਜਾਣਗੇ, ਦੇ ਨਾਲ ਕਿ ਲੋਕਾਂ ਨੂੰ ਨੌਲੇਜ ਹੋ ਜਾਏਗੀ। ਬਟ ਓਵਰਆਲ ਕੁਲਵੀਰ ਜੀ ਦੇਖੀਏ ਤਾਂ ਇਹ ਬਹੁਤ ਬੋਲਡ ਤੇ ਹਿਸਟੋਰੀਕਲ ਸਟੈਪ ਹੈ ਜੀ। ਮੇਰੇ ਨਾਲ ਦਿਲਰਾਜ ਜੀ ਜਲੰਧਰ ਤੋਂ ਜੁੜੇ ਹੋਏ ਨੇ। ਮੈਂ ਦਿਲਰਾਜ ਜੀ, ਤੁਹਾਡਾ ਕੀ ਕਹਿਣਾ ਹੈ ਜੀ, ਇਹ ਜਿਹੜੇ 500 ਤੇ ਤਾਂ 1000 ਦੇ ਨੋਟ ਬੰਦ ਹੋਏ ਨੇ ਤੇ ਇਸ ਵੇਲੇ ਜੋ ਭਾਰਤ ਦੇ ਹਾਲਾਤ ਬਣੇ ਹੋਏ ਨੇ? ਕੁਲਵੀਰ ਜੀ, ਬਿਲਕੁਲ ਮੈਂ ਵੀ ਦੂਜੇ ਦੋਨੋਂ ਪੈਨਲਿਸਟਾਂ ਵਾਂਗ ਇਹਦਾ ਸਮਰਥਨ ਕਰਦਾ ਵਾਂ। ਬਹੁਤ ਵਧੀਆ ਬੋਲਡ ਸਟੈਪ ਲਿਆ ਮੋਦੀ ਸਾਹਿਬ ਨੇ ਕਾਲਾ ਧਨ ਬਾਹਰ ਕੱਢਣ ਨੂੰ, ਜਿਹੜੇ ਫੇਕ ਕਰੰਸੀ ਚਲਦੀ ਪਈ ਸੀ ਉਹਨੂੰ ਡਿਸਟਰੋਏ ਕਰਨ ਨੂੰ। ਬਹੁਤ ਜ਼ਿਆਦਾ ਬੋਲਡ ਸਟੈਪ ਹੈ। ਮੈਂ ਸਮਝਦਾ ਜੇ ਕੋਈ ਹੋਰ ਪਾਰਟੀ ਹੁੰਦੀ ਜਾਂ ਕੋਈ ਹੋਰ ਬੰਦਾ PM ਹੁੰਦਾ ਤੇ ਸ਼ਾਇਦ ਇਹ ਸਟੈਪ ਨਾ ਲਿਆ ਜਾਂਦਾ। ਕੱਲ ਮੋਦੀ ਸਾਹਿਬ ਦਾ ਗੋਆ ਦਾ ਜਿਹੜਾ ਭਾਸ਼ਣ ਸੀਗਾ, ਦਿਲ ਨੂੰ ਛੂਹ ਲੈਣ ਵਾਲਾ ਭਾਸ਼ਣ ਸੀ, ਜੋ ਉਹਨਾਂ ਨੇ ਕਿਹਾ ਕਿ ਲੋਕੀ ਮੇਰੀ ਜਾਨ ਦੇ ਦੁਸ਼ਮਣ ਬਣ ਗਏ। ਕੁਝ ਲੋਕ ਜਿਹੜੇ ਬਲੈਕ ਮਾਰਕੀਟ ਕਰਦੇ ਸੀਗੇ, ਜਿਹੜੇ ਟੈਰਰਿਜ਼ਮ ਨਾਲ ਜੁੜੇ ਹੋਏ ਸੀਗੇ, ਜਿਹੜੇ ਅੰਡਰਵਰਲਡ ਦੀਆਂ ਉਹਦੇ ਨਾਲ ਜੁੜੇ ਹੋਏ ਸੀਗੇ, ਕਿਤੇ ਨਾ ਕਿਤੇ ਸਾਨੂੰ ਵੀ ਲੱਗਦਾ ਪਿਆ ਸੀਗਾ ਕਿ ਹਾਂ ਅਜਿਹੇ ਲੋਕ ਡੈਫੀਨੇਟਲੀ ਜਦੋਂ ਵੀ ਕੁਛ ਏਦਾਂ ਦਾ ਹੁੰਦਾ ਉਹ ਲੋਕ ਦੁਸ਼ਮਣ ਬਣਨਗੇ। ਇਸ ਵੇਲੇ ਮੋਦੀ ਸਾਹਿਬ ਬਹੁਤ ਜ਼ਿਆਦਾ ਅਨਪ੍ਰੈਡਿਕਟਡ ਹੋ ਗਏ ਆ। ਉਹ ਲੋਕ ਜਿਹੜਾ ਕਿਤੇ ਨਾ ਕਿਤੇ ਕਾਲਾ ਪੈਸਾ ਜੋੜਦੇ ਪਏ ਸੀਗੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਪਈ ਕਿ ਉਹ ਕਾਲਾ ਪੈਸਾ ਚੇਂਜ ਕਿੱਦਾਂ ਕਰਾਉਣ। ਜੇ ਚੇਂਜ ਕਰਾ ਵੀ ਲੈਂਦੇ ਆ, ਜਿਹੜੀ ਕਰੰਸੀ ਦੇ ਵਿੱਚ ਚੇਂਜ ਕਰਾਉਣਗੇ ਇਹ ਵੀ ਨਹੀਂ ਪਤਾ ਕਿ ਉਹ ਕਰੰਸੀ ਕਿੰਨੀ ਦੇਰ ਚੱਲੇਗੀ, ਕਿੰਨੀ ਦੇਰ ਨਾ ਚੱਲੇਗੀ। ਫਿਰ ਮੋਦੀ ਸਾਹਿਬ ਤੇ ਅਰੁਣ ਜੇਤਲੀ ਜੀ ਦੇ ਜਿਹੜੇ ਬਿਆਨ ਆਉਂਦੇ ਪਏ ਆ, ਉਹ ਬਾਰ-ਬਾਰ ਇਹ ਕਹਿੰਦੇ ਪਏ ਆ ਕਿ ਅਜੇ ਮਾਸਟਰ ਸਟ੍ਰੋਕ ਆਣਾ ਬਾਕੀ ਹੈ। ਉਹ ਮਾਸਟਰ ਸਟ੍ਰੋਕ ਕੀ ਹੋਏਗਾ? ਦੋ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਸੋਨੇ ਤੇ ਕੋਈ ਬਹੁਤ ਵੱਡੀ ਕਾਰਵਾਈ ਕੀਤੀ ਜਾਏਗੀ, ਜਾਂ ਫਿਰ ਬੈਂਕਾਂ 'ਚ ਜਿਹੜੇ ਲੋਕਾਂ ਦੇ ਲੋਕਰ ਹੈ ਉਹ ਸੀਲ ਕਰਕੇ ਬੈਂਕ ਅਧਿਕਾਰੀਆਂ ਦੇ ਸਾਹਮਣੇ ਦੇਖਿਆ ਜਾਏਗਾ। ਇਹਨਾਂ ਦੋਨਾਂ ਤੋਂ ਇਲਾਵਾ ਹੋਰ ਕੋਈ ਮਾਸਟਰ ਸਟ੍ਰੋਕ ਤਾਂ ਬਣਦਾ ਨਹੀਂ ਪਿਆ। ਪਰ ਇਸ ਵੇਲੇ ਲੋਕਾਂ ਨੂੰ ਪੂਰੇ ਸਸ਼ੋਪਨ ਦੇ ਵਿੱਚ ਮੋਦੀ ਸਾਹਿਬ ਨੇ ਪਾ ਦਿੱਤਾ ਹੈਗਾ। ਤਕਲੀਫ ਦੀ ਜੇ ਆਪਾਂ ਗੱਲ ਕਰੀਏ, ਡੈਫੀਨੇਟਲੀ ਤਕਲੀਫ ਹੁੰਦੀ ਪਈ ਹੈ, ਪਰ ਬਹੁਤ ਗਿਣਤੀ ਲੋਕੀ ਜਿਹੜੀ ਆਮ ਲੋਕੀ ਹੈ ਉਹ ਤਕਲੀਫ ਨੂੰ ਐਕਸੈਪਟ ਕਰਦੇ ਪਏ ਹੈ। ਲੋਕੀ ਚਾਹ ਰਹੇ ਹੈ ਕਿ ਹਾਂ ਬਲੈਕ ਮਨੀ ਚਾਹੇ ਖਤਮ ਹੋ ਜਾਏ, ਜੇ ਸਾਨੂੰ ਲੰਬੀਆਂ ਲਾਈਨਾਂ ਤੇ ਵੀ ਲੱਗਣਾ ਪਵੇ ਕੋਈ ਇਸ਼ੂ ਨਹੀਂ ਹੈਗਾ। ਬਹੁਤ ਗਿਣਤੀ ਕੱਲ ਪਰਸੋਂ ਦੀ ਗੱਲ ਹੈ, ਅਰਵਿੰਦ ਕੇਜਰੀਵਾਲ ਸਾਹਿਬ ਦਿੱਲੀ ਦੇ ਕੁਝ ATM 'ਚ ਗਏ, ਉੱਥੇ ਜਾ ਕੇ ਲੋਕੀ ਲਾਈਨ ਤੇ ਲੱਗੇ ਹੋਏ ਸੀ, ਉਹਨਾਂ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ। ਵੀਡੀਓਜ਼ YouTube ਤੇ ਹੋਰ ਇੰਟਰਨੈਟ ਚੈਨਲਾਂ ਤੇ ਅਵੇਲੇਬਲ ਹੈ। ਲੋਕਾਂ ਨੇ ਉੱਥੇ ਉਹਨਾਂ ਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਕਾਫੀ ਹੱਦ ਤੱਕ ਆਭਾਸ ਹੁੰਦਾ ਹੈ ਕਿ ਲੋਕੀ ਮੋਦੀ ਸਾਹਿਬ ਦਾ ਸਮਰਥਨ ਕਰਦੇ ਪਏ ਆ, ਜਿਹੜਾ ਉਹਨਾਂ ਨੇ ਫੈਸਲਾ ਲਿਆ ਵਾ। ਤੇ ਬਾਕੀ ਪੈਨਲਿਸਟਾਂ ਵੱਲੋਂ ਮੈਂ ਵੀ ਬਿਲਕੁਲ 100% ਇਸ ਚੀਜ਼ ਦਾ ਸਮਰਥਨ ਕਰਦਾ ਹਾਂ ਜੀ। ਸ਼ਬਦੀਪ ਜੀ, ਤੁਹਾਡਾ ਕੀ ਵਿਚਾਰ ਨੇ ਜੀ? ਹਾਂਜੀ, ਦੇਖੋ ਕੁਲਵੀਰ ਜੀ, ਜਿਹੜੀ ਬੇਸਿਕ ਸਮੱਸਿਆ ਹੈ ਉਹ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਇਕੋਨਮੀ, ਜਿਹੜੀ ਆਮ ਚੱਲਣ ਵਾਲੀ ਇਕੋਨਮੀ ਰੋਜ਼ਮਰਾ ਦੇ ਜੀਵਨ ਦੀ, ਉਹਦੇ 'ਚ 86% ਦੀ ਕਰੰਸੀ ਸਾਡੇ ਕੋਲ 500 ਔਰ 1000 ਦੇ ਨੋਟਾਂ ਦੀ ਜੀ, 85% 100 ਤੋਂ ਛੋਟੇ ਨੋਟਾਂ ਦੀ ਸਾਡੇ ਕੋਲ ਕਰੰਸੀ ਦੇਸ਼ ਦੇ ਵਿੱਚ ਸੀ 14%। ਬਿਲਕੁਲ ਜੀ, ਇਹ ਇੱਕ ਕੁਦਰਤੀ ਦੀ ਗੱਲ ਹੈ ਕਿ ਜਦੋਂ ਇੱਕ ਕਰੰਸੀ ਜਿਹੜੀ ਸਾਡੇ ਪੂਰੇ ਦੇ ਪੂਰੇ ਸਿਸਟਮ ਦੇ ਵਿੱਚ ਚੱਲ ਰਹੀ ਸੀ, ਉਹਦਾ ਸਾਡੇ ਕੋਲ 14% ਹੀ ਬਚ ਗਿਆ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ, ਤੇ ਸਮੱਸਿਆ ਕੁਦਰਤੀ ਤੌਰ ਦੇ ਉੱਤੇ ਇਹ ਆ ਹੀ ਜਾਣੀ ਸੀ। ਔਰ ਮੈਨੂੰ ਲੱਗਦਾ ਕਿ ਜੇ ਸਰਕਾਰ ਕੋਈ ਬਹੁਤ ਜ਼ਿਆਦਾ ਅਗਾਊਂ ਕਾਰਵਾਈ ਕਰ ਵੀ ਲੈਂਦੀ ਤਾਂ ਵੀ ਇਹ ਸਮੱਸਿਆ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਬਣੀ ਰਹਿਣੀ ਸੀ, ਕਿਉਂਕਿ ਨਵੀਂ ਕਰੰਸੀ ਤੁਸੀਂ ਓਨੀ ਦੇਰ ਤੱਕ ਛਾਪ ਨਹੀਂ ਸਕਦੇ ਜਿੰਨੀ ਦੇਰ ਤੱਕ ਤੁਸੀਂ ਕਿਸੇ ਸਾਇੰਟੀਫਿਕ ਵੇ ਨਾਲ ਇਹ ਤੈਅ ਨਹੀਂ ਕਰ ਲੈਂਦੇ ਕਿ ਕਿੰਨਾ ਕਾਲਾ ਧਨ ਦੀ ਸ਼ਕਲ ਦੇ ਵਿੱਚ ਕਰੰਸੀ ਨਸ਼ਟ ਹੋ ਚੁੱਕੀ ਹੈ, ਜਿਹਦੇ ਬਦਲ ਦੇ ਵਿੱਚ ਤੁਸੀਂ ਦੂਸਰੀ ਕਰੰਸੀ ਨੂੰ ਪ੍ਰਮੋਟ ਕਰ ਸਕਦੇ ਹੋ ਜਾਂ ਛਾਪ ਸਕਦੇ ਹੋ। ਕਿਉਂਕਿ ਇਹ ਇੱਕ ਸਧਾਰਨ ਫੈਸਲਾ ਨਹੀਂ ਹੁੰਦਾ ਕਿ ਕਰੰਸੀ ਛਾਪਣਾ ਕਿਸੇ ਅਖਬਾਰ ਜਾਂ ਮੈਗਜ਼ੀਨ ਜਾਂ ਐਡ ਦਾ ਪੇਪਰ ਛਾਪਣ ਵਰਗੀ ਗੱਲ ਤਾਂ ਹੁੰਦੀ ਨਹੀਂ। ਇਹਦੇ ਬਾਰੇ ਹਰ ਆਮ ਬੰਦਾ ਵੀ ਜਾਣਦਾ, ਜਾਂ ਘੱਟ ਜਾਂ ਵੱਧ ਸ਼ਕਲ ਦੇ ਵਿੱਚ। ਇਸ ਕਰਕੇ ਸਮੱਸਿਆ ਤਾਂ ਇਹ ਕੁਦਰਤੀ ਤੌਰ ਤੇ ਆ ਹੀ ਜਾਣੀ ਸੀ। ਸਵਾਲ ਸਿਰਫ ਇਹ ਹੈ ਕਿ ਜਦੋਂ ਇਹ ਐਡਾ ਬੋਲਡ ਸਟੈਪ ਲਿਆ ਗਿਆ ਹੈ,
ਉਦੋਂ ਇਸ ਬੋਲਡ ਸਟੈਪ ਦੇ ਨਾਲ ਜਿਹੜੀਆਂ ਕੁਝ ਜੁੜੀਆਂ ਹੋਈਆਂ ਗੱਲਾਂ ਨੇ ਜਿਨ੍ਹਾਂ ਬਾਰੇ ਲਾਜ਼ਮੀ ਤੌਰ ਦੇ ਉੱਤੇ ਸਾਨੂੰ ਸਵਾਲ ਉਠਾਉਣੇ ਚਾਹੀਦੇ ਨੇ, ਜਿਨ੍ਹਾਂ ਬਾਰੇ ਸਵਾਲ ਆਲਰੇਡੀ ਉੱਠ ਰਹੇ ਨੇ, ਉਹਨਾਂ ਬਾਰੇ ਵੀ ਸਾਨੂੰ ਆਪਣੇ ਤਰੀਕੇ ਦੇ ਨਾਲ ਵਿਸ਼ਲੇਸ਼ਣ ਦਾ ਕਰਨਾ ਚਾਹੀਦਾ। ਮੈਂ ਸਮਝਦਾ ਕਿ ਸਰਕਾਰ ਨੇ ਇਹ ਫੈਸਲਾ ਕਰਕੇ ਕੋਈ ਬੁਰਾ ਕੰਮ ਨਹੀਂ ਕੀਤਾ, ਪਰ ਸਵਾਲ ਇਹ ਹੈ ਕਿ ਸਰਕਾਰ ਇਸ ਚੰਗੇ ਕੰਮ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹਦਾ ਪ੍ਰਚਾਰ ਕਰ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਅਜੀਬ ਗੱਲ ਹੈ। ਵਿਰੋਧ ਇਹਦਾ ਖੁੱਲ੍ਹ ਕੇ ਜੇ ਕਿਸੇ ਨੇ ਕੀਤਾ ਤੇ ਉਹ ਮਮਤਾ ਬੈਨਰਜੀ ਨੇ, ਥੋੜਾ ਜਿਹਾ ਟੇਢੇ ਢੰਗ ਨਾਲ ਵਿਰੋਧ ਜੇ ਕਿਸੇ ਨੇ ਕੀਤਾ ਤਾਂ ਉਹ ਅਰਵਿੰਦ ਕੇਜਰੀਵਾਲ ਨੇ, ਤੇ CPIM ਨੇ ਜਿਹੜਾ ਵਿਰੋਧ ਕੀਤਾ ਉਹਨਾਂ ਨੇ ਕਰੰਸੀ ਦੇ ਬੰਦ ਕਰਨ ਦਾ ਵਿਰੋਧ ਬਿਲਕੁਲ ਵੀ ਨਹੀਂ ਕੀਤਾ। ਉਹਨਾਂ ਨੇ ਸਿਰਫ ਇੱਕੋ ਗੱਲ ਕੀਤੀ ਕਿ ਇਹ ਦੇਸ਼ ਦਾ ਵੱਡਾ ਫੈਸਲਾ ਸੀ। ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਰਾਜ ਇਕਾਈਆਂ ਨੂੰ, ਆਪਣੀ ਪਾਰਟੀ ਨੂੰ ਅੰਦਰ ਖਾਤੇ ਇਹਦੀ ਖਬਰ ਕਰ ਦਿੱਤੀ ਸੀ। ਇਸੇ ਕਰਕੇ ਕਲਕੱਤਾ ਅਤੇ ਪੱਛਮੀ ਬੰਗਾਲ ਦੀਆਂ ਬੈਂਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੇਵਿੰਗ ਅਕਾਊਂਟ ਹੈ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਦੀ ਟ੍ਰਾਂਜੈਕਸ਼ਨ ਰਾਤੋਂ ਰਾਤ ਹੋ ਗਈ, ਕੁਝ ਦਿਨਾਂ ਦੇ ਵਿੱਚ ਹੋ ਗਈ। ਇਸ ਕਰਕੇ ਉਹਨਾਂ ਨੇ ਇਸ ਪੱਖ ਤੋਂ ਇਹਦਾ ਵਿਰੋਧ ਕੀਤਾ। ਬਾਕੀਆਂ ਨੇ ਵਿਰੋਧ ਜਿਹੜਾ ਦੂਜੇ ਵਿਰੋਧ ਦੀ ਮੈਂ ਗੱਲ ਕੀਤੀ, ਉਹਨਾਂ ਨੇ ਵਿਰੋਧ ਇਹਦਾ ਹੋਰ ਤਰੀਕੇ ਦੇ ਨਾਲ ਕੀਤਾ। ਕਿਸੇ ਨੇ ਇਹਨੂੰ ਅਣਐਲਾਨੀ ਐਮਰਜੈਂਸੀ ਕਹਿਤਾ, ਕਿਸੇ ਨੇ ਅਰਾਜਕਤਾ ਕਹਿਤਾ, ਕਿਸੇ ਨੇ ਆਮ ਆਦਮੀ ਦੇ ਖਿਲਾਫ ਸਰਜੀਕਲ ਸਟ੍ਰਾਈਕ ਸ਼ਬਦ ਇਸਤੇਮਾਲ ਕਰ ਦਿੱਤਾ। ਪਰ ਮੈਂ ਸਮਝਦਾ ਕਿ ਇਹ ਇੱਕ ਵਾਰ ਹੋਣਾ ਹੀ ਸੀ, ਇਹਦੇ 'ਚ ਕੋਈ ਐਡਾ ਮਸਲਾ ਨਹੀਂ। ਪਰ ਸਵਾਲ ਇਹ ਹੈ ਕਿ ਜਦੋਂ ਨਰਿੰਦਰ ਮੋਦੀ ਕੱਲ ਗੋਆ ਦੇ ਵਿੱਚ ਭਾਸ਼ਣ ਕਰ ਰਹੇ ਸੀ, ਜਿਹੜਾ ਭਾਸ਼ਣ ਉਹਨਾਂ ਨੇ ਕੀਤਾ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਸੀ, ਮਮਤਾ ਬੈਨਰਜੀ ਦਾ ਵਿਰੋਧ ਕਰਨਾ ਚਾਹੀਦਾ ਸੀ ਉਹਨਾਂ ਨੂੰ, ਅਰਵਿੰਦ ਕੇਜਰੀਵਾਲ ਦਾ ਜਾਂ ਜਿਹੜੇ ਹੋਰ ਲੋਕ ਵਿਰੋਧ ਕਰ ਰਹੇ ਨੇ। ਪਰ ਉਹਨਾਂ ਦਾ ਸਾਰਾ ਭਾਸ਼ਣ ਕਾਂਗਰਸ ਦੇ ਖਿਲਾਫ ਸੀ। ਮੈਂ ਕੋਈ ਕਾਂਗਰਸ ਨੂੰ ਸਪੋਰਟ ਨਹੀਂ ਕਰ ਰਿਹਾ, ਮੈਂ ਸਿਰਫ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰ ਰਿਹਾ ਕਿ ਜਦੋਂ ਰਾਹੁਲ ਗਾਂਧੀ ਕਾਂਗਰਸ ਦੇ ਨੌਜਵਾਨਾਂ ਨੂੰ, ਆਮ ਨੌਜਵਾਨਾਂ ਨੂੰ ਇਹ ਬੇਨਤੀਆਂ ਕਰ ਰਹੇ ਹੋਣ ਕਿ ਜਿਹੜੇ ਲੋਕ ਬੈਂਕਾਂ ਦੇ ਉੱਤੇ ਖੱਜਲ ਖਵਾਰ ਹੋ ਰਹੇ ਨੇ, ਲਾਈਨਾਂ ਬਣਨ ਦੇ ਵਿੱਚ ਦਿੱਕਤ ਆ ਰਹੀ ਆ, ਉਹਨਾਂ ਦੀਆਂ ਪ੍ਰੋਬਲਮ ਦੇ ਵਿੱਚ ਤੁਸੀਂ ਉਹਨਾਂ ਨੂੰ ਸਪੋਰਟ ਕਰੋ, ਦੇਸ਼ ਦੇ ਲਈ ਇਹ ਸੰਕਟ ਆ, ਤੇ ਉਦੋਂ ਵੀ ਉਹ ਕਾਂਗਰਸ ਦੇ ਖਿਲਾਫ ਜਿਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ, ਜਿਸ ਕਿਸਮ ਦੀ ਉਹ ਭਾਸ਼ਾ ਦੇ ਵਿੱਚ ਕਾਂਗਰਸ ਦਾ ਵਿਰੋਧ ਕਰ ਰਹੇ, ਮੈਨੂੰ ਉਹਦੀ ਸਮਝ ਨਹੀਂ ਲੱਗੀ ਕਿ ਉਹ ਕਿਉਂ ਏਦਾਂ ਕਰ ਰਹੇ ਨੇ। ਸਿਰਫ ਇੱਕੋ ਗੱਲ ਮੈਨੂੰ ਯਾਦ ਆਈ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਚੀਨ ਦੀ ਦੀਵਾਰ ਬੜੀ ਪਪੂਲਰ ਹੈ, ਔਰ ਚੀਨ ਦੀ ਦੀਵਾਰ ਦੇ ਵਿੱਚ ਜਦੋਂ ਬਣਵਾਈ ਗਈ ਉਸ ਤੋਂ ਤੁਰੰਤ ਬਾਅਦ ਇੱਕ ਹੋਰ ਫੈਸਲਾ ਵੀ ਲਿਆ ਗਿਆ। ਦੀਵਾਰ ਇਸ ਕਰਕੇ ਬਣਵਾਈ ਗਈ ਕਿ ਬਾਹਰੋਂ ਅਟੈਕ ਹੁੰਦੇ ਨੇ, ਪਰ ਅੰਦਰ ਉਹ ਵਿਚਾਰ ਵੀ, ਉਹ ਕਿਤਾਬਾਂ ਵੀ ਸਾੜੀਆਂ ਗਈਆਂ ਜਿਹੜੀਆਂ ਉਦੋਂ ਦੇ ਹੁਕਮਰਾਨ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਅਸਲ ਦੇ ਵਿੱਚ ਮੋਦੀ ਸਾਹਿਬ ਮਮਤਾ ਤੇ ਅਰਵਿੰਦ ਕੇਜਰੀਵਾਲ ਤੋਂ ਸ਼ਾਇਦ ਇਸ ਕਰਕੇ ਨਹੀਂ ਡਰਦੇ ਕਿਉਂਕਿ ਭਵਿੱਖ ਦੇ ਵਿੱਚ ਉਹ ਖਤਰਾ ਨਹੀਂ, ਕਾਂਗਰਸ ਸ਼ਾਇਦ ਖਤਰਾ ਲੱਗਦੀ, ਇਸ ਕਰਕੇ ਉਹ ਆਊਟ ਆਫ ਦੀ ਵੇ ਜਾ ਕੇ ਵੀ ਕਾਂਗਰਸ ਦਾ ਵਿਰੋਧ ਕਰ ਰਹੇ ਨੇ। ਕਾਂਗਰਸ ਨੇ ਹਾਲਾਂਕਿ ਕਿਸੇ ਇਸ ਤਰੀਕੇ ਦਾ ਕੋਈ ਬਹੁਤ ਜ਼ਿਆਦਾ ਵਿਰੋਧ ਉਹਨਾਂ ਦਾ ਨਹੀਂ ਕੀਤਾ। ਜੇ ਕਿਸੇ ਨੇ ਕਿਹਾ ਵੀ ਹੋਵੇ ਕਿ ਲੋਕਾਂ ਨੂੰ ਸਮੱਸਿਆ ਆਈ ਤਾਂ ਉਹਦੇ ਬੀਜੇਪੀ ਵਾਲੇ ਵੀ ਕੁਝ ਨੇਤਾਵਾਂ ਨੇ ਕਹਿ ਦਿੱਤਾ। ਈਵਨ ਇੱਕ ਬੀਜੇਪੀ ਦਾ ਨੇਤਾ, ਮੈਂ ਹੁਣ ਇੱਕਦਮ ਉਹਦਾ ਨਾਂ ਭੁੱਲ ਗਿਆ, ਉਹਨੇ ਵੀ ਕਹਿ ਦਿੱਤਾ ਕਿ ਦੇਸ਼ ਨੂੰ ਐਵੇਂ ਨਜਾਇਜ਼ ਸੰਕਟ ਦੇ ਵਿੱਚ ਪਾਤਾ। ਪਰ ਸਿਧਾਂਤਕ ਤੌਰ ਤੇ ਜਿਨ੍ਹਾਂ ਨੇ ਨਹੀਂ ਵਿਰੋਧ ਕੀਤਾ, ਮੈਨੂੰ ਨਹੀਂ ਲੱਗਦਾ ਉਹਨਾਂ ਦੇ ਖਿਲਾਫ ਏਦਾਂ ਦੀ ਗੱਲ ਕਰਨੀ ਚਾਹੀਦੀ। ਪਰ ਜਿਹੜੀ ਵਿਚਾਰਧਾਰਾ ਦੇ ਆਧਾਰ ਦੇ ਉੱਤੇ ਲੜਾਈਆਂ ਹੁੰਦੀਆਂ ਨੇ, ਅਕਸਰ ਤੁਸੀਂ ਸਭ ਤੋਂ ਵੱਡਾ ਵਿਰੋਧ ਉਹਦਾ ਹੀ ਕਰਦੇ ਹੋ ਜਿਹੜਾ ਤੁਹਾਨੂੰ ਫੌਰੀ ਤੌਰ ਤੇ ਜਾਂ ਲੰਮੇ ਸਮੇਂ 'ਚ ਭਵਿੱਖ ਦੇ ਵਿੱਚ ਖਤਰਾ ਨਜ਼ਰ ਆਉਂਦਾ, ਚਾਹੇ ਪਾਰਟੀ ਦੀ ਸ਼ਕਲ 'ਚ ਹੋਵੇ, ਚਾਹੇ ਵਿਚਾਰਧਾਰਾ ਦੀ ਸ਼ਕਲ ਦੇ ਵਿੱਚ। ਔਰ ਇਹਨਾਂ ਗੱਲਾਂ ਉੱਤੇ ਜ਼ਰੂਰ ਸਵਾਲ ਉਠਾਏ ਜਾਣੇ ਚਾਹੀਦੇ ਨੇ। ਅਗਲੀ ਗੱਲ ਇਹ ਹੈ ਕਿ ਕਾਲਾ ਧਨ ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਜਿਹੜਾ ਨਗਦੀ ਦੇ ਰੂਪ ਵਿੱਚ ਪਿਆ ਸੀ ਉਹ ਤਾਂ ਖਤਮ ਕਰ ਦਿੱਤਾ ਗਿਆ, ਪਰ ਜਿਹੜਾ ਦੋ ਫੈਸਲੇ ਵਿੱਚ ਇਕੱਠੇ ਲੈ ਗਏ ਸੀਗੇ ਉਹਦੇ ਇੱਕ ਫੈਸਲਾ ਇਹ ਸੀ ਕਿ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਕੈਸ਼ਲੈਸ ਇਕੋਨਮੀ ਨੂੰ ਵਧੇਰੇ ਬਲ ਦਿੱਤਾ ਜਾਵੇ। ਕਾਲਾ ਧਨ ਰੋਕਣ ਦੀ ਵੱਡੀ ਕਰੰਸੀ ਅਸੀਂ ਬੰਦ ਕਰਨ ਜਾ ਰਹੇ ਹਾਂ ਕਿਉਂਕਿ ਇਹਨੂੰ ਸਾਂਭਣਾ ਤੇ ਸੌਖਾ ਹੁੰਦਾ ਲੋਕਾਂ ਲਈ। ਪਰ ਇੱਕ ਪਾਸੇ ਤੁਸੀਂ ਕੈਸ਼ਲੈਸ ਇਕੋਨਮੀ ਦੀ ਗੱਲ ਕਰਦੇ ਹੋ, ਪਰ ਨਾਲ ਦੀ ਨਾਲ ਉਸ ਤੋਂ ਵੀ ਵੱਡਾ ਨੋਟ 2000 ਦਾ ਛਾਪ ਦਿੰਦੇ ਹੋ, ਇਹ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਗੱਲ ਹੈ। ਔਰ ਜਦੋਂ ਇਹਦਾ ਕਿਸੇ ਨੇ ਵਿਰੋਧ ਕੀਤਾ ਵੀ ਹੋਵੇਗਾ ਇੱਕ ਅੱਧੇ ਬੰਦੇ ਨੇ, ਤਾਂ ਜਿਹੜੀ ਭਾਸ਼ਾ 'ਚ ਮੋਦੀ ਸਾਹਿਬ ਕਹਿ ਰਹੇ ਨੇ ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਚਵਾਨੀ ਬੰਦ ਕੀਤੀ ਸੀ, ਅਸੀਂ ਤਾਂ ਕੋਈ ਸਵਾਲ ਨਹੀਂ ਉਠਾਇਆ, ਸਾਡੀ ਤੇ ਔਕਾਤ ਹੀ ਚਵਾਨੀ ਜਿੰਨੀ ਸੀਗੀ। ਮੈਂ ਸਮਝਦਾ ਏਦਾਂ ਦੀ ਭਾਸ਼ਾ ਪ੍ਰਧਾਨ ਮੰਤਰੀ ਦੇ ਮੂੰਹੋਂ ਜਸਟੀਫਾਈਡ ਨਹੀਂ ਹੈ, ਖਾਸ ਕਰਕੇ ਉਸ ਮੌਕੇ ਦੇ ਉੱਤੇ ਜਦੋਂ ਉਹਨਾਂ ਦੀ ਇਸ ਮਾਮਲੇ ਦੇ ਵਿੱਚ ਲਗਭਗ ਸ਼ਲਾਘਾ ਹੀ ਹੋ ਰਹੀ, ਉਦੋਂ ਇਸ ਭਾਸ਼ਾ 'ਚ ਬੋਲਣ ਤੋਂ ਮਤਲਬ ਇਹ ਆ ਕਿ ਤੁਸੀਂ ਫਿਰ ਵੀ ਬੈਲੈਂਸ ਦੇ ਵਿੱਚ ਨਹੀਂ ਹੋ। ਦੇਸ਼ ਤੁਹਾਨੂੰ ਸਪੋਰਟ ਕਰ ਰਿਹਾ ਪਰ ਤੁਸੀਂ ਆਪਣੇ ਆਪ ਨੂੰ ਸਪੋਰਟ ਨਹੀਂ ਕਰ ਰਹੇ, ਬਿਲਕੁਲ ਹੀ ਤੁਸੀਂ ਉਸ ਭਾਸ਼ਾ 'ਚ ਗੱਲਾਂ ਕਰ ਰਹੇ ਹੋ ਜਿਹੜੀ ਖਿਜੇ ਹੋਏ ਬੰਦੇ ਦੀ ਭਾਸ਼ਾ ਹੋਣੀ
ਸਾਰੇ ਸਾਥੀ ਪੈਨਲਿਸਟ ਤਕਰੀਬਨ ਮੋਦੀ ਸਾਹਿਬ ਦੇ ਫੈਸਲੇ ਤੋਂ ਤਾਂ ਖੁਸ਼ ਨੇ, ਪਰ ਉਹਦੇ ਨਾਲ ਆ ਰਹੀਆਂ ਸਮੱਸਿਆਵਾਂ ਤੋਂ ਕਿਤੇ ਨਾ ਕਿਤੇ ਉਹਨਾਂ ਦਾ ਕੰਸਰਨ ਜ਼ਰੂਰ ਹੈ। ਇੱਕ ਚੀਜ਼ ਜਿਹੜੀ ਸਰਕਾਰ ਵੱਲੋਂ ਇਹ ਫੈਸਲਾ ਲੈਣ ਲੱਗੇ ਮੇਰਾ ਖਿਆਲ ਧਿਆਨ ਦੇ ਵਿੱਚ ਜ਼ਰੂਰ ਰੱਖਣੀ ਚਾਹੀਦੀ ਸੀ। ਇੱਕ ਥੋੜ੍ਹਾ ਜਿਹਾ ਸ਼ਬਦੀਪ ਜੀ ਨੇ ਜ਼ਿਕਰ ਕੀਤਾ ਕਿ 500 ਦੇ ਤੇ 1000 ਦੇ ਨੋਟ ਇੰਡੀਆ ਦੇ ਵਿੱਚ, ਜਿਹੜੀ ਇੰਡੀਆ ਦੀ ਇਕੋਨਮੀ ਜਿਹੜੀ ਕੈਸ਼ ਸਰਕੂਲੇਟ ਹੁੰਦੀ ਆ ਉਹਦਾ 85% ਹਿੱਸਾ ਸੀ, ਤੇ ਸਿੱਧੇ ਤੌਰ ਤੇ ਆਪਾਂ ਇਹ ਕਹਿ ਸਕਦੇ ਕਿ 85% ਜਿਹੜਾ ਅਚਾਨਕ ਕੈਸ਼ ਜਿਹੜਾ ਸੀਗਾ ਉਹ ਜਿਹੜਾ ਸੀਗਾ ਨਕਾਰਾ ਹੋ ਗਿਆ, ਉਹਦੇ ਕਰਕੇ ਸਮੱਸਿਆ ਤੇ ਆਉਣੀ ਹੀ ਸੀ। ਪਰ ਇਹਦੇ ਏਵਜ਼ ਦੇ ਵਿੱਚ ਜੇਤਲੀ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਇੰਨਾ ਸਾਰਾ ਕੈਸ਼, ਇੰਨੇ ਸਾਰੇ ਨੋਟ ਅਸੀਂ ਛਾਪ ਨਹੀਂ ਸਕਦੇ ਸੀ ਜਾਂ ਬੈਂਕਾਂ ਵਿੱਚ ਪਹਿਲਾਂ ਨਹੀਂ ਪਹੁੰਚਾ ਸਕਦੇ ਸੀ, ਕਿਉਂਕਿ ਇੱਕ ਗੁਪਤ ਪ੍ਰੋਜੈਕਟ ਸੀ। ਅਗਰ ਇਹ ਕੰਮ ਕਰਦੇ ਤਾਂ ਇਹ ਪ੍ਰੋਜੈਕਟ ਲੀਕ ਹੋ ਜਾਣਾ ਸੀ, ਪਰ ਉਹ ਹੁਣ ਇਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਇੱਕ ਹੋਰ ਪੁਆਇੰਟ ਹੈ ਮੈਂ ਜਿਹੜਾ ਆਪਣੇ ਸਾਥੀ ਪੈਨਲਿਸਟਾਂ ਨਾਲ ਜ਼ਰੂਰ ਡਿਸਕਸ ਕਰਨਾ ਚਾਹਾਂਗਾ, ਆਪਣੇ ਦਰਸ਼ਕਾਂ ਨਾਲ ਵੀ ਜ਼ਰੂਰ ਡਿਸਕਸ ਕਰਨਾ ਚਾਹਾਂਗਾ ਕਿ ਭਾਰਤ ਦੇ ਵਿੱਚ ਪਿਛਲੇ ਸਾਲ ਜਿਹੜਾ ਇੱਕ ਸਰਵੇ ਹੋਇਆ ਸੀ ਉਹਦੇ ਵਿੱਚ ਇਹ ਨਿਕਲ ਕੇ ਗੱਲ ਸਾਹਮਣੇ ਆਈ ਸੀ ਕਿ ਭਾਰਤ ਦੇ ਵਿੱਚ ਹਾਲੇ ਵੀ 45% ਉਹ ਲੋਕ ਨੇ ਜਿਨ੍ਹਾਂ ਦੇ ਬੈਂਕਾਂ ਦੇ ਵਿੱਚ ਖਾਤੇ ਨਹੀਂ ਹੈਗੇ। ਜਿਹੜਾ ਗਰੀਬ ਤਬਕਾ ਆ, ਜਿਹੜਾ ਸਭ ਤੋਂ ਜ਼ਿਆਦਾ ਇਸ ਵੇਲੇ ਸ਼ਾਇਦ ਪਰੇਸ਼ਾਨੀ ਦਾ, ਜੇ 45 ਵਿੱਚੋਂ ਅੱਧੇ ਵੀ ਪਰੇਸ਼ਾਨ ਹੋਣਗੇ ਤਾਂ ਬਹੁਤ ਵੱਡਾ ਤਬਕਾ ਇੰਡੀਆ ਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ, ਕਿਉਂਕਿ ਉਹਨਾਂ ਲੋਕਾਂ ਦੇ ਕੋਲ ਅਕਾਊਂਟ ਹੀ ਨਹੀਂ, ਖਾਤਾ ਹੀ ਨਹੀਂ ਹੈ, ਤੇ ਉਹ ਆਪਣੀ ਕੈਸ਼ ਨੂੰ ਕਿੱਦਾਂ ਕੀ ਕਰਨਗੇ, ਕਿਉਂਕਿ ਉਹ ਲੋਕ ਉਹੀ ਨੇ ਜਿਹੜੇ ਰੋਜ਼ਮर्रा ਦੇ ਕੰਮ ਨਾਲ ਕਮਾਉਂਦੇ ਨੇ ਤੇ ਉਹ ਨਹੀਂ ਖਾਂਦੇ ਨੇ। ਜੇ ਉਹਨਾਂ ਦੇ ਕੋਲ 1500, ਜਿਹੜੇ ਪਹਿਲੇ 2-3 ਦਿਨਾਂ ਦੇ ਵਿੱਚ ਸਮੱਸਿਆ ਜਿਹੜੀ ਦੇਖਣ ਨੂੰ ਮਿਲੀ ਆ ਉਹ ਇਹੀ ਹੈ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਸੁਣੇ ਗਏ ਕਿ ਸਾਡੇ ਕੋਲ 500 ਜਾਂ 1000 ਦਾ ਹੀ ਨੋਟ ਹੈ ਔਰ ਇਹ ਚੱਲ ਨਹੀਂ ਰਿਹਾ ਤਾਂ ਅਸੀਂ ਰੋਟੀ ਕਿੱਥੋਂ ਖਾਵਾਂਗੇ। ਉਹਦਾ ਵੱਡਾ ਕਾਰਨ ਸੀ ਕਿ 45% ਲੋਕਾਂ ਦੇ ਕੋਲ ਇੰਡੀਆ ਦੇ ਵਿੱਚ ਬੈਂਕ ਅਕਾਊਂਟ ਹੀ ਨਹੀਂ ਹਨ। ਹਾਲਾਂਕਿ ਮੋਦੀ ਸਾਹਿਬ ਨੇ ਪਿੱਛੇ ਇੱਕ ਕੈਂਪੇਨ ਚਲਾ ਕੇ ਉਹਦੇ ਵਿੱਚ 25 ਕਰੋੜ ਲੋਕਾਂ ਦੇ ਅਕਾਊਂਟ ਖੋਲ੍ਹਣ ਦੀ ਗੱਲ ਵੀ ਕੀਤੀ ਸੀ। ਪਰ ਜਦੋਂ ਤੁਹਾਡਾ ਦੇਸ਼ ਇੱਦਾਂ ਦੀ ਸਥਿਤੀ ਵਿੱਚ ਹੋਵੇ ਜਿੱਥੇ ਅੱਧੀ ਪਾਪੂਲੇਸ਼ਨ ਇੱਦਾਂ ਦੀ ਹੋਵੇ ਜਿਨ੍ਹਾਂ ਦੇ ਕੋਲ ਅਕਾਊਂਟ ਹੀ ਨਹੀਂ ਆ, ਤੇ ਉਸ ਦੇਸ਼ ਦੇ ਵਿੱਚ ਇਸ ਤਰੀਕੇ ਦਾ ਬੋਲਡ ਸਟੈਪ ਲੈਣ ਤੋਂ ਪਹਿਲਾਂ ਮੈਂ ਆਪਣੇ ਸਾਥੀ ਪੈਨਲਿਸਟਾਂ ਨੂੰ ਪੁੱਛਣਾ ਚਾਹਾਂਗਾ ਕਿ ਕੀ ਇhtiyat ਨਹੀਂ ਵਰਤਣਾ ਚਾਹੀਦਾ ਸੀ? ਬਿਲਕੁਲ ਇhtiyat ਵਰਤਣਾ ਚਾਹੀਦਾ ਸੀ ਜੀ, ਔਰ ਇਸੇ ਇਤਿਹਾਸ ਦਾ ਮੈਨੂੰ ਲੱਗਦਾ ਹਿੱਸਾ ਸੀ ਜਿਹੜਾ ਉਹਨਾਂ ਨੇ ਅਕਾਊਂਟ ਖੁਲਾਉਣ ਦੀ ਕੋਸ਼ਿਸ਼ ਕੀਤੀ ਜੀ। ਪਰ ਇਹ ਮੰਨਣਾ ਪਊਗਾ ਕਿ ਉਹਨਾਂ ਲੋਕਾਂ ਨੂੰ ਬਿਲਕੁਲ ਕਾਫੀ ਵੱਡੀ ਸਮੱਸਿਆ ਆਉਂਦੀ ਹੋਵੇਗੀ। ਹਾਂ, ਇੱਕ ਗੱਲ ਜ਼ਰੂਰ ਹੈਗੀ ਹੈ ਕਿ ਜਿਸ ਇਲਾਕਿਆਂ ਦੇ ਵਿੱਚ, ਜਿਸ ਰੂਰਲ ਏਰੀਆ 'ਚ ਉਹ ਲੋਕੀ ਵਸਦੇ ਨੇ, ਉੱਥੇ ਐਕਸਚੇਂਜ ਕਰਾਉਣ ਵਾਲੇ ਦੀ ਗਿਣਤੀ ਵੀ ਐਡੀ ਵੱਡੀ ਨਹੀਂ ਹੋਏਗੀ। ਹਾਲਾਂਕਿ ਉੱਥੇ ਸਹੂਲਤਾਂ ਵੀ ਬਹੁਤ ਚੰਗੀਆਂ ਨਹੀਂ ਹੋਣਗੀਆਂ। ਅਜੀਤ ਜੀ, ਮੈਂ ਬੈਂਕਾਂ ਦੀ ਆਪਾਂ ਗੱਲ ਕਰੀਏ ਤੇ ਤੁਹਾਨੂੰ ਅਜੀਤ ਜੀ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਕੁਝ ਇਦਾਂ ਦੇ ਇਲਾਕੇ ਵੀ ਹੋਣਗੇ ਜਿਨ੍ਹਾਂ ਨੂੰ 50-50 ਕਿਲੋਮੀਟਰ ਬੈਂਕ ਨਹੀਂ ਲੱਗਦੀ ਹੋਵੇਗੀ। ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਭਾਵੇਂ ਉੱਥੇ ਘੱਟ ਲੋਕ ਹੋਣਗੇ ਪਰ ਉੱਥੇ ਸਹੂਲਤਾਂ ਵੀ ਬਹੁਤ ਘੱਟ ਹੋਣਗੀਆਂ। ਸੋ ਉਹ ਜਿਹੜੇ ਇਲਾਕੇ ਨੇ ਉੱਥੇ ਮੁਸ਼ਕਲ ਜ਼ਰੂਰ ਆਏਗੀ, ਪਰ ਇੱਕ ਗੱਲ ਜ਼ਰੂਰ ਉਹਦੇ 'ਚ ਹੁੰਦੀ ਹੈ ਕਿ ਉੱਥੇ ਦੇ ਲੋਕਾਂ ਦੀ ਜਿਹੜੀ ਡੇ ਟੂ ਡੇ ਲਾਈਫ ਹੈ ਉਹ ਇਹੋ ਜਿਹੀ ਵੀ ਨਹੀਂ ਹੁੰਦੀ ਜਿੱਥੇ ਉਹਨਾਂ ਨੂੰ ਡੇਲੀ ਹੀ ਕੈਸ਼ ਦੀ ਜ਼ਰੂਰਤ ਪਵੇ। ਹਾਲਾਂਕਿ ਸਿਧਾਂਤਕ ਤੌਰ ਤੇ ਆਪਾਂ ਨੂੰ ਲੱਗਦਾ ਹੈ, ਪਰ ਉਸ ਇਕਨੋਮੀ ਦੇ ਵਿੱਚ, ਉਸ ਸੋਸ਼ਲ ਜਿਹੜਾ ਸੋਸ਼ੋ ਇਕਨੋਮਿਕ ਹਾਲਾਤ ਨੇ ਉਹਨਾਂ ਦੇ ਵਿੱਚ ਡੇਲੀ ਨਹੀਂ ਪੈਂਦੀ। ਉੱਥੇ ਜ਼ਿੰਦਗੀ ਦਾ ਸਤਰ ਇਹੋ ਜਿਹਾ ਹੈਗਾ ਕਿ ਮੁਸ਼ਕਲ ਤਾਂ ਆਏਗੀ, ਪਰ ਸ਼ਾਇਦ ਸ਼ਹਿਰੀ ਲੋਕਾਂ ਵਾਂਗੂ ਉਹਨਾਂ ਨੂੰ ਇੱਕਦਮ ਜਿਹੜਾ ਹੈਗਾ ਰੋਜ਼ ਦੀ ਰੋਜ਼ ਕੈਸ਼ ਦੀ ਲੋੜ ਨਾ ਪੈਂਦੀ ਹੋਵੇ। ਜੀ ਸੀਪੀ ਸਿੰਘ ਜੀ। ਕੁਲਵੀਰ ਜੀ, ਦੇਖੋ ਤੁਸੀਂ ਇਦਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਇhtiyat ਵਰਤਣੀ ਚਾਹੀਦੀ ਸੀ। ਜੇ ਦੇਖੋ ਬਿਲਕੁਲ ਠੀਕ ਹੈ, ਤੁਸੀਂ ਠੀਕ ਹੋ ਕਿ ਇੰਡੀਆ ਦੇ ਵਿੱਚ ਨਹੀਂ, ਇhtiyat ਦੇ ਤੌਰ ਤੇ ਉਹਨਾਂ ਨੇ 2 ਸਟੈਪ ਮੋਦੀ ਜੀ ਦੇ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਇਹ 2 ਸਟੈਪ ਉਹਨਾਂ ਦੇ ਇhtiyat ਦੇ ਤੌਰ ਤੇ ਸੀਗੇ ਕਿ ਉਹਨਾਂ ਨੇ 10 ਮਹੀਨੇ ਪਹਿਲਾਂ, ਉਹਨਾਂ ਦਾ ਕਹਿਣਾ ਹੈ ਕਿ ਜਦੋਂ SIT ਬਣੀ ਸੀ 10 ਮਹੀਨੇ ਪਹਿਲਾਂ ਹੀ ਉਹਨਾਂ ਦਾ ਇਹ ਪਲਾਨ ਬਣ ਚੁੱਕਾ ਸੀ। ਉਸ ਤੋਂ ਬਾਅਦ ਹੀ ਉਹਨਾਂ ਨੇ ਭਾਰਤ ਦੇ ਵਿੱਚ ਜਿਹੜੇ ਹੈਗੇ ਗਰੀਬਾਂ ਦੇ ਖਾਤੇ ਖੁਲਾਉਣੇ ਸ਼ੁਰੂ ਕੀਤੇ, ਜਿਹਦੇ ਵਿੱਚ 25 ਕਰੋੜ ਦੇ ਕਰੀਬ ਖਾਤਾ ਵੀ ਖੁੱਲਿਆ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਉਹਨਾਂ ਨੇ 30 ਸਤੰਬਰ ਫਿਰ ਬਲੈਕ ਮਨੀ ਬਾਹਰ ਕੱਢਣ ਵਾਸਤੇ ਡੇਟ ਦਿੱਤੀ ਹੋਈ ਸੀਗੀ, ਪਰ ਇਹਨਾਂ ਗੱਲਾਂ ਨੂੰ ਲੋਕਾਂ ਨੇ ਸੀਰੀਅਸਲੀ ਨਹੀਂ ਲਿਆ। ਜਿਹੜੇ ਸੀਰੀਅਸਲੀ ਨਾ ਲਿਆ ਉਹਨਾਂ ਨੇ ਖਾਤੇ ਨਹੀਂ ਸੀ ਖੋਲਦੇ। ਮੇਰਾ ਖਿਆਲ ਹੈ 25 ਕਰੋੜ ਖਾਤੇ ਤੁਸੀਂ ਜ਼ਿਆਦਾ ਕਹਿੰਦੇ ਹੋ, ਸ਼ਾਇਦ ਗਿਣਤੀ ਘੱਟ ਹੋਵੇ। ਹਾਂ, 25 ਕਰੋੜ ਲੋਕ
ਜੇ 5 ਬੰਦਿਆਂ ਦੀ ਫੈਮਿਲੀ ਹੋਵੇ 5 ਕਰੋੜ ਖਾਤੇ ਵੀ ਖੁੱਲਣ ਤਾਂ ਇਹ ਹੋ ਸਕਦਾ ਕਿ 25 ਕਰੋੜ ਲੋਕ ਬੈਂਕਾਂ ਦੇ ਨਾਲ ਜੁੜ ਗਏ ਹੋਣ। ਇਹ ਹਾਂ ਹੋ ਸਕਦਾ ਹੁੰਦੀ ਹੈ। ਹਾਂ ਹੋ ਸਕਦਾ, ਕਿਉਂਕਿ ਜਿਹੜੀ ਸਰਕਾਰੀ ਤੌਰ ਤੇ ਉਹਨਾਂ ਨੇ 25 ਕਰੋੜ ਕਿਹਾ ਕਿ 25 ਕਰੋੜ ਲੋਕਾਂ ਨੂੰ ਅਸੀਂ ਨਾਲ ਜੋੜ ਲਿਆ। ਕੁਲਵੀਰ ਜੀ, ਕੱਲੀ ਬੈਂਕ ਖਾਤਿਆਂ ਦੀ ਆਪਾਂ ਜਨਧਨ, ਪ੍ਰਧਾਨ ਮੰਤਰੀ ਜਨਧਨ ਯੋਜਨਾ ਦੀ ਤਾਂ ਗੱਲ ਕਰਦੇ ਪਏ ਆ। ਮੈਨੂੰ ਤਾਂ ਇਹ ਵੀ ਲੱਗਦਾ ਕਿ ਜਿਹੜੇ ਆਧਾਰ ਕਾਰਡ ਬਣਾਏ ਗਏ ਆ, UID ਕਾਰਡ ਬਣਾਏ ਗਏ ਆ, ਉਹ ਵੀ ਕਿਤੇ ਨਾ ਕਿਤੇ ਇਸੇ ਚੀਜ਼ ਦਾ ਹਿੱਸਾ ਸੀ। ਸਬਸਿਡੀਆਂ ਲੋਕਾਂ ਦੇ ਖਾਤੇ ਵਿੱਚ ਪੈਣ ਦੀ ਗੱਲ ਕੀਤੀ ਗਈ ਹੈ, ਉਹ ਵੀ ਕਿਤੇ ਨਾ ਕਿਤੇ ਇਹ ਸਾਰੀ ਚੀਜ਼ ਦਾ ਹਿੱਸਾ ਹੀ ਸੀ। ਤੇ ਮੈਂ ਨਹੀਂ ਸਮਝਦਾ ਕਿ ਇhtiyat ਦੀ ਤੁਸੀਂ ਗੱਲ ਕਰਦੇ ਪਏ ਹੋ, ਇਸ ਤੋਂ ਜ਼ਿਆਦਾ ਇhtiyat ਨਹੀਂ ਵਰਤਿਆ ਜਾ ਸਕਦਾ ਸੀਗਾ। ਜੇ ਹਜੇ ਵੀ ਕਿਸੇ ਦਾ ਖਾਤਾ ਨਹੀਂ ਖੁੱਲਿਆ ਤੇ ਕੋਈ ਖਾਤੇ ਖੁੱਲਣੇ ਬੰਦ ਨਹੀਂ ਹੋ ਗਏ। ਜਨਧਨ ਯੋਜਨਾ ਦੇ ਤਹਿਤ ਉਹ ਅੱਜ ਵੀ ਜਾ ਕੇ ਖਾਤਾ ਖੁਲਾ ਸਕਦਾ, ਨਹੀਂ ਹੋਵੇ ਤਹਿਤ ਖੁਲਾਣਾ, ਸੇਵਿੰਗ ਅਕਾਊਂਟ ਖੁਲਾਣਾ ਅੱਜ ਵੀ ਜਾ ਕੇ ਖੁਲਾ ਸਕਦਾ। ਜਦੋਂ ਮਰਜ਼ੀ ਬੰਦਾ ਜਾ ਕੇ ਖਾਤਾ ਖੁਲਾ ਸਕਦਾ ਹੈਗਾ ਇੰਡੀਆ ਵਿੱਚ। ਖਾਤੇ ਖੁੱਲਣੇ ਬੰਦ ਨਹੀਂ ਹੋਏ, ਪਹਿਲੀ ਗੱਲ। ਦੂਜੀ ਗੱਲ, ਨੋਟ ਚੇਂਜ ਕਰਾਉਣ ਦੀ ਬਿਲਕੁਲ ਕਈ ਜਗ੍ਹਾ ਹੋਣਗੀਆਂ ਜਿੱਥੇ ਕਾਫੀ ਦੂਰ ਜਾ ਕੇ ਤੁਹਾਨੂੰ ਨੋਟ ਚੇਂਜ ਕਰਾਉਣ ਦੇ ਪੈਣਗੇ ਵੀ, ਪਰ 50 ਦਿਨ ਦਾ ਟਾਈਮ ਵੀ ਦਿੱਤਾ ਗਿਆ। 50 ਦਿਨ ਬਹੁਤ ਜ਼ਿਆਦਾ ਹੁੰਦੇ ਆ, ਇੰਨੀ ਦੂਰ ਕੋਈ ਜਗ੍ਹਾ ਨਹੀਂ ਹੋਏਗੀ ਵੀ ਬੰਦਾ ਨੂੰ ਪਹੁੰਚਣ ਵਿੱਚ 50-60 ਦਿਨ ਲੱਗਣਗੇ। ਥੋੜੇ ਦਿਨਾਂ ਦੀ ਦਿੱਕਤ ਡੈਫੀਨੇਟਲੀ ਹੈਗੀ ਹੈ। ਇਹ ਪੈਸਾ ਕਿਤੇ ਨਾ ਕਿਤੇ ਉਹ ਗਰੀਬ ਲੋਕਾਂ ਦੀ ਡਿਵੈਲਪਮੈਂਟ ਨੂੰ ਜਾਏਗਾ ਹੀ ਜਾਏਗਾ। ਪੈਸਾ ਆਉਣ ਦੇ ਨਾਲ ਦੋ ਚੀਜ਼ਾਂ ਤਾਂ ਡੈਫੀਨੇਟਲੀ ਇਮੀਡੀਏਟ ਇਫੈਕਟ ਪਏਗਾ। ਪਹਿਲਾ, ਪ੍ਰਾਪਰਟੀ ਦਾ, ਜਿਹੜੀਆਂ ਪ੍ਰਾਪਰਟੀਆਂ ਆਸਮਾਨ ਛੂੰਹਦੀਆਂ ਪਈਆਂ ਸੀ, ਪ੍ਰਾਪਰਟੀ ਦੀ ਕੀਮਤ ਕਿਤੇ ਨਾ ਕਿਤੇ ਉਹ ਸਿੱਧੀਆਂ 20-20, 30-30, 40-40% ਥੱਲੇ ਪ੍ਰਾਪਰਟੀਆਂ ਡਿੱਗਣਗੀਆਂ। ਆਉਣ ਵਾਲੇ ਹਫ਼ਤੇ, 10 ਦਿਨ, 15 ਦਿਨ, 1 ਮਹੀਨੇ ਦੇ ਵਿੱਚ ਤੁਹਾਨੂੰ ਇਹਦਾ ਰਿਜ਼ਲਟ ਦੇਖਣ ਨੂੰ ਮਿਲ ਜਾਏਗਾ, ਕਿਉਂਕਿ ਬਲੈਕ ਮਨੀ ਦੇ ਵਿੱਚ ਹੁਣ ਕੁਝ ਵੀ ਨਹੀਂ ਹੋਏਗਾ। ਜਿਹੜੀ ਟ੍ਰਾਂਜੈਕਸ਼ਨ ਹੋਏਗੀ ਉਹ ਜਾਂ ਤਾਂ ਚੈੱਕ ਥਰੂ ਹੋਏਗੀ ਜਾਂ DD ਥਰੂ ਹੋਏਗੀ, ਬੈਂਕਿੰਗ ਸਿਸਟਮ ਦੇ ਥਰੂ ਹੀ ਹੋਏਗੀ। ਕਾਲੇ ਪੈਸੇ ਵਾਲਾ ਤਾਂ ਚੱਕਰ ਖਤਮ ਕਰਤਾ ਮੋਦੀ ਸਾਹਿਬ ਨੇ। ਦੂਜੀ ਚੀਜ਼, ਬੈਂਕ ਅਮਾਊਂਟ ਮਨੀ ਆ ਗਿਆ, ਪੈਸਾ ਆ ਚੁੱਕਾ ਵਾ। ਕੱਲ ਪਰਸੋਂ ਜੇਤਲੀ ਸਾਹਿਬ ਦਾ ਇੱਕ ਬਿਆਨ ਆਉਂਦਾ ਪਿਆ ਸੀ ਜਿਹਦੇ ਵਿੱਚ ਉਹਨਾਂ ਨੇ 2 ਦਿਨ ਦੇ ਵਿੱਚ, ਮੈਂ ਹਜੇ ਸਿਰਫ SBI ਦਾ ਕਲੋਜ਼ਿੰਗ ਫਿਗਰ ਲਿਆ ਵਾ, 2 ਦਿਨ ਦੇ ਵਿੱਚ SBI ਕੋਲ 40,000 ਕਰੋੜ ਰੁਪਇਆ ਆਇਆ। ਤੇ ਜੇ ਆਪਾਂ ਬਾਕੀ ਸਾਰੇ ਬੈਂਕਾਂ ਦਾ ਮਿਲਾ ਲਈਏ ਤੇ ਉਸ ਤੋਂ 4 ਗੁਣਾ ਹੋਏਗਾ। ਤਕਰੀਬਨ 1.5 ਲੱਖ ਕਰੋੜ ਰੁਪਇਆ ਸਰਕਾਰ ਕੋਲ ਜਾਂ ਬੈਂਕਾਂ ਕੋਲ ਆ ਚੁੱਕਾ ਵਾ। ਤੁਸੀਂ ਸੋਚੋ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਪੈਸਾ ਬੈਂਕਾਂ ਕੋਲ, ਸਰਕਾਰ ਕੋਲ ਆ ਜਾਏਗਾ। ਇਹਦੇ ਨਾਲ ਦੇ ਤੌਰ ਤੇ ਜਿਹੜੀਆਂ EMI ਹੈਗੀਆਂ ਵਾ ਉਹ ਸਸਤੀਆਂ ਹੋ ਜਾਣਗੀਆਂ, ਸਰਕਾਰ ਸਸਤੇ ਲੋਨ ਵੰਡੇਗੀ, ਹਰ ਚੀਜ਼ ਦੀ ਡਿਵੈਲਪਮੈਂਟ ਹੋਏਗੀ ਜਦੋਂ ਲੋਨ ਸਸਤਾ ਹੋਏਗਾ। ਤੇ ਮੈਂ ਸਮਝਦਾ ਕਿ ਜਿਹੜੀਆਂ ਦਿੱਕਤਾਂ ਛੋਟੀਆਂ ਵੱਡੀਆਂ ਆਉਂਦੀਆਂ ਪਈਆਂ ਉਹ ਆਮ ਲੋਕਾਂ ਨੂੰ ਬਿਲਕੁਲ ਆਉਂਦੀਆਂ ਪਈਆਂ, ਪਰ ਮੇਜਰ ਦਿੱਕਤਾਂ ਉਹ ਬੰਦਿਆਂ ਨੂੰ ਆਉਣਗੀਆਂ ਜਿਨ੍ਹਾਂ ਕੋਲ ਕਾਲਾ ਪੈਸਾ ਸੀਗਾ ਜਾਂ ਕਾਲਾ ਪੈਸਾ ਹੈਗਾ ਵਾ। ਛੋਟੀਆਂ ਦਿੱਕਤਾਂ ਅਗਲੇ 1 ਹਫ਼ਤਾ ਹੋ ਰਹਿ ਜਾਣਗੀਆਂ, 2 ਹਫ਼ਤਾ ਰਹਿ ਜਾਣ, 1 ਮਹੀਨਾ ਰਹਿ ਜਾਣਗੀਆਂ, ਇਸ ਤੋਂ ਬਾਅਦ ਨਹੀਂ ਰਹਿਣਗੀਆਂ। ਪਰ ਸਰਕਾਰ ਕੋਲ ਇੰਨਾ ਪੈਸਾ ਆਣਾ ਆਪਣੇ ਆਪ ਵਿੱਚ ਉਹ ਲੋਕਾਂ ਲਈ ਲੌਂਗ ਟਰਮ ਤੇ ਬਹੁਤ ਫਾਇਦਾ ਦੇਗਾ। ਉਨੀ ਡਿਵੈਲਪਮੈਂਟ ਹੋਏਗੀ, ਉਨੀ ਸਟਰੋਂਗ ਹੋਏਗੀ ਇੰਡੀਅਨ ਇਕਨੋਮੀ। ਤੇ ਮੈਂ ਸਮਝ ਬਹੁਤ ਹੀ ਵਧੀਆ ਫੈਸਲਾ ਸੀ ਮੋਦੀ ਸਾਹਿਬ ਦਾ। CV ਸਿੰਘ ਜੀ। ਹਾਂਜੀ ਕੁਲਵੀਰ ਜੀ, ਮੇਰੇ ਨਾਲ ਕਾਲਰ ਜੁੜ ਕੇ ਨੇ। CP ਜੀ 1 ਮਿੰਟ ਮੈਨੂੰ ਮਾਫ ਕਰਨਾ, ਮੇਰੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ। ਲਾਸਟ 4 ਨੰਬਰ ਨੇ ਜੀ 8408 8408। ਹੈਲੋ ਹੈਲੋ। ਹਾਂਜੀ ਸਰ। ਹਾਂਜੀ ਸਰ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਸਰ ਥੋੜਾ ਜਿਹਾ ਲਾਊਡ ਬੋਲੋਗੇ ਤੁਸੀਂ? ਹਾਂਜੀ, ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਇਹ ਮੋਦੀ ਸਾਹਿਬ ਦਾ ਬਿਲਕੁਲ ਟਾਈਮਲੀ ਲਿਆ ਗਿਆ ਡਿਸੀਜਨ ਹੈਗਾ। ਇਸ ਤੋਂ ਡਿਲੇ ਵੀ ਨਹੀਂ ਕਰ ਸਕਦੇ ਸੀ, ਇਸ ਤੋਂ ਪਹਿਲਾਂ ਤਾਂ ਲਿਆ ਨਹੀਂ ਜਾ ਸਕਦਾ ਸੀ, ਕਿਉਂਕਿ ਇਸ ਤੋਂ ਡਿਲੇ ਕਰ ਦਿੰਦੇ ਤਾਂ ਸ਼ਾਇਦ ਇਹਦੇ ਰਿਜ਼ਲਟ ਆਉਣ ਨੂੰ ਜਿੰਨਾ ਟਾਈਮ ਲੱਗਣਾ ਸੀ ਉਹ ਪ੍ਰਿਆਪਤ ਨਹੀਂ ਸੀਗਾ ਉਹਨਾਂ ਦੇ ਨੈਕਸਟ ਇਲੈਕਸ਼ਨ ਤੋਂ ਪਹਿਲਾਂ, ਕਿਉਂਕਿ ਇਹਦੇ ਰਿਜ਼ਲਟ ਆਉਣ ਨੂੰ ਹਾਲੇ ਕੰਪਲੀਟ ਰਿਜ਼ਲਟ ਆਉਣ ਨੂੰ 2-3 ਸਾਲ ਲੱਗ ਜਾਣੇ ਹੈਗੇ। ਨੰਬਰ 2 ਤੇ ਜਦੋਂ ਉਹਨਾਂ ਨੇ ਇਹ ਡਿਸੀਜਨ ਲਿਆ, ਉਹਨਾਂ ਨੂੰ ਇਹ ਭਲੀ ਭਾਂਤ ਜਾਣੂ ਸੀਗਾ ਕਿ ਲੋਕਾਂ ਨੂੰ ਪ੍ਰੋਬਲਮ ਆਉਣੀਆਂ ਹੈਗੀਆਂ ਆ, ਅੱਗੇ 2-3 ਸਟੇਟ ਦੀਆਂ ਇਲੈਕਸ਼ਨ ਹੈਗੀਆਂ ਆ ਤੇ ਉਹ ਇਲੈਕਸ਼ਨ ਤੇ ਵੀ ਇਹ ਮਾੜਾ ਪ੍ਰਭਾਵ ਪਾਏਗਾ, ਜਿੱਦਾਂ ਪੰਜਾਬ, UP, ਗੁਜਰਾਤ, ਗੋਆ। ਬਟ ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਫਿਰ ਵੀ ਇਹ ਡਿਸੀਜਨ ਲਿਆ ਤੇ ਇਹ ਬਹੁਤ ਬੋਲਡ ਡਿਸੀਜਨ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਇਹਦਾ ਚੰਗਾ ਪ੍ਰਭਾਵ ਦੇਖਣ ਨੂੰ ਮਿਲੇ। ਬਾਕੀ ਸਰਦੀਪ ਜੀ ਨੇ ਇੱਕ ਗੱਲ ਕਹੀ ਸੀ ਕਿ ਕਾਂਗਰਸ ਨੇ ਇਹਨੂੰ ਸਪੋਰਟ ਕੀਤਾ। ਸਰਦੀਪ ਜੀ ਨੂੰ ਮੈਂ ਯਾਦ ਕਰਾ ਦੇਵਾਂ, ਪੀ ਚਿਦੰਬਰਮ ਨੇ ਸ਼ਰੇਆਮ ਕਿਹਾ ਹੈਗਾ ਕਿ ਇਹ ਡਿਸੀਜਨ ਸਹੀ ਨਹੀਂ ਹੈਗਾ। ਰਾਹੁਲ ਗਾਂਧੀ ਜੀ ਨੇ ਵੀ ਇਸ ਡਿਸੀਜਨ ਨੂੰ ਨਕਾਰਿਆ ਹੈਗਾ।
ਕਿਹੜਾ ਪ੍ਰੂਵ ਹੈਗਾ ਕਿ ਕਾਂਗਰਸ ਦੇ ਕਿਹੜੇ ਬੰਦੇ ਨੇ ਇਹਨੂੰ ਸਹੀ ਕਿਹਾ, ਮੈਨੂੰ ਮਾੜਾ ਜਿਹਾ ਦੱਸ ਦਿਓ। ਕਿਉਂਕਿ ਮੈਂ ਤਾਂ ਮੇਰੇ ਕੋਲ ਤਾਂ ਜਿੰਨੇ ਵੀ ਬਿਆਨ ਪੜ੍ਹੇ ਆ ਉਹ ਸਾਰੇ ਕਾਂਗਰਸੀਆਂ ਨੇ ਇਹਨਾਂ ਦੇ ਬਿਆਨਾਂ ਨੂੰ ਨਕਾਰਿਆ ਹੈਗਾ, ਔਰ ਨਕਾਰਨ ਦਾ ਕਾਰਨ ਵੀ ਸਾਫ਼-ਸਾਫ਼ ਦਿਖ ਰਿਹਾ ਹੈਗਾ। ਬਾਕੀ ਰਹੇ ਕੇਜਰੀਵਾਲ ਸਾਹਿਬ ਕੋਲ ਜੇ ਕੋਈ ਸਬੂਤ ਹੈ ਕਿ ਮੋਦੀ ਨੇ ਆਪਣੇ ਦੋਸਤਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ, ਉਹ ਪਲੀਜ਼ ਕੋਰਟ ਦੇ ਵਿੱਚ ਜਾਣ ਜਾਂ RTI ਦਾਖਲ ਕਰਨ, ਕੋਈ ਨਾ ਕੋਈ ਸਬੂਤ ਜ਼ਰੂਰ ਪੇਸ਼ ਕਰਨ, ਕਿਉਂਕਿ ਉਹ ਸਰਜੀਕਲ ਸਟ੍ਰਾਈਕ ਦੇ ਤਾਂ ਸਬੂਤ ਮੰਗਦੇ ਆ, ਪਰ ਜਦੋਂ ਆਪਣੀ ਕੋਈ ਗੱਲ ਕਹਿੰਦੇ ਆ ਤਾਂ ਕੋਈ ਸਬੂਤ ਦੇਣ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦੇ। ਇਸ ਕਰਕੇ ਉਹਨਾਂ ਨੂੰ ਆਪਣਾ ਮੂੰਹ ਬੰਦ ਹੀ ਰੱਖਣਾ ਚਾਹੀਦਾ ਜੀ, ਸਬੂਤ ਤੇ ਜ਼ਿਆਦਾ ਹੋਣ ਤਾਂ ਉਦੋਂ ਹੀ ਬੋਲਣਾ ਚਾਹੀਦਾ ਜੀ। ਥੈਂਕ ਯੂ ਵੈਰੀ ਮਚ ਜੀ। ਮੇਰੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਲਾਸਟ 4 ਨੰਬਰ ਆ ਜੀ 2566 2566। ਹੈਲੋ, ਸਤਿ ਸ਼੍ਰੀ ਅਕਾਲ ਕੁਲਬੀਰ। ਸਤਿ ਸ਼੍ਰੀ ਅਕਾਲ ਜੀ। ਆਪਣੇ ਤਾਂ ਬਾਕੀ ਪੈਨਲਿਸਟਾਂ ਨੂੰ, ਸਰਬਜੀਤ ਸਿੰਘ ਨਾਗਰਾ ਬਹੁਤ। ਹਾਂਜੀ ਨਾਗਰਾ ਸਾਹਿਬ। ਤਾਂ ਜਿਹੜਾ ਪਹਿਲਾਂ ਤਾਂ ਇੱਥੇ ਜਿਹੜੇ ਲੋਕ ਆਪਣੇ ਨਾਰਥ ਅਮਰੀਕਾ 'ਚ ਕਰ ਰਹੇ ਆ ਵੀ ਅਸੀਂ ਕਰੰਸੀ ਨੂੰ ਕੀ ਕਰੀਏ ਜਿਹੜੀ ਕੋਲ ਲਿਆਂਦੀ ਉਹ ਆ, ਇਹਦੇ ਬਾਰੇ ਹਜੇ ਮੇਰੇ ਨਾਲ ਮੀਡੀਆ ਨੇ ਲਿਆਂਦਾ ਕਿ ਇਹਦੇ ਅਟੈਂਸ਼ਨ ਵਿੱਚ ਇਹਦੇ ਬਾਰੇ ਕਾਨੂੰਨ ਕੀ ਆ। ਕਾਨੂੰਨ ਇਹ ਹੈ ਵੀ ਜੇ ਵੱਧੋ ਵੱਧ ਤੁਹਾਡੇ ਕੋਲ 2000 ਰੁਪਈਆ ਇੰਡੀਆ ਦੀ ਕਰੰਸੀ ਦਾ ਹੋ ਸਕਦਾ ਜੀ ਹੈ, ਤਾਂ ਇਹ ਵੀ ਤੁਸੀਂ ਕਦ ਮਰਜ਼ੀ ਲੈ ਕੇ ਹੁਣ ਜਿੰਨੇ ਚਿਰ ਡੈਡਲਾਈਨ ਆ ਵੀ ਜੇ ਜਾਣਾ ਆ। ਕਈ ਸੋਚ ਰਹੇ ਆ ਵੀ ਹਾਂ ਅਸੀਂ ਕੋਰੀਅਰ ਸਣੀ ਫੋਰਨ ਕਰੰਸੀ ਇਕੱਠੇ ਕਰਕੇ ਭੇਜ ਦੇਵਾਂਗੇ ਨੋਟ, ਤੇ ਇਹ ਵੀ ਸੋਚਣਾ ਚਾਹੀਦਾ ਇੰਡੀਆ ਦਾ ਕਾਨੂੰਨ ਆ ਬਈ ਕੋਰੀਅਰ ਸਣੀ ਭੇਜੋ, ਕਿਹੜੀ ਚੀਜ਼ ਕੀ ਸਣੀ ਮਰਜ਼ੀ ਭੇਜੋ, ਪਾਸਪੋਰਟ ਨਹੀਂ ਭੇਜ ਸਕਦੇ, ਕਰੰਸੀ ਨਹੀਂ ਭੇਜ ਸਕਦੇ ਬਾਈ ਕੋਰੀਅਰ। ਇਹ ਵੀ ਆਪਣੇ ਲਿਸਟਰਾਂ ਨੂੰ ਬਈ ਦੱਸਣਾ ਚਾਹੀਦਾ ਸਾਰਿਆਂ ਨੂੰ। ਤਾਂ 2000 ਤੋਂ ਉੱਪਰ ਜਿੱਦਾਂ ਮੈਂ ਦੱਸਿਆ ਇੱਕ ਬੰਦਾ ਨਹੀਂ ਦੂਜਾ ਕਰ ਲੈ ਕੇ ਜਾਦਾ। ਜੇ ਤੁਸੀਂ ਸਟੇਟ ਬੈਂਕ ਵਿੱਚ ਇੱਥੇ ਵੀ ਇੰਡੀਆ ਜਾਓਗੇ ਜਾਂ ਜਿੰਨੀਆਂ ICICI ਬੈਂਕ ਆਪ ਖੁੱਲ੍ਹੀਆਂ ਆ ਤਾਂ ਬਈ ਇਹਨਾਂ ਸਾਰਿਆਂ ਨੂੰ ਤੁਹਾਨੂੰ ਰੈਗੂਲੇਸ਼ਨ ਇਹ ਦੱਸਣੀ ਆ ਵੀ 2000 ਤੋਂ ਉੱਪਰ ਤੁਹਾਡੇ ਕੋਲ ਕਰੰਸੀ ਨਹੀਂ ਹੋ ਸਕਦੀ ਜੀ। ਸਾਡੂ ਜਿਹੜਾ ਬਾਕੀ ਮਸਲਾ ਵੀ ਇਹ ਅੱਗੇ ਵੀ ਮੈਂ ਦੱਸਿਆ ਸੀ ਕਿ ਇਹ ਕਰੰਸੀ ਇਹਨਾਂ ਨੂੰ ਜੇ ਨਹੀਂ ਆ ਚੱਕਣੀ ਸੀ ਜਿਹੜੀ ਦੂਸਰੀ ਸੀ, ਇਹਨਾਂ ਨੂੰ ਪਹਿਲਾਂ ਬਈ ਨੋਟ ਬਈ ਜਿਹੜਾ 2000 ਵਾਲਾ ਲਿਆਂਦਾ ਜਾਂਦਾ ਬਈ 1000 ਵਾਲਾ ਬਈ 500 ਵਾਲਾ ਇਹ ਨਵੇਂ ਸ਼ੁਰੂ ਕਰ ਦੇਣੇ ਚਾਹੀਦੇ ਸਰਕੂਲੇਸ਼ਨ ਵਿੱਚ, ਬਈ ਸਾਰੇ ਬੈਂਕਾਂ ਕੋਲ ਸਰਕੂਲੇਟ ਹੋ ਕੇ। ਇਹ ਵੀ ਕਿਹੜਾ ਬਈ ਹਜੇ ਲੋਕਾਂ ਨੂੰ ਪਤਾ ਸੀ ਵੀ ਉਹ ਨੋਟ ਦੂਜੇ ਹੋ ਜਾਣੇ ਆ ਤੇ ਬੰਦ ਹੋ ਜਾਣੇ ਆ। ਪਰ ਹੁੰਦਾ ਕੀ ਹੈ ਜੀ, ਜਦੋਂ ਨਵੇਂ ਨੋਟ ਆਉਂਦੇ ਜਿਹੜੇ ਲੋਕ ਨੋਟ ਇਕੱਠੇ ਕਰਦੇ ਆ, ਹਮੇਸ਼ਾ ਹੀ ਦੇਖਿਆ ਗਿਆ ਕਿ ਜਦੋਂ ਕੋਈ ਨਵਾਂ ਨੋਟ ਆਉਂਦਾ ਸਭ ਤੋਂ ਪਹਿਲਾਂ ਉਹ ਲੋਕ ਬੈਂਕਾਂ ਦੇ ਵਿੱਚ ਇੰਡੀਆ ਵਿੱਚ ਤੁਹਾਨੂੰ ਪਤਾ ਹੀ ਆ ਕਿ ਮੈਨੇਜਰਸ ਨਾਲ ਸਿਫਾਰਸ਼ ਜਵਾਕ ਵੀ ਉਹ ਸਭ ਤੋਂ ਪਹਿਲਾਂ ਜਿਹੜੇ ਵਧੀਆ ਨਵੇਂ ਨੋਟ ਹੁੰਦੇ ਇਹ ਬਲੈਕ ਮਾਰਕੀਟਰਾਂ ਕੋਲ ਹੀ ਜਾ ਕੇ ਘਰਾਂ ਦੇ ਵਿੱਚ ਜੁੜ ਜਾਂਦੇ ਆ ਜੀ। ਹਾਂਜੀ, ਉਹ ਤਾਂ ਮੈਂ ਤੁਹਾਡੇ ਨਾਲ ਐਗਰੀ ਕਰਦਾ ਵੀ ਉਹ ਤਾਂ ਵੀ ਜਿੱਦਾਂ ਆਪਾਂ ਪਿਛਲੇ ਵੀਕ ਵੀ ਮੈਂ ਜਦ ਫੋਨ ਕੀਤਾ ਸੀ ਮੈਂ ਦੱਸਿਆ ਸੀ ਵੀ ਬੈਂਕਾਂ 'ਚ ਲੋਕ ਕਿਉਂ ਨਹੀਂ ਅਕਾਊਂਟ ਖੁਲਾਉਣੇ ਚਾਹੁੰਦੇ, ਜਿਹੜੇ ਵੀ ਜਿਹਨਾਂ ਕੋਲ ਹੈ ਥੋੜੇ ਬਹੁਤੇ ਪੈਸੇ ਆ ਉਹ ਇਸੇ ਗੱਲੋਂ ਨਹੀਂ ਖੁਲਾਉਣਾ ਚਾਹੁੰਦੇ ਵੀ ਬੈਂਕ ਵਿੱਚ 2 ਘੰਟੇ ਬੰਦੇ ਦੇ ਲੱਗ ਜਾਂਦੇ ਆ। ਇਹ ਇੱਕ ਜਾਣੇ ਨੂੰ ਕਿਹਾ ਸੀ ਹਾਂ ਨਹੀਂ ਅੱਜ ਕੱਲ੍ਹ ਹੈ ਨੀਗਾ, ਉਹ ਬਿਲਕੁਲ ਹੈ ਵਿੱਚ ਲੱਗਦਾ। ਜਿਹੜਾ ਹੁਣ ਮੇਰਾ ਕੋਈ ਸਪਾਰਕ ਮੈਂ ਬੈਂਕ ਮੈਨੇਜਰ ਕੋਲ ਜਾ ਵੜਨਾ ਬਈ ਉਹਨੂੰ ਪਤਾ ਵੀ ਇਹ ਹੈ ਸਾਮੀ ਆ ਮੇਰੀ ਚਾਹ ਦਾ ਕੱਪ ਵੀ ਮੈਨੂੰ ਪੀਣ ਨੂੰ ਮਿਲਣਾ, ਮੇਰਾ ਕੈਸ਼ ਵੀ ਉੱਤੇ ਆ ਜਾਣਾ, ਸਾਰਾ ਕੁਝ ਉੱਤੇ ਬੰਦੇ ਦਾ ਹੋ ਜਾਂਦਾ। ਜਿਹੜਾ ਦੂਸਰਾ ਬੰਦਾ ਉਹਨੂੰ ਕਮਾਉਂਦੇ ਹੀ ਰਹਿੰਦੇ ਆ ਬਈ ਇਹ ਕਹਿੰਦੇ ਪੇਂਡੂਆਂ ਬੈਂਕਾਂ ਦੇ ਪਿੰਡ ਦੇ ਬੈਂਕਾਂ ਨਹੀਂ, ਮੈਂ ਜਲੰਧਰ ਤੇ ਚੰਡੀਗੜ੍ਹ ਦੀ ਗੱਲ ਕਰ ਰਿਹਾ ਅਸੀਂ ਉੱਦਣ ਦੀ। ਮੇਰਾ ਇਹੀ ਕਹਿਣ ਦਾ ਮਤਲਬ ਹੈ ਵੀ ਪਰ ਜਾਂ ਬੈਂਕਾਂ ਕੋਲ ਇਹਨਾਂ ਨੂੰ ਲਿਆ ਕੇ ਵੀ ਰੱਖਣਾ ਸਹੀ ਗੁਪਤ ਤੇ ਘੱਟੋ ਇਹ ਨਹੀਂ ਸਿਰਫ 3-4 ਬੰਦਿਆਂ ਨੇ ਰੱਖਣੀ ਸੀ ਇਹ ਗੱਲ ਗੁਪਤ, ਬਾਕੀਆਂ ਨੂੰ ਕਿਉਂ ਨਹੀਂ ਦੱਸਿਆ। ਸੋ ਮੇਰਾ ਤਾਂ ਇਹ ਕਹਿਣਾ ਵੀ ਅੱਧੇ ਕਈਆਂ ਲੋਕਾਂ ਦੇ ਅਕਾਊਂਟ ਖੋਲ੍ਹ ਹੀ ਨਹੀਂ ਰਹੇ, ਜਿਹੜੇ ਵੀ ਕਹਿੰਦੇ ਮੋਦੀ ਦੀ ਸਕੀਮ ਉਹ ਖਤਮ ਹੋ ਗਈ ਉਹ ਆ, ਕਹਿੰਦੇ ਤੁਹਾਡੇ ਖਾਤੇ 'ਚ ਜੇ ਅਕਾਊਂਟ ਖੋਲ੍ਹਣਾ ਘੱਟੋ ਘੱਟ ਕੋਈ ਬੈਂਕ ਕਹਿੰਦਾ 5000 ਹੋਣਾ ਚਾਹੀਦਾ, ਕੋਈ ਕਹਿੰਦਾ 1000 ਹੋਣਾ ਚਾਹੀਦਾ ਘੱਟੋ ਘੱਟ ਬੈਂਕ 'ਚ ਜਮ੍ਹਾਂ ਰਹੇ। ਦੱਸੋ ਜਿਹੜਾ ਗਰੀਬ ਆਦਮੀ ਆ ਉਹ 1000 ਕਿੱਦਾਂ ਬੈਂਕ ਵਿੱਚ ਜਮ੍ਹਾਂ ਕਰ ਸਕਦਾ ਹੈ ਜੇ ਅਕਾਊਂਟ ਖੋਲ੍ਹ ਕੇ ਰੱਖਣਾ। ਜੀ
ਜੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤਾਂ ਜੀ ਇਹ ਬੈਂਕਿੰਗ ਦੇ ਨਾਲ ਆਉਂਦੀਆਂ ਨੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਨਾਗਰਾ ਸਾਹਿਬ ਨੇ ਜਿਹੜੀ ਇੱਕ ਆਪਣੇ ਨਾਰਥ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਲੋਕ ਇੰਡੀਅਨ ਕੈਸ਼ ਲੈ ਕੇ ਬੈਠੇ ਸੀ ਉਹਨਾਂ ਦੀ ਸਮੱਸਿਆ ਦੀ ਗੱਲ ਕੀਤੀ ਹੈ। ਮੈਂ ਵੀ ਜਦੋਂ ਪਿਛਲੇ 2-3 ਦਿਨਾਂ ਦੇ ਵਿੱਚੋਂ ਬਾਹਰ ਵਿਚਰ ਰਿਹਾ ਸੀਗਾ ਤਾਂ ਲੋਕਾਂ ਨਾਲ ਗੱਲ ਹੋ ਰਹੀ ਸੀ ਤਾਂ ਕਾਫੀ ਲੋਕ ਇੱਥੇ ਵੀ ਪਰੇਸ਼ਾਨ ਨੇ। ਮੈਂ ਆਪਣੇ ਭਾਰਤ ਤੋਂ ਜੁੜੇ ਹੋਏ ਪੈਨਲਿਸਟਾਂ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਲੋਕਾਂ ਦੀ ਉਹ ਆਦਤ ਜਿਹੜੀ ਭਾਰਤ ਵਿੱਚ ਸੀ, ਪੰਜਾਬ ਵਿੱਚ ਸੀ, ਉਹ ਇੱਥੇ ਵੀ ਬਰਕਰਾਰ ਆ। ਇੱਥੇ ਵੀ ਸਾਡੇ ਲੋਕਾਂ ਨੇ ਬਹੁਤ ਇੰਡੀਅਨ ਕੈਸ਼ ਲਿਆ ਰੱਖਿਆ ਹੋਇਆ। ਮੈਂ ਇੱਦਾਂ ਦੀਆਂ ਗੱਲਾਂ ਵੀ ਸੁਣੀਆਂ ਕਿ ਬਜ਼ੁਰਗਾਂ ਨੇ ਉੱਥੋਂ ਲਿਆ ਕੇ ਲੱਖਾਂ ਰੁਪਈਆ ਆਪਣਾ ਇੱਥੇ ਜੋੜਿਆ ਹੋਇਆ ਹੌਲੀ ਹੌਲੀ, ਜਿਹੜੇ ਕਿ ਹੁਣ ਇੱਥੇ ਕਾਫੀ ਪਰੇਸ਼ਾਨ ਨੇ। ਜਿਸ ਤਰੀਕੇ ਨਾਲ ਨਾਗਰਾ ਸਾਹਿਬ ਨੇ ਦੱਸਿਆ ਕਿ ਇੱਥੇ ਇੱਕ ਲਿਮਟ ਆ ਪੈਸੇ ਚੇਂਜ ਕਰਾਉਣ ਦੀ ਜਾਂ ਐਕਸਚੇਂਜ ਕਰਾਉਣ ਦੀ, ਉਸ ਤੋਂ ਬਾਅਦ ਇੱਥੇ ਵੀ ਲੋਕੀ ਆਪਣਾ ਜਿਹੜਾ ਇੰਡੀਅਨ ਕੈਸ਼ ਹੈਗਾ ਉਹਨੂੰ ਕਨਵਰਟ ਕਰਾਉਣ ਵਾਸਤੇ ਹੱਥ ਪੈਰ ਮਾਰ ਰਹੇ ਨੇ। ਇਹ ਵੀ ਪਤਾ ਲੱਗਿਆ ਕਿ ਕੁਛ ਇੱਕ ਜੁਐਲਰਸ ਜਿਹੜੇ ਹੈਗੇ ਨੇ ਉਹ ਕੈਸ਼ ਜਿਹੜਾ ਹੈਗਾ ਇੰਡੀਅਨ ਕੈਸ਼ ਐਕਸੈਪਟ ਕਰ ਰਹੇ ਨੇ ਸੋਨੇ ਦੇ ਬਦਲੇ 'ਚ। ਪਤਾ ਨਹੀਂ ਕਿੰਨਾ ਕੁ ਵਾਜਿਬ ਹੈ ਜਾਂ ਪਤਾ ਨਹੀਂ ਕਿੰਨਾ ਕੁ ਸੱਚਾਈ ਹੈ ਇਹਦੇ ਵਿੱਚ, ਪਰ ਹਿਊਮਰਸ ਇਸ ਗੱਲ ਦੇ ਜ਼ਰੂਰ ਉੱਡ ਰਹੇ ਨੇ ਕਿਉਂਕਿ ਆਪਣੇ ਲੋਕਾਂ ਦੇ ਕੋਲ ਇੱਥੇ ਵੀ ਭਾਰਤੀ ਕੈਸ਼ ਜਿਹੜਾ ਰੁਪਈਏ ਹੈਗੇ ਆ ਉਹ ਬਹੁਤ ਸਾਂਭੇ ਹੋਏ ਨੇ ਜੀ। ਸੀਪੀ ਸਿੰਘ ਜੀ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਜੇ ਮੇਰੀ ਆਵਾਜ਼ ਆ ਰਹੀ ਹੋਵੇ ਤਾਂ ਮੈਂ ਆਪਣੀ ਗੱਲ ਕਰ ਸਕਾਂਗਾ ਜੀ? ਹਾਂਜੀ 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 ਹਾਂਜੀ। ਦੇਖੋ ਕਾਲਰ ਨੇ ਆਪਣੀ ਗੱਲ ਕੀਤੀ, ਉਹਨਾਂ ਨੇ ਮੇਰੀ ਗੱਲ ਨੂੰ ਸ਼ਾਇਦ ਸਹੀ ਤਰ੍ਹਾਂ ਦੇ ਨਾਲ ਫੋਲੋ ਨਹੀਂ ਕੀਤਾ। ਮੈਂ ਇੱਕੋ ਗੱਲ ਕੀਤੀ ਸੀ ਕਿ ਮਮਤਾ ਬੈਨਰਜੀ ਸਿਧਾਂਤਕ ਵਿਰੋਧ ਕਰ ਰਹੇ ਨੇ ਜੀ। ਕਾਂਗਰਸ ਸਿਧਾਂਤਕ ਵਿਰੋਧ ਨਹੀਂ ਕਰ ਰਹੀ। ਕਾਂਗਰਸ ਜਿਹੜਾ ਪੈਨਿਕ ਕ੍ਰੀਏਟ ਹੋ ਗਿਆ ਉਹਦੇ ਵਿੱਚ ਜਿਹੜੀਆਂ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਉਹਨਾਂ ਦਿੱਕਤਾਂ ਦੇ ਹਵਾਲੇ ਨਾਲ ਇਸ ਫੈਸਲੇ ਉੱਤੇ ਸਵਾਲ ਜ਼ਰੂਰ ਉਠਾ ਰਹੀ। ਸਿਧਾਂਤਕ ਵਿਰੋਧ ਨੂੰ ਤੇ ਸਵਾਲ ਉਠਾਏ ਜਾਣ ਨੂੰ ਇੱਕੋ ਤਰ੍ਹਾਂ ਦਾ ਵਿਰੋਧ ਨਹੀਂ ਮੰਨਿਆ ਜਾਣਾ ਚਾਹੀਦਾ। ਮੈਂ ਸਿਰਫ ਇੰਨੀ ਗੱਲ ਕੀਤੀ ਸੀ ਕਿ ਸਿਧਾਂਤਕ ਵਿਰੋਧ ਵਾਲੇ ਨੂੰ ਬਖਸ਼ ਕੇ ਮੋਦੀ ਸਾਹਿਬ ਕਾਂਗਰਸ ਨੂੰ ਜੇ ਅਟੈਕ ਕਰ ਰਹੇ ਨੇ ਤੇ ਉਹ ਉਸ ਭਵਿੱਖ ਤੋਂ ਡਰਦੇ ਨੇ ਜਿਹੜਾ ਮਮਤਾ ਤੋਂ ਉਹਨਾਂ ਨੂੰ ਖਤਰਾ ਨਹੀਂ ਹੈ, ਜਿਹੜਾ ਅਰਵਿੰਦ ਕੇਜਰੀਵਾਲ ਤੋਂ ਉਹਨਾਂ ਨੂੰ ਖਤਰਾ ਨਹੀਂ ਹੈ, ਉਹਨਾਂ ਨੂੰ ਕਾਂਗਰਸ ਤੋਂ ਸ਼ਾਇਦ ਖਤਰਾ। ਮੈਂ ਕੋਈ ਕਾਂਗਰਸ ਦੀ ਸਪੋਰਟ ਦੇ ਪੱਖ ਤੋਂ ਗੱਲ ਨਹੀਂ ਕੀਤੀ। ਪਹਿਲੀ ਗੱਲ ਤਾਂ ਮੇਰੀ ਇੱਥੇ ਜਿਹੜੀ ਸਮਝ ਲੈਣੀ ਚਾਹੀਦੀ ਹੈ। ਦੂਜੀ ਗੱਲ ਜਿਹੜੀ ਕਹਿਣ ਵਾਲੀ ਹੈਗੀ ਕਿ ਇਹ ਫੈਸਲੇ ਦੀ ਅਨਾਉਂਸਮੈਂਟ ਅਚਨਚੇਤ ਹੋਈ ਹੈ, ਪਰ ਅਸੀਂ ਇਹ ਨਾ ਕਹੀਏ ਕਿ ਇਹ ਫੈਸਲਾ ਕੋਈ ਅਚਾਨਕ ਆ ਗਿਆ। ਇਸ ਫੈਸਲੇ ਦੀ ਤਿਆਰੀ ਕਾਫੀ ਲੰਬੇ ਸਮੇਂ ਤੋਂ ਚੱਲ 10 ਮਹੀਨਿਆਂ ਤੋਂ ਮੋਦੀ ਸਾਹਿਬ ਨੇ ਅਨਾਉਂਸ ਕੀਤਾ ਕਿ 10 ਮਹੀਨਿਆਂ ਤੋਂ ਅਸੀਂ ਵਰਕ ਕਰ ਰਹੇ ਸੀ ਇਹਦੇ ਤੇ। ਹਾਂ ਦੇਖੋ ਜਿਹੜੇ ਬੈਂਕ ਅਕਾਊਂਟ ਵੀ ਖੁਲਵਾਏ ਗਏ ਉਹ ਇਹਦਾ ਇੱਕ ਪ੍ਰਕਿਰਿਆ ਵਾ, ਪਰ ਅਗਲੀ ਸਮੱਸਿਆ ਜਿਹੜੀ ਉਹਨਾਂ ਨੇ ਖੁਦ ਨੋਟ ਕੀਤੀ, ਤਾਂ ਤੁਸੀਂ ਨੋਟ ਕੀਤਾ ਹੋਵੇਗਾ ਬਹੁਤ ਸਾਰੇ ਲੋਕਾਂ ਦੇ ਪੈਸੇ ਜਿੱਥੇ ਅਕਾਊਂਟ ਖੁਲਵਾਏ ਗਏ ਉਹ ਅਕਾਊਂਟ ਜਾਮ ਨਾ ਹੋ ਜਾਣ। ਇਸ ਗੱਲ ਨੂੰ ਵੀ ਸਰਕਾਰ ਨੇ ਪਿਛਲੇ ਦਿਨੀ ਤੈਅ ਕੀਤਾ ਕਿ ਕੁਝ ਲੋਕਾਂ ਦੇ ਖਾਤੇ ਦੇ ਵਿੱਚ ਆਪਣੇ ਕੋਲੋਂ 1 ਰੁਪਈਆ ਜਮ੍ਹਾਂ ਕਰਵਾਇਆ ਤਾਂ ਕਿ ਉਹਨਾਂ ਦਾ ਅਕਾਊਂਟ ਚੱਲਦਾ ਰਹਿ ਸਕੇ। ਪਰ ਸਵਾਲ ਫਿਰ ਉਹੀ ਪੈਦਾ ਹੁੰਦਾ ਕਿ ਜਿਹੜੇ ਲੋਕਾਂ ਦਾ ਖਾਤਾ ਜਾਮ ਹੋਣ ਦੀ ਪੋਜੀਸ਼ਨ ਨੂੰ ਪਹੁੰਚ ਗਿਆ ਸੀ ਉਹ ਸੰਕਟ ਦੀ ਪੋਜੀਸ਼ਨ ਦੇ ਵਿੱਚ ਇਸ ਹਾਲਾਤ ਦੇ ਵਿੱਚ ਮੁਕਾਬਲਾ ਕਿਵੇਂ ਕਰ ਸਕਦੇ ਸੀ। ਇਹਦਾ ਅਰਥ ਅਸਲ ਦੇ ਵਿੱਚ ਇਹ ਹੈ ਕਿ ਸਰਕਾਰ ਜਿਹੜੇ ਦੇਸ਼ ਨੂੰ ਚਲਾਉਣ ਦਾ ਯਤਨ ਕਰ ਰਹੀ ਹੈ ਉਸ ਦੇਸ਼ ਦੇ ਅੰਦਰ ਅਸਮਾਨਤਾ ਦਾ ਲੈਵਲ ਹੀ ਇੱਕ ਲੈਵਲ ਦਾ ਹੈ। ਇੱਕ ਪਾਸੇ ਜ਼ਮੀਨ ਅਸਮਾਨ ਦਾ ਫਰਕ ਹੈ ਔਰ ਜ਼ਮੀਨ ਅਸਮਾਨ ਦੇ ਫਰਕ ਵਾਲੇ ਦੇਸ਼ ਦੇ ਵਿੱਚ ਏਦਾਂ ਦੀ ਸਮੱਸਿਆ ਕਿਉਂ ਨਹੀਂ ਆਏਗੀ। ਸਵਾਲ ਤਾਂ ਅਗਲਾ ਇਹ ਹੈ ਕਿ ਕੀ ਅਸੀਂ ਏਦਾਂ ਦਾ ਕੋਈ ਨਿਜ਼ਾਮ ਖੜਾ ਕਰ ਸਕਦੇ ਹਾਂ ਜਿਹਦੇ ਵਿੱਚ ਬੇਸ਼ੱਕ ਥੋੜਾ ਬਹੁਤਾ ਫਰਕ ਹੋਵੇ ਵੀ ਜੋ ਜ਼ਮੀਨ ਅਸਮਾਨ ਦਾ ਫਰਕ ਨਾ ਹੋਵੇ। ਇੱਕ ਪਾਸੇ ਉਹ ਲੋਕ ਨਾ ਹੋਣ ਜਿਨ੍ਹਾਂ ਕੋਲੇ ਅੰਬਾਰ ਲੱਗੇ ਹੋਣ, ਉਹਨਾਂ ਨੂੰ ਅੱਜ ਤਕਲੀਫ ਹੋ ਰਹੀ ਹੋਵੇ ਕਿ ਉਹ ਆਪਣੇ ਪੈਸੇ ਨੂੰ ਕਿੱਥੇ ਜਾ ਕੇ ਫੂਕਣ, ਕਿੱਥੇ ਜਾ ਕੇ ਰੋੜਨ, ਤੇ ਦੂਜੇ ਪਾਸੇ ਉਹ ਲੋਕ ਹੋਣ ਜਿਨ੍ਹਾਂ ਦੇ ਕੋਲੇ ਆਪਣੇ ਖਾਤੇ ਨੂੰ ਚੱਲਦਾ ਰੱਖਣ ਦੀ ਪੋਜੀਸ਼ਨ ਵੀ ਨਾ ਹੋਵੇ। ਮੈਂ ਦੋ ਤਰੀਕੇ ਦੇ ਨਾਲ ਇਹਨੂੰ ਲੈਣਾ ਚਾਹਾਂਗਾ। ਇੱਕ ਪੱਖ ਤਾਂ ਇਹ ਹੈ ਕਿ ਉਹਨਾਂ ਕੋਲ ਸ਼ਾਇਦ ਸੱਚਮੁੱਚ ਪੈਸੇ ਨਹੀਂ ਕਿ ਜਮ੍ਹਾਂ ਕਰਵਾ ਸਕਣ। ਦੂਜਾ ਪੱਖ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਲੋਕ ਹਾਲੇ ਆਪਣੀਆਂ ਜੀਵਨ ਹਾਲਤਾਂ ਉਸ ਤਰੀਕੇ ਦੇ ਨਾਲ ਜੀ ਰਹੇ ਨੇ ਜਿਨ੍ਹਾਂ ਦੇ ਵਿੱਚ ਬੈਂਕਿੰਗ ਖਾਤਾ ਕਿੰਨਾ ਮਹੱਤਵਪੂਰਨ ਹੈ ਸ਼ਾਇਦ ਉਹਨਾਂ ਨੂੰ ਇਹਦਾ ਅਹਿਸਾਸ ਵੀ ਨਹੀਂ। ਉਹ ਉਂਝ ਪੈਸੇ ਆਪਣੇ ਟਰੰਕੀ ਦੇ ਵਿੱਚ ਸਾਂਭ ਕੇ ਰੱਖ ਲੈਣ, ਹੋਰ ਕਿਤੇ ਰੱਖ ਲੈਣ, ਉਹ ਤਾਂ ਉਹਨਾਂ ਕੋਲੇ ਜੋੜਨ ਦੀ ਪ੍ਰਕਿਰਿਆ ਹੈ ਪਰ ਬੈਂਕਾਂ ਵਾਲੀ ਪੋਜੀਸ਼ਨ ਨਹੀਂ ਹੈ। ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਪਏਗਾ। ਇਹ ਕੋਈ ਰਾਤੋਂ ਰਾਤ ਦੂਰ ਹੋਣ ਵਾਲੀਆਂ ਨਹੀਂ। ਮੋਦੀ ਆ ਜਾਏ ਜਾਂ ਕੱਲ ਨੂੰ ਕੋਈ ਆ ਜਾਏ, ਈਵਨ ਲੋਕਤੰਤਰੀ ਤਰੀਕੇ ਨਾਲ ਮੈਨੂੰ ਲੱਗਦਾ ਜੇ ਕਮਿਊਨਿਸਟ ਵੀ ਆ ਜਾਣ ਤਾਂ ਸ਼ਾਇਦ ਉਹ ਰਾਤੋਂ ਰਾਤ ਏਦਾਂ ਦੇ ਮੁੱਦੇ ਨੂੰ ਹੱਲ ਨਾ ਕਰ ਸਕਣ ਜਿਹੜੇ ਵੈਸੇ ਅਸਮਾਨਤਾ ਨੂੰ ਖਤਮ ਕਰਕੇ ਬਰਾਬਰੀ ਦੀ ਗੱਲ ਕਰਦੇ ਨੇ। ਇੱਕ ਗੱਲ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਕੀਤੀ ਸੀ ਮੈਂ ਉਹਨੂੰ ਫਿਰ ਦੁਬਾਰਾ ਕੰਟੀਨਿਊ ਕਰਦੇ ਹੋਏ ਤੁਹਾਡੇ ਨਾਲ ਆਪਣੀ ਗੱਲ ਰੱਖਣੀ ਚਾਹਾਂਗਾ ਕਿ ਜਦੋਂ ਸਾਡੀ ਕੁੱਲ ਇਕੋਨਮੀ ਨੂੰ ਚਲਾਉਣ ਵਾਲੀ ਕਰੰਸੀ 'ਚ ਸਾਡੇ ਕੋਲ ਇਹ ਕਰੰਸੀ ਹੀ ਬਚੀ
14 ਜਾਂ 15% ਤੇ ਉਹਨੇ ਸੰਕਟ ਆਪਣੇ ਆਪ ਦੇ ਵਿੱਚ ਪੈਦਾ ਕਰ ਹੀ ਦੇਣਾ ਸੀ। ਪਰ ਕੋਈ ਜਦੋਂ ਅਸੀਂ ਉਹਦੇ ਵਿੱਚ ਵੇਖਣ ਦਾ ਯਤਨ ਕਰਦੇ ਹਾਂ, ਜਦੋਂ ਅਸੀਂ ਸਪੋਰਟ ਕਰਨ ਦੀ ਗੱਲ ਕਰਦੇ ਹਾਂ, ਸਾਡੀ ਸਪੋਰਟ ਕਰਨ ਦਾ ਆਧਾਰ ਬੜਾ ਉਸ ਤਰੀਕੇ ਦਾ ਹੀ ਹੈ ਜਿਵੇਂ ਬਾਦਲ ਸਾਹਿਬ ਨੇ 250 ਦੀ ਪੈਨਸ਼ਨ ਨੂੰ ਦੁੱਗਣਾ ਕਰਕੇ 500 ਕਰ ਦਿੱਤਾ ਬਜ਼ੁਰਗਾਂ ਦੀ, ਤੇ ਅਸੀਂ ਪ੍ਰਚਾਰ ਕਰ ਦਿੱਤਾ ਕਿ ਦੁੱਗਣੀ ਹੋ ਗਈ, ਪਰ ਅਸੀਂ ਸੋਚਿਆ ਕਦੇ ਨਹੀਂ ਕਿ ਦੁੱਗਣੀ ਹੋ ਕੇ ਲੋਕਾਂ ਨੂੰ ਮਿਲਿਆ ਕਿ 2000 ਨੂੰ ਵਧਾ ਕੇ ਜੇ 2500 ਕਰ ਦਿੱਤਾ ਤੇ ਅਸੀਂ ਬੜੀ ਐਲਾਨ ਕਰ ਦਿੱਤਾ, ਸਰਕਾਰ ਬੜੇ ਯਤਨ ਕਰ ਰਹੀ, ਉਹਨਾਂ ਨੇ ਰਾਸ਼ੀ ਵਧਾ ਦਿੱਤੀ। ਅਸੀਂ ਇਹ ਵੀ ਤਾਂ ਸੋਚੀਏ ਨਾ ਕਿ ਉਹ ਰਾਸ਼ੀ ਜਿੰਨੀ ਵਧੀ ਆ ਕਿ ਉਸ ਰਾਸ਼ੀ ਦੇ ਨਾਲ ਮਸਲਾ ਹੱਲ ਹੋ ਸਕਦਾ। ਅਗਲੀ ਗੱਲ 31 ਮਾਰਚ ਪਹਿਲਾਂ ਤਾਂ 31 ਦਸੰਬਰ ਤੱਕ ਲੋਕਾਂ ਦੀ ਸਮੱਸਿਆ ਇਸ ਪ੍ਰਕਿਰਿਆ ਨੇ ਇਹਦਾ ਇੱਕ ਪੜਾਅ ਪੂਰਾ ਹੋਣਾ, ਇਹਦਾ ਅਗਲਾ ਪੜਾਅ ਜਾ ਕੇ 31 ਮਾਰਚ ਨੂੰ ਕੰਪਲੀਟ ਹੋਣਾ। ਜਿੰਨੀ ਦੇਰ ਤੱਕ 31 ਮਾਰਚ ਤੱਕ ਸਰਕਾਰ ਕੋਲੇ ਇਹ ਅੰਕੜੇ ਨਹੀਂ ਆ ਜਾਂਦੇ ਕਿ ਕਿੰਨੇ ਨੋਟ ਨੇ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਆ ਗਏ ਨੇ ਤੇ ਉਹਨਾਂ ਨੋਟਾਂ ਦੇ ਆਧਾਰ ਦੇ ਉੱਤੇ ਉਹ ਨਵੀਂ ਕਰੰਸੀ ਛਾਪ ਦਿੰਦੇ ਨੇ, ਔਰ ਕਿੰਨੇ ਨੋਟ ਨੇ ਜਿਹੜੇ ਹੁਣ ਇਕਨੋਮੀ ਦੇ ਵਿੱਚੋਂ ਬਾਹਰ ਚਲੇ ਗਏ ਨੇ, ਉਹਨਾਂ ਨੋਟਾਂ ਦੇ ਬਰਾਬਰ ਜਿਹੜੇ ਅਸੀਂ ਨੋਟ ਛਾਪਣੇ ਨੇ ਉਹ ਨੋਟ ਕਿਹੜੇ ਹੋਣਗੇ। ਆਖਿਰਕਾਰ ਨੋਟ ਛਾਪਣ ਤੋਂ ਪਹਿਲਾਂ ਤੁਹਾਨੂੰ ਇਹ ਤਾਂ ਤੈਅ ਕਰਨਾ ਪਏਗਾ ਨਾ ਕਿ ਜਿਹੜੇ ਮਾਰਕੀਟ 'ਚ ਤੁਸੀਂ ਨੋਟ ਭੇਜੇ ਹੋਏ ਸੀ ਉਹ ਵਾਪਸ ਆਏ ਕਿ ਨਹੀਂ ਆਏ। ਜਿੰਨੀ ਦੇਰ ਤੱਕ ਸਰਕਾਰ ਰਿਜ਼ਰਵ ਬੈਂਕ ਇਹ ਤੈਅ ਨਹੀਂ ਕਰ ਲੈਂਦੀ ਕਿ ਉਹਦੇ ਕੋਲੇ ਲੋਕਾਂ ਦੇ ਕੋਲੋਂ ਨਿਕਲ ਕੇ 1000 ਤੇ 500 ਦੇ ਨੋਟ ਕਿੰਨੇ ਪਹੁੰਚੇ ਨੇ, ਉਨੀ ਦੇਰ ਤੱਕ ਨਵੇਂ ਨੋਟ ਛਾਪੇ ਹੀ ਨਹੀਂ ਜਾ ਸਕਦੇ ਤੇ ਉਨੀ ਦੇਰ ਤੱਕ ਜਿਹੜੇ ਛੋਟੇ ਪੈਸੇ ਨਾਲ ਕੰਮ ਚਲਾਉਣਾ ਪੈਣਾ ਉਹ ਤੁਹਾਡੇ ਲਈ ਦਿੱਕਤ ਹੈ। ਦੂਸਰੀ ਦਿੱਕਤ ਇਹ ਇਸ ਕਰਕੇ ਵੀ ਪੈਦਾ ਹੋਊਗੀ, ਲੋਕਾਂ ਕੋਲੇ 500 ਜਾਂ 1000 ਦੇ ਵੀ ਨੋਟ ਕਿਉਂ ਨੇ, ਕਿਉਂਕਿ ਸਾਡੀ ਮਹਿੰਗਾਈ ਦਾ ਲੈਵਲ ਇਸ ਪੱਧਰ ਉੱਤੇ ਜਾ ਚੁੱਕਾ ਕਿ 100 ਦੇ ਨੋਟ ਦੀ ਤੇ ਕੋਈ ਕੀਮਤ ਨਹੀਂ। ਲੋਕਾਂ ਨੇ ਤਾਂ ਇੱਕ ਤਰ੍ਹਾਂ ਨਾਲ ਇਹ ਚੁਟਕਲਾ ਬਣਾ ਲਿਆ ਕਿ 100 ਦੇ ਨੋਟ ਦੀ ਹੁਣ ਇੰਨੀ ਕੀਮਤ ਵੱਧ ਗਈ ਹੈ ਕਿ ਜਿਵੇਂ ਕਿਸੇ ਨਲਾਇਕ ਬੱਚੇ ਨੂੰ ਸਰਕਾਰੀ ਨੌਕਰੀ ਮਿਲ ਗਈ ਹੋਵੇ, ਇੰਨਾ ਉਹ ਪਾਪੂਲਰ ਹੋ ਗਿਆ, ਇੰਨਾ ਉਹਨੂੰ ਮਾਣ ਸਤਿਕਾਰ ਮਿਲਣ ਲੱਗ ਗਿਆ। ਅਸਲ ਵਿੱਚ ਸਮੱਸਿਆ ਇਹ ਹੈ ਕਿ ਤੁਹਾਡੇ ਕੋਲੇ ਮਹਿੰਗਾਈ ਦੇ ਲੈਵਲ ਦੇ ਉੱਤੇ ਤੁਸੀਂ ਮੰਡੀ 'ਚ ਸਬਜ਼ੀ ਲੈਣ ਵੀ ਜਾਓ, ਤੁਹਾਨੂੰ ਛੋਟੀ ਕਰੰਸੀ ਨਾਲ ਤੁਹਾਡੇ ਪੱਲੇ ਕੁਝ ਨਹੀਂ ਪੈਣਾ, ਤੁਹਾਨੂੰ ਮਿਨੀਮਮ 500-1000 ਰੁਪਏ ਦੀ ਸਬਜ਼ੀ ਖਰੀਦਣ ਹੀ ਜਾਣਾ ਪਏਗਾ। ਜੇ ਤੁਸੀਂ ਦੁਕਾਨ ਦੇ ਉੱਤੋਂ ਦੁੱਧ ਦਹੀਂ ਪਨੀਰ ਵੀ ਲੈਣ ਜਾਂਦੇ ਹੋ ਤਾਂ 100 ਦਾ ਨੋਟ ਤੁਹਾਡੇ ਕੰਮ ਨਹੀਂ ਆਉਂਦਾ, ਉੱਥੇ ਵੀ ਤੁਹਾਨੂੰ ਇਸ ਤੋਂ ਵੱਡੀ ਕਰੰਸੀ ਦੀ ਜ਼ਰੂਰਤ ਹੈ। ਇਸ ਕਰਕੇ ਜਦੋਂ ਕਰੰਸੀ ਹੀ 14% 15% ਸਾਡੇ ਕੋਲੇ ਅਵੇਲੇਬਲ ਹੈ ਜਿਹਦੇ ਨਾਲ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਚਲਾਉਣੀ, ਤਾਂ ਸੰਕਟ ਜ਼ਰੂਰ ਪੈਦਾ ਹੋਣਾ। ਹਾਲਾਂਕਿ ਦੇਖਣ ਨੂੰ ਤਾਂ ਇਹ ਬਹੁਤ ਆਸਾਨ ਲੱਗਦਾ ਕਿ ਕੋਈ ਗੱਲ ਨਹੀਂ, ਕ੍ਰੈਡਿਟ ਕਾਰਡ ਦੇ ਉੱਤੇ ਖਰੀਦੋ ਫਰੋਖਤ ਕਰ ਲਓ, ਪਰ ਜਿਹੜੇ ਲੋਕ ਉਹ ਨੇ ਜਿਨ੍ਹਾਂ ਬਾਰੇ ਮੈਂ ਕਹਿ ਚੁੱਕਾ, ਜਿਹੜੇ ਆਪਣੇ ਖਾਤੇ ਨੂੰ ਚੱਲਦਾ ਰੱਖ ਕੇ ਵੀ ਸਰਕਾਰ ਨੂੰ 1 ਰੁਪਇਆ ਜਮ੍ਹਾਂ ਕਰਵਾ ਕੇ ਖਾਤੇ ਚਲਾਉਣ ਚੱਲਦੇ ਰੱਖਣੇ ਪੈਂਦੇ, ਉਹਨਾਂ ਲੋਕਾਂ ਦੇ ਉੱਤੇ ਇਹ ਚੀਜ਼ਾਂ ਅਪਲਾਈ ਹੀ ਨਹੀਂ ਹੁੰਦੀਆਂ ਕਿਉਂਕਿ ਉਹ ਜੀਵਨ ਦੀਆਂ ਹੋਰ ਹਾਲਤਾਂ 'ਚ ਜੀ ਰਹੇ ਨੇ ਤੇ ਔਰ ਜਿਹੜੇ ਹੋਰ ਹਾਲਤਾਂ 'ਚ ਜੀ ਰਹੇ ਨੇ ਉਹ ਦੇਸ਼ ਦੀ ਜ਼ਿਆਦਾ ਵੱਡੀ ਆਬਾਦੀ ਹੈ। ਇਸੇ ਕਰਕੇ ਮੋਦੀ ਸਾਹਿਬ ਨੂੰ ਇੱਦਾਂ ਦੇ ਭਾਸ਼ਣ ਕਰਨੇ ਪੈਂਦੇ ਨੇ ਇਮੋਸ਼ਨਲ। ਬੇਸ਼ੱਕ ਤੁਸੀਂ ਮੈਨੂੰ ਅੱਗ ਲਾ ਕੇ ਜਲਾ ਦਿਓ ਪਰ ਮੈਂ ਜਿਹੜੇ 50 ਦਿਨ ਮੈਨੂੰ ਦੇ ਦਿਓ, ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ ਕੋਈ ਐਸਾ ਇਮੋਸ਼ਨਲ ਭਾਸ਼ਣ ਕਰਨਾ ਚਾਹੀਦਾ ਜਿਹਦੇ ਤੋਂ ਇਹ ਕਹਿ ਰਹੇ ਹਨ ਕਿ ਕੁਝ ਲੋਕ ਮੈਨੂੰ ਬਰਬਾਦ ਕਰਨਾ ਚਾਹੁੰਦੇ ਨੇ, ਮੈਂ ਬਰਬਾਦ ਹੋਣ ਲਈ ਤਿਆਰ ਹਾਂ। ਮੈਨੂੰ ਲੱਗਦਾ ਉਹਨਾਂ ਨੂੰ ਇਹ ਭਾਸ਼ਣ ਹੀ ਇਸ ਕਰਕੇ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਕੋਲੇ ਚਾਰਾ ਕੋਈ ਨਹੀਂ ਹੈ। 14% ਨਾਲ ਅਸੀਂ ਕੁਝ ਹਫ਼ਤੇ ਕੁਝ ਮਹੀਨੇ ਦੇਸ਼ ਚਲਾਉਣਾ ਔਰ ਦੇਸ਼ ਨੇ ਬਹੁਤ ਔਖਾ ਹੀ ਚੱਲਣਾ। ਜਿਨ੍ਹਾਂ ਨੂੰ ਕ੍ਰੈਡਿਟ ਕਾਰਡ ATM ਕਾਰਡ ਹੈ ਵੀ ਆ ਜਿਨ੍ਹਾਂ ਕੋਲੇ ਉਹ ਬਹੁਤ ਸੀਮਤ ਲੋਕ ਨੇ। ਅਸੀਂ ਬੇਸ਼ੱਕ ਉਹ ਜਿਹੜੇ ਰੋਜ਼ ਕਹਿੰਦੇ 1 ਕਰੋੜ 1 ਅਰਬ 25 ਕਰੋੜ ਦੀ ਆਬਾਦੀ ਜਿਹਦਾ ਉਹ ਰੋਜ਼ ਹਰ ਬਿਆਨ ਦੇ ਵਿੱਚ ਹਵਾਲਾ ਦਿੰਦੇ ਨੇ, ਉਹ ਇਸ ਗੱਲ ਨੂੰ ਵੀ ਫੀਲ ਕਰਨ ਕਿ ਉੱਪਰਲੇ 25 ਕਰੋੜ ਤੋਂ ਬਾਅਦ ਜਿਹੜਾ 1 ਅਰਬ ਆ ਉਹ ਹੋਰ ਦੁਨੀਆ 'ਚ ਜੀ ਰਿਹਾ। ਭਾਰਤ ਦੋ ਦੇਸ਼ ਨੇ ਭਾਰਤ ਬਹੁਤ ਕਲੀਅਰ ਤੌਰ ਦੇ ਉੱਤੇ। ਇੱਕ ਉਹ ਭਾਰਤ ਆ ਜਿਹੜਾ ਮੋਦੀ ਦੀ ਸਪੋਰਟ ਵੀ ਕਰ ਰਿਹਾ, ਮੋਦੀ ਦਾ ਵਿਰੋਧ ਵੀ ਕਰ ਰਿਹਾ। ਇੱਕ ਉਹ ਭਾਰਤ ਹੈ ਚਾਹੇ ਉਹ ਵਿਰੋਧ ਕਰ ਰਿਹਾ ਚਾਹੇ ਉਹ ਸਪੋਰਟ ਕਰ ਰਿਹਾ, ਉਹ ਤੁਹਾਡੇ ਪੂਰੇ ਸਿਸਟਮ ਦੇ ਵਿੱਚ ਉਸ ਤਰੀਕੇ ਦੇ ਨਾਲ ਚੱਲ ਨਹੀਂ ਰਿਹਾ ਜਾਂ ਉਹਨੂੰ ਹਾਲੇ ਚੱਲਣ ਦੇ ਮੌਕੇ ਨਹੀਂ ਮਿਲੇ। ਕਦੋਂ ਮਿਲਣਗੇ ਉਸ ਇੱਕ ਅਰਬ ਨੂੰ ਵੀ ਇਸ ਕਿਸਮ ਦੇ ਮੌਕੇ ਕਿ ਉਹਨੂੰ ਸਾਡੀਆਂ ਗੱਲਾਂ ਸਮਝ ਆ ਸਕਣ, ਇਹ ਅਜੇ ਬਹੁਤ ਦੂਰ ਦੀਆਂ ਗੱਲਾਂ ਨੇ। ਇਸ ਕਰਕੇ ਸਿਧਾਂਤਕ ਵਿਰੋਧ ਤੇ ਦਿੱਕਤਾਂ ਦੇ ਆਧਾਰ ਦੇ ਉੱਤੇ ਵਿਰੋਧ ਨੂੰ ਇੱਕ ਅਰਥ ਨਾ ਦਿੱਤਾ ਜਾਵੇ ਕਿਉਂਕਿ ਇੱਕ ਗੱਲ ਇੰਨੇ ਮਹੀਨਿਆਂ ਤੋਂ ਇੰਨੇ ਚਿਰ ਤੋਂ ਅਸੀਂ ਬੋਲਦੇ ਆ ਰਹੇ, ਤੁਸੀਂ ਮੇਰੇ ਤੇ ਏਦਾਂ ਦਾ ਇਲਜ਼ਾਮ ਤਾਂ ਲਾ ਨਹੀਂ ਸਕਦੇ ਕਿ ਮੈਂ ਕਾਂਗਰਸ ਨੂੰ ਸਪੋਰਟ ਕਰ ਰਿਹਾ। ਮੈਂ ਤੱਥਾਂ ਦੇ ਆਧਾਰ ਦੇ ਉੱਤੇ ਜਦੋਂ ਮੋਦੀ ਸਾਹਿਬ ਗੱਲਾਂ ਕਰਦੇ ਉਹਨਾਂ ਨੂੰ ਵਿਸ਼ਲੇਸ਼ਣ ਉਹਦਾ ਕਰਨ ਦਾ ਯਤਨ ਕਰਦੇ। ਜੀ CP ਸਿੰਘ ਜੀ, ਆਪਾਂ ਥੋੜਾ ਅੱਗੇ ਵਧਦੇ ਹਾਂ। ਜਿੱਦਾਂ ਹੀ ਅਨਾਉਂਸ ਹੁੰਦਾ ਆ ਜੀ, ਇੱਕ ਗੱਲ ਤਾਂ ਸਮਝ 'ਚ ਆਉਂਦੀ ਆ ਕਿ ਬਹੁਤ ਸਾਰੇ ਲੋਕਾਂ ਨੂੰ, ਜਿਹਨਾਂ ਲੋਕਾਂ ਕੋਲ ਬੈਂਕ ਅਕਾਊਂਟ ਨਹੀਂ ਸੀ ਜਾਂ ਜਿਹੜੇ ਹੈਂਡ ਟੂ ਮਾਊਥ ਸੀ, ਜਿਹੜੇ ਉਨਾ ਹੀ ਕਮਾਉਂਦੇ ਉਨਾ ਹੀ ਖਾਂਦੇ, ਉਹਨਾਂ ਦੇ ਕੋਲ ਵੱਡੇ ਨੋਟ ਸੀ, ਉਹਨਾਂ ਲਈ ਸਮੱਸਿਆ ਹੋ ਸਕਦੀ ਆ। ਪਰ
ਭਾਰਤ ਵਿੱਚ ਆਪਾਂ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਸ਼ਾਇਦ ਕੈਸ਼ ਦੀ ਲੋੜ ਨਹੀਂ ਵੀ ਸੀ ਉਸ ਵੇਲੇ, ਉਹ ਵੀ ਭੱਜ ਕੇ ਬੈਂਕਾਂ ਦੀਆਂ ਲਾਈਨਾਂ ਵਿੱਚ ਚਲੇ ਗਏ ਨੇ। ਤੇ ਜਿਹੜੇ ਨੀਡੀ ਲੋਕ ਸੀ, ਜਿਨ੍ਹਾਂ ਨੂੰ ਜ਼ਰੂਰਤ ਸੀ, ਐਮਰਜੈਂਸੀ ਸੀ, ਉਹ ਲੋਕ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਸਾਡੇ ਕੋਲ 50 ਦਿਨ ਗੌਰਮੈਂਟ ਨੇ ਦਿੱਤੇ ਸੀ, ਸਾਡੇ ਲੋਕ ਵੇਟ ਕਿਉਂ ਨਹੀਂ ਕਰ ਪਾ ਰਹੇ ਉੱਥੇ, ਕਿਉਂ ਨਹੀਂ ਪੇਸ਼ੈਂਸ ਦਿਖਾ ਰਹੇ ਕਿ ਅਗਰ ਅਸੀਂ ਮਨ ਤੋਂ ਮੰਨਦੇ ਹਾਂ ਕਿ ਇਹ ਫੈਸਲਾ ਚੰਗਾ ਕੀਤਾ ਸਰਕਾਰ ਨੇ, ਇਹਦੀ ਸਾਨੂੰ ਲੋੜ ਸੀ, ਤੇ ਅਸੀਂ ਇਸ ਫੈਸਲੇ ਦੇ ਨਾਲ ਚੱਲਣ ਵਾਸਤੇ ਪੇਸ਼ੈਂਸ ਕਿਉਂ ਨਹੀਂ ਦਿਖਾ ਰਹੇ? ਬਿਲਕੁਲ ਕੁਲਬੀਰ ਜੀ, ਦੇਖੋ ਜਦੋਂ ਇਹ ਫੈਸਲਾ ਹੋਇਆ, ਜਦੋਂ ਮੋਦੀ ਸਾਹਿਬ ਇਹ ਆਲ ਨੈਸ਼ਨਲ ਚੈਨਲ ਦੇ ਉੱਪਰ ਦੱਸ ਰਹੇ ਸੀਗੇ, ਪੈਨਿਕ ਉਦੋਂ ਤੋਂ ਕ੍ਰੀਏਟ ਹੋਣਾ ਸ਼ੁਰੂ ਹੋ ਗਿਆ ਸੀਗਾ। ਲੋਕਾਂ ਨੇ ਉਹ ਟਰਮਸ ਔਰ ਰੂਲਸ ਨਹੀਂ ਉਦੋਂ ਤੱਕ ਸੁਣੇ, ਸਿਰਫ ਉਹਨਾਂ ਨੂੰ ਇਹ ਸੁਣਿਆ ਕਿ 500 1000 ਦੇ ਨੋਟ ਬੰਦ। ਸੋ ਕਿਤੇ ਨਾ ਕਿਤੇ ਬਿਲਕੁਲ ਪੈਨਿਕ ਕ੍ਰੀਏਟ ਜ਼ਰੂਰ ਹੋਇਆ। ਜਿਨ੍ਹਾਂ ਨੂੰ ਇਹਦੀ ਜ਼ਰੂਰਤ ਸੀ, ਜਿਨ੍ਹਾਂ ਕੋਲ ਘਰੇ ਕੈਸ਼ ਨਹੀਂ ਵੀ ਸੀਗਾ, ਜਾਂ ਜਿਨ੍ਹਾਂ ਨੂੰ ਡੇਲੀ ਨੀਡਸ ਜਿਹੜੇ ਡੇਲੀ ਕਮਾਉਂਦੇ ਔਰ ਡੇਲੀ ਖਾਂਦੇ ਨੇ, ਉਹਨਾਂ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਜ਼ਿਆਦਾ ਕਰਨਾ ਪਿਆ। ਔਰ ਬਜਾਏ ਇਹਦੇ ਕਿ ਉਹ ਉਸ ਚੀਜ਼ ਨੂੰ ਤਰਜੀਹ ਦਿੰਦੇ ਕਿ ਉਸ ਲੋਕਾਂ ਨੂੰ ਪਹਿਲਾਂ ਕਰ ਦਿੱਤਾ ਜਾਵੇ, ਔਰ ਜਿਨ੍ਹਾਂ ਕੋਲ ਆਲਰੇਡੀ ਘਰਾਂ ਦੇ ਵਿੱਚ ਬਲਕ ਦੇ ਵਿੱਚ ਪੈਸਾ ਪਿਆ ਉਹ ਥੋੜਾ ਡਿਲੇ ਵੀ ਕਰ ਸਕਦੇ ਆ। ਲੇਕਿਨ ਓਵਰਆਲ ਕੁਲਵੀਰ ਜੀ ਕਿਤੇ ਨਾ ਪੈਨਿਕ ਕ੍ਰੀਏਟ ਹੋ ਗਿਆ। ਪੈਨਿਕ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਗਈ, ਬਹੁਤ ਅਵੇਅਰਨੈਸ ਵੀ ਦਿੱਤੀ ਗਈ, ਪੇਪਰਸ ਦੇ ਵਿੱਚ ਵੀ ਬਹੁਤ ਕਲੈਰੀਫਾਈ ਕਰਕੇ ਡਾਟਾ ਦੇ ਫਾਰਮ ਦੇ ਵਿੱਚ ਡੇਟਸ ਦਿੱਤੀਆਂ ਗਈਆਂ ਕਿ ਆਹ ਡੇਟਸ ਹੈ, 50 ਦਿਨ ਹੈਗੇ ਹੈ, 30 ਦਸੰਬਰ ਤੱਕ ਤੁਹਾਡਾ ਟਾਈਮ ਹੈ, ਉਸ ਤੋਂ ਬਾਅਦ 31 ਮਾਰਚ ਤੱਕ ਵੀ ਟਾਈਮ ਹੈ। ਸੋ ਕਿਤੇ ਨਾ ਕਿਤੇ ਇੱਕਦਮ ਪੈਨਿਕ ਕ੍ਰੀਏਟ ਹੋ ਗਿਆ ਸੀ। ਪਰ ਜੇ ਮੈਂ ਕੱਲ ਦੀ ਗੱਲ ਦੇਖਾਂ ਤਾਂ ਕੱਲ ਕਿਤੇ ਨਾ ਕਿਤੇ ਬੈਂਕਾਂ ਦੇ ਵਿੱਚ ਐਕਸਚੇਂਜ ਕਰਨ ਦਾ ਜਿਹੜਾ ਲੋਡ ਸੀਗਾ ਉਹ ਥੋੜਾ ਜਿਹਾ ਘਟਿਆ, ਜ਼ਿਆਦਾ ਨਹੀਂ, ਥੋੜਾ ਜਿਹਾ ਘਟਿਆ। ਲੋਕਾਂ ਨੇ ਆਪਣੇ ਕੋਲ 4000 10000 ਜਮ੍ਹਾਂ ਕਰਕੇ ਰੱਖ ਲਿਆ। ਬਟ ਓਵਰਆਲ ਜੇ ਅਸੀਂ ਦੇਖੀਏ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਿਹੜਾ ਇਹਦਾ ਪੇਨ ਹੈ ਉਹ ਡੇਲੀ ਵੇਜਸ ਵਾਲਿਆਂ ਨੂੰ ਜ਼ਿਆਦਾ ਉਠਾਉਣਾ ਪਿਆ, ਜਿਨ੍ਹਾਂ ਦੀਆਂ ਕਿ 50 100 ਰੁਪਏ ਦਾ ਨੀਡਸ ਪੂਰੀਆਂ ਹੁੰਦੀਆਂ, ਡੇਲੀ ਲੈ ਕੇ ਖਾਣ ਵਾਲੇ ਲੋਕ ਨੇ, ਉਹਨਾਂ ਨੂੰ ਜ਼ਿਆਦਾ ਪੈਨਿਕ ਕ੍ਰੀਏਟ ਹੋਇਆ ਸੀ। ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਸੀ ਕਿ ਅਸੀਂ ਆਪਣੀਆਂ ਡੇਲੀ ਦੀਆਂ ਜਿਹੜੀਆਂ ਨੀਡਸ ਹੈ, ਡੇਲੀ ਦਾ ਖਾਣਾ ਇੱਕ ਟਾਈਮ ਦਾ, ਉਹ ਕਿਵੇਂ ਖਾਵਾਂਗੇ। ਸੋ ਜੇ ਓਵਰਆਲ ਦੇਖੀਏ ਤਾਂ ਕਿਤੇ ਨਾ ਕਿਤੇ ਜਿੱਦਾਂ ਕੋਲ ਬਲਕ ਦੇ ਵਿੱਚ ਅਮਾਉਂਟ ਪਿਆ ਸੀ, ਉਹ ਵੀ ਰਸ਼ ਕਰਕੇ ਬੈਂਕ ਦੇ ਵਿੱਚ ਪਹੁੰਚੇ। ਉਹ ਵੀ ਲੋਕ ਬੈਂਕ ਦੇ ਵਿੱਚ ਦਿਖੇ ਜਿਹੜੇ ਕਿ ਕਦੀ ਬੈਂਕ ਦੀ ਲਾਈਨਾਂ ਦੇ ਵਿੱਚ ਦਿਖੇ ਵੀ ਨਹੀਂ ਸੀ। ਸੋ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਾਇਓਸ ਕ੍ਰੀਏਟ ਹੋ ਗਿਆ। ਕਾਇਓਸ ਕ੍ਰੀਏਟ ਕਰਨ ਦੇ ਉਹਨੂੰ ਹੱਲ ਕਰਨ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਕਾਰਕੁਨ ਵੀ ਲਗਾਏ ਗਏ। ਸੋ ਓਵਰਆਲ ਬਿਲਕੁਲ ਸਹੀ ਹੈ ਕਿ ਜੇ ਇਹ ਪੈਨਿਕ ਕ੍ਰੀਏਟ ਨਾ ਹੁੰਦਾ ਸ਼ਾਇਦ ਇਹ ਸਮੂਥਲੀ ਪ੍ਰੋਸੈਸ ਚੱਲ ਜਾਂਦਾ। ਪਰ ਹਲੇ ਵੀ ਕੁਲਵੀਰ ਜੀ ਇਹ ਥੋੜੇ ਦਿਨ ਹੋਰ ਲੱਗਣਗੇ ਇਸ ਨੂੰ ਸਟ੍ਰੀਮਲਾਈਨ ਹੋਣ ਦੇ ਵਿੱਚ, ਕਿਉਂਕਿ ਕੁਝ ਬ੍ਰਾਂਚਸ ਦੇ ਵਿੱਚ ਮੈਂ ਦੇਖ ਰਿਹਾ ਸੁਣਨ ਨੂੰ ਵੀ ਆਇਆ ਕਿ ਕਰੰਸੀ ਵੀ ਅਵੇਲੇਬਲ ਨਹੀਂ ਹੋ ਪਾਈ, ਡਿਲੇ ਹੋ ਗਈ ਹੈ ਕਰੰਸੀ। ਕਰੰਸੀ ਦੀ ਤਾਂ ਅਸੀਂ ਤੁਹਾਡੇ ਨਾਲ ਮੈਂ ਸਹਿਮਤ ਹਾਂ। ਕਰੰਸੀ ਕੁਝ ਬੈਂਕਾਂ ਤੋਂ ਵੀ ਸੁਣਨੇ ਨੂੰ ਮਿਲਿਆ ਕਿ ਕਿਸੇ ਬੈਂਕ ਨੂੰ 50000 ਦੇ 100 ਦੇ ਨੋਟ ਮਿਲ ਰਹੇ ਨੇ, ਕਿਸੇ ਨੂੰ ਲੱਖ ਦੇ 100 ਦੇ ਨੋਟ ਮਿਲ ਰਹੇ ਨੇ। ਕਰੰਸੀ ਦੀ ਤੇ ਸ਼ਾਰਟੇਜ ਹੈ ਹੀ, ਉਹੀ ਤੇ ਅਸਲ 'ਚ ਸਮੱਸਿਆ। ਪਰ ਮੈਂ ਧਿਆਨ ਦਿਵਾ ਰਿਹਾ ਸੀ ਇਸ ਗੱਲ ਵੱਲ ਕਿ ਸਾਡੇ ਲੋਕ ਵੀ ਬਹੁਤ ਕਾਹਲੀ ਕਰ ਰਹੇ ਨੇ। ਸ਼ਾਇਦ ਉਹ ਤੁਹਾਡੀ ਗੱਲ ਬਿਲਕੁਲ ਸੀ, ਪੈਨਿਕ ਹੋ ਗਏ ਨੇ, ਡਰ ਗਏ ਨੇ ਲੋਕ ਬਹੁਤ ਜ਼ਿਆਦਾ, ਤੇ ਉਹ ਇਮੀਡੀਏਟ ਹਰ ਕੋਈ ਚਾਹੁੰਦਾ ਕਿ ਮੇਰੀ ਕਰੰਸੀ ਜਿਹੜੀ ਆ ਉਹ ਹੁਣੇ ਅੱਜ ਦੇ ਅੱਜ ਹੀ ਚੇਂਜ ਹੋ ਜਾਏ। ਹਾਲਾਂਕਿ ਲੋਕ, ਬਹੁਤ ਸਾਰੇ ਲੋਕ, ਮੇਰਾ ਖਿਆਲ ਹੈ ਜੇ ਜ਼ਿਆਦਾ ਨਹੀਂ ਤਾਂ 25-30% ਲੋਕ ਭਾਰਤ ਵਿੱਚ ਐਸੇ ਹੋਣਗੇ ਜਿਹੜੇ ਵੇਟ ਕਰ ਸਕਦੇ ਸੀ, ਜਿਹੜੇ ਹੋਲਡ ਕਰ ਸਕਦੇ ਸੀ ਕੁਝ ਦਿਨਾਂ ਵਾਸਤੇ। ਕਿਉਂਕਿ ਪਹਿਲਾ ਹਫਤਾ ਅਗਰ ਕੁਝ ਲੋਕ ਹੋਲਡ ਕਰ ਜਾਂਦੇ ਤਾਂ ਸ਼ਾਇਦ ਐਡੀ ਵੱਡੀ ਸਮੱਸਿਆ ਨਾ ਆਉਂਦੀ। ਮੇਰੇ ਨਾਲ ਕਾਲਰ ਜੁੜ ਚੁੱਕੇ ਨੇ ਜੀ, ਲਾਸਟ 4 ਨੰਬਰ ਨੇ 2074। ਹੈਲੋ ਮਹਾਰਾਜ, ਸਤਿ ਸ਼੍ਰੀ ਅਕਾਲ ਜੀ। ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ, ਚੱਕਦੇ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਆਪਣਾ ਸਰ ਨਾਮ ਦੱਸੋਗੇ ਜੀ? ਸਤਿ ਸ਼੍ਰੀ ਅਕਾਲ। ਮੈਂ ਜੀ ਸ਼ਮਸ਼ੇਰ ਸਿੰਘ ਢੱਟ ਬੋਲਦਾ ਜੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ? ਇੱਕ ਮੇਰੇ ਖਿਆਲ ਕੁਝ ਚੰਡੀਗੜ੍ਹ ਦੇ, ਕੁਝ ਜਲੰਧਰ ਤੋਂ ਤੁਹਾਡੇ ਨਾਲ ਆਪਣੇ ਜਿਹੜੇ ਜੁੜੇ ਨੇ, ਆਪਣੇ ਸਾਡੇ ਕੈਲਗਰੀ ਤੋਂ ਆਪਣੇ ਸਰਦਾਰ ਸਾਹਿਬ ਆਉਂਦੇ ਨੇ। ਜਿਹੜੀ ਕੱਲ BP ਦੀ ਨਿਊਜ਼ ਤੇ ਤੁਸੀਂ ਦੇਖੀ ਹੋਣੀ ਆ, ਜਿਹੜੇ ਉਹ ਮੇਰਾ ਪੱਛਮੀ ਬੰਗਾਲ ਕਲਕੱਤੇ ਤੋਂ 1 ਕਰੋੜ ਰਾਤ ਨੂੰ ਬੈਂਕ ਕਲਵਾ ਕੇ, ਜਿਹੜੇ ਕਹਿੰਦੇ ਪ੍ਰੂਫ ਨਹੀਂ, ਉਹਨਾਂ ਨੇ ਪ੍ਰੂਫ ਵੀ ਮੂਹਰੇ ਕੀਤਾ BP ਵਾਲਿਆਂ ਨੇ। ਕਿਸੇ ਮੇਰੇ ਵੀਰ ਨੂੰ ਪਤਾ ਹੋਣਾ ਚਾਹੀਦਾ। ਬਾਕੀ ਤਾਂ ਮੇਰੇ ਤੇਰੇ ਵਰਗੇ ਬੜੇ ਤੰਗ ਨੇ ਜਿਹੜੇ ਬੋਰੇ ਆ, ਉਹ ਤਾਂ ਲੋਕ ਭਰ ਕੇ ਮੇਰੇ ਕੋਲ ਆਉਣੇ ਨਹੀਂ ਹੈਗੇ ਪ੍ਰੂਫ ਜੀ। BP ਮਤਲਬ ਉਹ ਚੈਨਲ ਹਿੰਦੀ ਚੈਨਲ ਕੋਈ ਹੈਗਾ, ਤੁਸੀਂ ਵੀ ਹੋ ਸਕਦਾ ਵੀ ਤੁਹਾਡੇ ਕਿਤੇ। ਤੇ ਮੈਂ ਇਹ ਗੱਲ ਨਿਊਜ਼ ਦਿੱਤਾ ਸੀ ਸਵੇਰ ਦੇ ਟਾਈਮ, ਜਿਹੜੀ ਉਹਨਾਂ ਨੇ ਪੇਪਰ ਦੀ ਕਾਪੀ ਤੇ ਰਾਤ ਨੂੰ ਬੈਂਕ ਆ ਕੇ 3 ਕਰੋੜ ਜਮ੍ਹਾਂ ਕਰਾਇਆ ਗਿਆ, ਰਾਤ ਨੂੰ ਕੋਈ ਬੈਂਕ ਖੁੱਲੀ ਘਵਾਈ ਗਈ, ਜਿਹੜੇ ਪ੍ਰੂਫ ਕਹਿੰਦੇ ਆ। ਬਾਕੀ ਮੈਂ ਜਗਰਾਉਂ ਤੋਂ ਥੋੜਾ ਜਿਹਾ ਨੇੜੇ ਦਾ ਹੈਗਾ, ਮੈਂ ਫੋਨ ਕਰਦਾ ਰਹਿਣਾ ਕਿਉਂਕਿ ਮੇਰੇ ਸਹੁਰਾ ਸਾਹਿਬ ਆਪਣੇ ਉਹਨਾਂ ਨੇ ਇੱਕ ਚੀਜ਼ ਆਪਣੇ ਜਗਰਾਉਂ ਦੇ ਨੇੜੇ ਦੱਸੀ, ਸ਼ੇਰਪੁਰ ਦੀ ਜੀ ਪਿੰਡ ਹੈਗਾ ਨਾਲ ਹੀ।
ਉੱਥੇ ਨਾ ਇੱਕ ਡਾਕਟਰ ਸੀ, ਉਹਨੇ ਕੋਈ ਕਰੋੜ ਜੀ ਮੈਨੂੰ ਪਤਾ ਬੋਰਾ ਭਰਿਆ ਪਿਆ ਹੋਣਾ ਉਹਨੇ ਜੀ, ਉਹ ਲੋਕਾਂ ਨੂੰ ਚੁਕਾ ਦੇ ਵੰਡ ਤੇ। ਅਗਲਾ ਕਹਿੰਦਾ ਹੁਣ ਇਹ ਕੰਮ ਨਹੀਂ ਹੋਣੇ। ਜਿਹੜੇ ਵੱਡੇ ਵੱਡੇ ਬੋਰੇ ਆ ਮੈਨੂੰ ਨਹੀਂ ਪਤਾ ਕਿੱਧਰ ਨੂੰ ਜਾਣਗੇ। ਹੁਣ ਤੁਸੀਂ ਦੇਖੋ ਮੇਰੇ ਤੇਰੇ ਅੱਗੇ ਨਾ ਕਈ ਤਾਂ ਬਿਮਾਰ ਵਿਚਾਰੇ ਮਤਲਬ ਬੱਚੇ ਕਿਸੇ ਦੇ ਚੱਲ ਗਏ। ਬੜੀ ਉਹ ਮੋਦੀ ਨੇ ਜਿਹੜੇ ਮੈਂ ਰਾਤ ਬੈਠਕ ਕੀਤੀ ਆ ਨਾ, ਉਹਨੇ ਜ਼ਰੂਰ ਟਾਈਮ ਹੋਰ ਜ਼ੋਰ ਵਧਾਤਾ। ਬਹੁਤ ਲੋਕ ਨੂੰ ਹਰਾਉਂਦੇ ਵੀ ਆ। ਮੈਂ ਕਿਸੇ ਨੂੰ ਮੈਂ ਜਿਹੜਾ ਪ੍ਰੂਫ ਹੈ ਕਿ ਮੇਰਾ ਵੀਰ ਕਹਿੰਦਾ ਸੀ ਨਾ, ਮੈਂ ਸੁਣਦਾ ਸੀਗਾ, ਇਹ ਪ੍ਰੂਫ ABP ਨਿਊਜ਼ ਕੋਲ ਹੈ। ਜੇ ਕਿਸੇ ਨੂੰ ਪਤਾ ਦਾ ਜ਼ਰੂਰ ਤੇ ਦੱਸੋ ਜੀ, ਮੈਂ ਸੁਣਦਾ। ਬਹੁਤ ਥੈਂਕ ਯੂ, ਇਹਦੇ ਸੇਵਾ ਕਰਦੇ ਰਹੋ। ਥੈਂਕ ਯੂ ਜੀ, ਥੈਂਕ ਯੂ ਸ਼ਮਸ਼ੇਰ ਜੀ। ਮੇਰੇ ਨਾਲ ਕਾਲਰ ਹੋਰ ਜੁੜ ਚੁੱਕੇ ਨੇ ਜੀ, ਲਾਸਟ 4 ਨੰਬਰ ਨੇ 6855। ਹੈਲੋ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਆਪਣਾ ਨਾਮ ਦੱਸੋਗੇ ਜੀ? ਜਿਹੜਾ ਇਹ ਕੰਮ ਕੀਤਾ ਹੈਗਾ ਭਾਜੀ, ਦੇਖੋ ਜਿੱਦਾਂ ਹੁਣ ਕੋਈ ਬੰਦਾ ਬਿੱਲ ਲੈਣ ਗਿਆ ਹੈ ਜੀ, ਕੋਈ ਡਾਕਟਰ ਦੇ ਗਿਆ, ਕੋਈ ਹਸਪੀਟਲ ਗਿਆ ਹੈ ਜੀ, ਇਹ ਗਲਤ ਕੰਮ ਇਹ ਗਲਤ ਕੰਮ ਨਹੀਂ ਹੋਇਆ ਹੈਗਾ ਇਹ ਤਾਂ ਕੰਮ। ਕਿਉਂਕਿ ਜਿਹੜਾ ਬੰਦਾ ਹੁਣ ਤੁਸੀਂ ਬਿੱਲ ਲੈ ਕੇ ਗਏ ਹੈ, ਤੁਸੀਂ 2000 ਰੁਪਇਆ ਦਿੱਤਾ, ਉਹ 2500 ਦਾ 1000 ਦਾ ਲੈ ਕੇ ਰੱਖਣਾ ਚਾਹੀਦਾ, ਕਿਉਂਕਿ ਲੀਗਲੀ ਆਇਆ। ਜਿਹੜੇ ਇਹ ਲੋਕਾਂ ਨੂੰ ਦਿੱਕਤ ਆਈਆਂ ਬਹੁਤ ਜ਼ਿਆਦਾ ਆਈਆਂ ਜੀ। ਅਸੀਂ ਉਹਨਾਂ ਦੀ ਗੱਲ ਹੀ ਕਰ ਰਹੇ ਹਾਂ ਕਿ ਦਿੱਕਤਾਂ ਤੇ ਆਉਣੀਆਂ ਸੀ, ਕਿਉਂਕਿ ਜਿਹੜੀ ਭਾਰਤ ਦੇ ਅਸੀਂ ਸ਼ੁਰੂ ਦੇ ਵਿੱਚ ਦੱਸਿਆ ਸੀਗਾ ਕਿ ਜਿਹੜੀ 500 ਤੇ 1000 ਦੇ ਨੋਟਾਂ ਦੀ ਜਿਹੜੀ ਭਾਰਤ ਦੇ ਵਿੱਚ ਟੋਟਲ ਜਿਹੜੀ ਕੈਸ਼ ਆ ਉਹ 85% ਸੀ, ਤੇ ਇੱਕਦਮ ਜੇ 85% ਕੈਸ਼ ਨੂੰ ਹਟਾ ਦਿੱਤਾ ਜਾਵੇ, ਸਮੱਸਿਆ ਤੇ ਆਉਣੀ ਹੀ ਸੀ। ਕਿਤੇ ਨਾ ਕਿਤੇ ਸਰਕਾਰ ਦਾ ਅਸੀਂ ਫੇਲੀਅਰ। ਹਾਂਜੀ, ਮੈਂ ਤਾਂ ਗੱਲ ਕਰ ਰਿਹਾ ਛੋਟੇ ਅਦਾਰਿਆਂ ਦੀ ਜੀ। ਹੁਣ ਜਿਹਦਾ 1000 ਰੁਪਇਆ ਬਿੱਲ ਹੈ, ਉਹ 1000 ਰੁਪਇਆ ਬਿੱਲ ਦੇਣ ਗਿਆ, ਉਹ ਤਾਂ ਬਿੱਲ ਨਹੀਂ ਲਿਆ ਗਿਆ, ਜਦ ਕਿ ਅਗਲਾ ਬਿੱਲ ਦੇ ਰਿਹਾ ਹੈ ਔਰ ਪਤਾ ਵੀ ਲੀਗਲੀ ਪੈਸੇ ਆਏ ਆ। ਇਹੀ ਸਮੱਸਿਆ ਜੀ। ਸਰਕਾਰ ਨੇ ਤਾਂ ਕਿਸੇ ਨੂੰ ਰੋਕਿਆ ਨਹੀਂ ਆ। ਸਰਕਾਰ ਨੇ ਨਾ ਹਸਪਤਾਲਾਂ ਨੂੰ ਰੋਕਿਆ ਸੀਗਾ ਜੀ। ਇਹੀ ਤਾਂ ਸਾਡੀ ਸਮੱਸਿਆ ਇੱਥੇ। ਸਮਝ ਰਿਹਾ ਮੋਦੀ ਵੀ ਮੈਨੂੰ ਇਹ ਅਕਲ ਹੈ, ਉਹ ਕਿਸੇ ਨੂੰ ਦੇਸ਼ ਵਿੱਚ ਅਕਲ ਹੈ ਨਹੀਂ ਸਰ ਜੀ। ਸਰ ਤੁਸੀਂ ਇੱਕ ਗੱਲ ਵੱਲ ਧਿਆਨ ਦਿਓ। ਸਰਕਾਰ ਨੇ ਕਿਹਾ ਸੀ ਕਿ ਇਹ ਹਸਪਤਾਲਾਂ ਦੇ ਵਿੱਚ, ਮੈਡੀਕਲ ਸਟੋਰਾਂ ਦੇ ਉੱਪਰ, ਰੇਲਵੇ ਦੇ ਉੱਪਰ, ਮੈਂ ਸੁਣ ਲਓ ਜੀ ਤੁਸੀਂ, ਉਹ ਪੈਸੇ ਲੈ ਕੇ ਲੀਗਲੀ ਆ ਰਹੇ ਆ ਉਹ ਪੈਸੇ। ਮਤਲਬ ਅਸੀਂ ਇਹ ਨਹੀਂ ਕਹਿ ਰਹੇ ਵੀ ਕੋਈ ਬੈਂਕ ਵਾਲੀ ਗੱਲ ਕਰ ਰਹੇ ਆ। ਹੁਣ ਤੁਸੀਂ ਹਸਪਤਾਲ ਗਏ, ਕਿਸੇ ਦਵਾਈ ਲੈਣੀ ਹੈ, ਉਹਦੇ ਕੋਲ 500 ਦਾ ਨੋਟ ਹੈ, ਉਹ ਇਹ ਹਸਪਤਾਲਾਂ ਦੀ ਸਮੱਸਿਆ ਜੀ, ਇਹ ਸਰਕਾਰ ਦੀ ਸਮੱਸਿਆ ਨਹੀਂ, ਇਹ ਸਾਡੇ ਲੋਕਾਂ ਦੀ ਸਮੱਸਿਆ ਆ ਕਿ ਅਸੀਂ ਇੱਕਦਮ ਉਹਦੇ ਉੱਪਰ ਰਿਐਕਟ ਕਰਦੇ ਆ। ਸਰਕਾਰ ਨੇ ਤਾਂ ਕਿਹਾ ਸੀ ਹਸਪਤਾਲਾਂ ਨੂੰ ਪੈਸੇ ਲੈਣੇ ਪੈਣੇ ਆ। ਇਹ ਸਾਡਾ ਮਸਲਾ ਹੀ ਨਹੀਂ ਹੱਲ ਹੋਏ। ਅਸੀਂ ਸਰਕਾਰ ਮੋਦੀ ਨੇ ਇੱਕ ਡਿਕਟੇਟਰਸ਼ਿਪ ਕੰਮ ਕੀਤਾ। ਜਿਹੜਾ ਬੰਦਾ ਬਿੱਲ ਦੇਣ ਗਿਆ ਉਹ ਬਿੱਲ ਦੇ ਸਕਦਾ। ਤੁਸੀਂ ਟ੍ਰੇਨ 'ਚ ਬੈਠੇ, ਟ੍ਰੇਨ 'ਚ ਟਿਕਟ ਲੈ ਸਕਦੇ ਆ। ਇਹ ਕਾਹਦੇ ਧੱਕਾ ਹੋਇਆ? ਦੇਖੋ ਜੀ, ਸਮੱਸਿਆਵਾਂ ਗੱਲ ਹੋਈ ਹੈ। ਬਿਲਕੁਲ ਤੁਸੀਂ ਜੇ ਉਹਨੂੰ ਧੱਕਾ ਮੰਨਦੇ ਹੋ, ਇਹ ਤੁਹਾਡੀ ਇੱਕ ਆਪਣੀ ਜਿਹੜੀ ਹੈਗੀ ਆ ਸੋਚ ਹੈਗੀ ਆ। ਬਹੁਤ ਸਾਰੇ ਲੋਕ ਭਾਰਤ ਦੇ ਵਿੱਚ ਮੰਨਦੇ ਨੇ ਕਿ ਮੋਦੀ ਨੇ ਧੱਕਾ ਕੀਤਾ, ਪਰ ਇਸ ਧੱਕੇ ਦੇ ਵਿੱਚ ਕੱਲੀ ਸਰਕਾਰ ਜ਼ਿੰਮੇਵਾਰ ਨਹੀਂ ਹੈਗੀ। ਮੈਂ ਆਪਣੇ ਲੋਕਾਂ ਨੂੰ ਵੀ ਜ਼ਿੰਮੇਵਾਰ ਮੰਨਦਾ, ਕਿਉਂਕਿ ਸਾਡੇ ਲੋਕ ਜਿਹੜੇ ਬਿਲਕੁਲ ਹੀ ਉਹਦੇ ਵਾਸਤੇ ਸਰ, ਮੈਂ ਸਰਕਾਰ ਨਾਲ ਸਰ ਜੀ ਤੁਸੀਂ ਬਿੱਲ ਜਿਹੜਾ ਦੇਣ ਪਿਆ ਉਹ ਚੈੱਕ ਦੇ ਵਿੱਚ ਨਹੀਂ ਦੇ ਸਕਦਾ। ਜਿਹੜਾ ਬਿੱਲ ਦੇਣਾ ਚੈੱਕ ਜਾਂ ਡੀਡੀ ਨਹੀਂ ਦੇ ਸਕਦਾ ਬੰਦਾ। नहीं दिलराज जी, बिल कैश भी लेते जा रहे हैं। दिलराज जी बोलो जी। ਧੱਕਾ ਕੀਤਾ, ਇਹ ਤਾਂ ਮੋਦੀ ਨੇ ਡਿਕਟੇਟਰਸ਼ਿਪ ਕੰਮ ਕੀਤਾ ਜੀ। ਬਿਲਕੁਲ ਅਸਰ ਗਰੀਬਾਂ ਦੇ ਪਿਆ, ਅਮੀਰਾਂ ਤੇ ਨਹੀਂ ਪਿਆ ਹੈਗਾ। ਜੀ ਬਿਲਕੁਲ। ਅਸੀਂ ਪਹਿਲਾਂ ਕਹਿ ਚੁੱਕੇ 45% ਲੋਕਾਂ ਕੋਲ ਖਾਤੇ ਨਹੀਂ ਸੀ, ਉਹਨਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਹੀ ਪਿਆ ਜੀ। ਦੇਖੋ ਜਿਹੜੇ ਛੋਟੇ ਛੋਟੇ ਕਾਰੋਬਾਰ ਹੈ, ਹੁਣ ਜੋ ਕੋਈ ਦਿਹਾੜੀਦਾਰ ਹੈ, ਹੁਣ ਪਿੰਡਾਂ ਦੇ ਵਿੱਚ ਉਹਨਾਂ ਕੋਲ ਕਿਤੇ 500 ਦਾ ਉਹਨਾਂ ਕੋਲ ਹੈਗਾ, ਪਰ ਉਹਨਾਂ ਕੋਲ ਖਾਤੇ ਨਹੀਂ ਹੈਗੇ। ਜੀ ਸਰ। ਦੁਕਾਨਦਾਰ ਕੋਈ ਚੀਜ਼ ਨਹੀਂ ਦੇ ਰਿਹਾ। ਜੀ ਸਰ, ਥੈਂਕ ਯੂ ਜੀ, ਥੈਂਕ ਯੂ। ਇਹੀ ਹੈ ਇੱਕ ਕਿਸਮ ਦਾ ਇਹ ਡਿਕਟੇਟਰਸ਼ਿਪ ਹੋਇਆ ਭਾਜੀ ਕੰਮ। ਠੀਕ ਹੈ, ਮਨਮੋਹਨ ਸਿੰਘ ਨੇ ਉਦੋਂ ਕਰਨ ਲੱਗਿਆ ਸੀਗਾ, ਉਹ ਆਖਰ ਵਾਲਾ ਬੰਦਾ ਸੀਗਾ। ਇਹ ਤਾਂ ਮੋਦੀ ਨੇ ਤਾਂ, ਕਿਉਂਕਿ ਦੇਖ ਲਓ ਜਿੱਦਾਂ ਦੇ ਇਸਤੀਫਾ ਸਰ ਇਹਦੀ ਤਕਲੀਫ ਜ਼ਰੂਰ ਹੋਏਗੀ, ਪਰ ਇਹਦਾ ਕਿਤੇ ਨਾ ਕਿਤੇ ਜਾ ਕੇ ਅਲਟੀਮੇਟਲੀ ਭਾਰਤ ਦੇ ਲੋਕਾਂ ਨੂੰ ਹੀ ਫਾਇਦਾ ਹੋਣ ਵਾਲਾ ਹੈ। ਤੇ 5-7 ਦਿਨ ਦੀ ਤਕਲੀਫ ਹੈ, ਉਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਣਾ ਜੀ। ਜੇ ਅੱਜ ਬਿੱਲ ਉਹਨਾਂ ਦਾ ਨਹੀਂ ਲਿਆ ਗਿਆ ਤੇ ਬਿੱਲ ਕੱਲ ਵੀ ਜਮਾ ਹੋ ਸਕਦਾ, ਪਰਸੋਂ ਵੀ ਹੋ ਸਕਦਾ, ਪਰ ਜਿਹੜੀ ਇੰਡੀਆ ਦੇ ਵਿੱਚ ਜਿਹੜਾ ਪੈਸਾ, ਜਿਹੜਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਹੈਗਾ, 1 ਲੱਖ ਕਰੋੜ ਤੋਂ ਜ਼ਿਆਦਾ ਰੁਪਈਆ ਜਿਹੜਾ ਬੈਂਕ ਦੇ ਵਿੱਚ ਸਰਕੂਲੇਸ਼ਨ ਦੇ ਵਿੱਚ ਆ ਗਿਆ, ਉਹ ਕਿਤੇ ਨਾ ਕਿਤੇ ਇਕਨੋਮੀ ਵਾਸਤੇ ਵਧੀਆ ਹੀ ਹੋਊਗਾ। ਤੁਸੀਂ ਕਿਤੇ ਵੀ ਜਾ ਰਹੇ ਉੱਥੇ ਕੰਮ ਹੋਣਾ ਚਾਹੀਦਾ ਸੀਗਾ। ਉਹ ਬੰਦਾ ਦੱਸੇ ਵੀ ਹਾਂ ਭਾਈ ਮੈਂ ਕੱਪੜੇ ਸੀਲ ਕੱਟ ਕੇ ਦਿੰਦਾ, ਨਹੀਂ ਮੈਂ ਪੁਰਾਣੇ ਬੰਦੇ ਕੋਲ ਪੈਸੇ ਲਏ ਆ। ਗੱਲ ਤਾਂ ਜਿਹੜੀ ਅੱਜ ਦੀ ਆਰਥਿਕ ਚੀਜ਼ ਹੈ, ਇੱਕ ਬੰਦਾ ਬਿਮਾਰ ਹੈ, ਉਹਨੂੰ ਦਵਾਈ ਨਹੀਂ ਮਿਲ ਰਹੀ ਹੈਗੀ।
ਜੀ ਇਹ ਸਰਕਾਰ ਦੀ ਸਮੱਸਿਆ ਨਹੀਂ ਹੈ ਜੀ, ਸਾਡੇ ਭਾਰਤ ਦੇ ਲੋਕਾਂ ਦੀ ਸਮੱਸਿਆ ਆ। ਸਰਕਾਰ ਨੇ ਨਹੀਂ ਕਿਹਾ ਸੀਗਾ ਕਿ ਇਹਨਾਂ ਕੋਲੋਂ ਪੁਰਾਣਾ ਕੈਸ਼ ਨਾ ਲਓ, ਸਰਕਾਰ ਨੇ ਹਸਪਤਾਲ ਨੂੰ ਹਦਾਇਤ ਕੀਤੀ ਸੀ ਕਿ ਪੁਰਾਣਾ ਕੈਸ਼ ਲੈਣਾ। ਸਾਡੇ ਲੋਕਾਂ ਦੀ ਸਮੱਸਿਆ ਸਰ ਸਾਰੀ ਚੀਜ਼ ਸਰਕਾਰ ਦੇ ਉੱਪਰ ਨਹੀਂ ਪਾਉਣੀ ਚਾਹੀਦੀ, ਸਾਡੇ ਲੋਕਾਂ ਨੂੰ ਵੀ ਪੇਸ਼ੈਂਸ ਰੱਖ ਕੇ ਕੋਆਪਰੇਟ ਕਰਨਾ ਚਾਹੀਦਾ। ਅਸੀਂ ਇਹ ਕਿਉਂ ਕਹਿ ਦਿੰਦੇ ਕਿ ਸਰਕਾਰ 100% ਜ਼ਿੰਮੇਵਾਰ ਆ, ਅਸੀਂ ਆਪ ਵੀ ਜ਼ਿੰਮੇਵਾਰ ਹੁੰਦੇ ਆ, ਅਸੀਂ ਆਪ ਜਿਹੜੀ ਹੈਗੀ ਆ ਤਕਲੀਫ ਵਧਾ ਦਿੰਦੇ ਆ। ਸਰ ਪਲੀਜ਼, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਮੇਰਾ ਖਿਆਲ ਹੈ ਇਸ ਗੱਲ ਦੇ ਉੱਪਰ ਇੰਨੀ ਬਹਿਸ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈ ਕਿ ਮੋਦੀ ਨੇ ਧੱਕਾ ਕੀਤਾ। ਅਗਰ ਬੋਲਡ ਸਟੈਪ ਲੈ ਜਾਂਦੇ ਨੇ, ਜਦੋਂ ਅਸੀਂ ਕਹਿ ਹੀ ਦਿੰਦੇ ਆ ਕਿ ਬੋਲਡ ਸਟੈਪ, ਤੇ ਉਹਦਾ ਮਤਲਬ ਹੀ ਇਹ ਹੈ ਕਿ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਤਕਲੀਫ ਹੋਣੀ ਹੈ। ਜੇ ਕਿਸੇ ਦਾ ਬਿੱਲ ਅੱਜ ਜਮ੍ਹਾਂ ਨਹੀਂ ਹੋਇਆ, ਕੱਲ ਵੀ ਜਮ੍ਹਾਂ ਹੋ ਸਕਦਾ। ਹਰ ਕਿਸੇ ਦੇ ਕੋਲ ਖਾਤਾ, ਉਹ ਜਾ ਸਕਦਾ, ਉਹ ਆਪਣੇ ਨੋਟ ਐਕਸਚੇਂਜ ਕਰ ਸਕਦਾ। ਸਮੱਸਿਆ ਸਾਡੇ ਲੋਕਾਂ ਦੀ ਆ, ਜਿਹੜੇ ਲੋਕ ਅਗਰ ਹਸਪੀਟਲ ਵਿੱਚ ਬੈਠੇ ਨੇ, ਮੈਡੀਕਲ ਸਟੋਰ ਤੇ ਬੈਠੇ ਨੇ, ਸਮੱਸਿਆ ਸਾਡੇ ਲੋਕਾਂ ਦੀ ਆ ਕਿ ਉਹਦੇ ਨਾਲ ਕੋਆਪਰੇਟ ਨਹੀਂ ਕਰਦੇ। ਮੈਂ ਪਹਿਲਾਂ ਦੱਸ ਚੁੱਕਾ ਕਿ ਸਾਰੇ ਲੋਕਾਂ ਨੂੰ ਸ਼ਾਇਦ ਪਹਿਲੇ ਹੀ ਦਿਨ ਕੈਸ਼ ਜਿਹੜੀ ਹੈਗੀ ਐਕਸਚੇਂਜ ਕਰਾਉਣ ਦੀ ਜ਼ਰੂਰਤ ਨਹੀਂ ਸੀ, ਪਰ ਸਾਡੇ ਉੱਤੇ ਹੋੜ ਲੱਗ ਜਾਂਦੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਮੈਂ ਕਰਵਾ ਲਾਂ, ਕਿਤੇ ਮੁੱਕ ਨਾ ਜਾਵੇ। ਜਦਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਲੋਕਾਂ ਦੇ ਕੋਲ ਹਰ ਚੀਜ਼ ਜਿਹੜੀ ਹੈਗੀ ਉਹ ਜਿਹੜੀ ਆ ਆਪਣੇ ਆਪ ਵਾਪਸ ਆ ਜਾਣੀ ਹੈ ਜੀ। ਮੇਰੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ 8408। ਹੈਲੋ ਹਾਂਜੀ ਸਰ। ਹਾਂਜੀ ਭਾਜੀ, ਮੈਂ ਉਹ ਬੰਦੇ ਦਾ ਜਵਾਬ ਦੇਣਾ ਚਾਹੁੰਦੀ। ਇੱਕ ਕਾਲਰ ਨੇ ਕਿਹਾ ਸੀ ਜੀ ABP ਨਿਊਜ਼ ਕੋ ਸਬੂਤ ਪਿਆ। ਮੈਂ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਉੱਥੇ ਅਫਵਾਹਾਂ ਬਹੁਤ ਫੈਲ ਰਹੀਆਂ। ਪਿੱਛੇ ਜੇ ਅਫਵਾਹ ਫੈਲੀ ਸੀ ਨਮਕ ਮੁੱਕ ਗਿਆ, ਏਦਾਂ ਦੀਆਂ ਅਫਵਾਹਾਂ ਬਹੁਤ, ਇਸ ਕਰਕੇ ਅਫਵਾਹਾਂ ਤੇ ਯਕੀਨ ਨਹੀਂ ਕਰੋ, ਨਹੀਂ ਕੀਤਾ ਜਾ ਸਕਦਾ ਜੀ। ਕੇਜਰੀਵਾਲ ਕੋ ਵਾਕਈ ਸਬੂਤ ਹੈਗੇ ਆ ਤਾਂ ਉਹਨੂੰ ਕੋਰਟ 'ਚ ਚਾਹਣਾ ਚਾਹੀਦਾ ਜਾਂ RTI ਦੇ ਵਿੱਚ ਜਵਾਬ ਮੰਗਣਾ ਚਾਹੀਦਾ ਮੋਦੀ ਸਾਹਿਬ ਤੋਂ, ਹੈ ਨਾ ਜੀ। ਨੰਬਰ 2 ਤੇ ਜਿਹੜੀ ਆਪ ਭਾਈ ਸਾਹਿਬ ਨੇ ਜਿਹੜੇ ਬਿੱਲ ਦੀ ਗੱਲ ਕੀਤੀ ਆ, ਬਿਜਲੀ ਦੇ ਬਿੱਲ, ਗੱਡੀਆਂ ਦੀਆਂ ਟਿਕਟਾਂ, ਹਵਾਈ ਟਿਕਟਾਂ, ਇਹ ਸਾਰੀਆਂ ਹਸਪੀਟਲ 'ਚ ਇਹ ਸਾਰੇ ਐਗਜ਼ੈਂਪਟਡ ਸੀਗੇ। ਇਹਨਾਂ ਤੋਂ ਤੁਸੀਂ 500,000 ਦੇ ਨੋਟ ਚਲਾ ਸਕਦੇ। ਬਿਜਲੀ ਦੇ ਬਿੱਲ ਵੀ ਪੁਰਾਣੇ ਨੋਟਾਂ ਤੇ ਕਿਤੇ ਸੌਰੀ ਮੈਂ ਤੁਹਾਨੂੰ ਰੋਕ ਰਿਹਾ, ਕਿਤੇ ਸਮੱਸਿਆ ਆਈ ਆ ਤੇ ਉਹ ਸਰਕਾਰ ਦੀ ਸਮੱਸਿਆ ਨਹੀਂ, ਸਾਡੇ ਲੋਕਾਂ ਦੀ ਸਮੱਸਿਆ ਸੀ, ਜਿਹੜੇ ਕਾਊਂਟਰਾਂ ਦੇ ਉੱਪਰ ਬੈਠੇ ਹੋਏ ਸੀ, ਜਿਨ੍ਹਾਂ ਨੇ ਇਹਨਾਂ ਲੁੱਟਾਂ ਨੂੰ ਲੈਣ ਤੋਂ ਇਨਕਾਰ ਕੀਤਾ। ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰਿਆਂ ਨੇ ਲਏ ਨੇ। ਇਹ ਨਿਊਜ਼ ਸਾਹਮਣੇ ਆਈ ਹੈ ਕਿ ਈਵਨ ਰੇਲਵੇ ਸਟੇਸ਼ਨਾਂ ਦੇ ਉੱਪਰ ਜਾਂ ਬੈਂਕਾਂ ਦੇ ਵਿੱਚ ਅਵੇਅਰਨੈਸ ਦੀ ਘਾਟ ਕਰਕੇ ਕੁਝ ਲੋਕਾਂ ਨੇ ਇਹ ਨੋਟ ਨਹੀਂ ਲਏ, ਕੁਝ ਲੋਕਾਂ ਨੇ ਜਾਣਬੁੱਝ ਕੇ ਨਹੀਂ ਲਏ, ਜਾਂ ਦੂਸਰੇ ਦਿਨ ਇਹ ਸਮੱਸਿਆ ਹੋ ਗਈ ਕਿ ਉਹਨਾਂ ਲੋਕਾਂ ਦੇ ਕੋਲ ਵਾਪਸ ਦੇਣ ਵਾਸਤੇ ਛੋਟੇ ਨੋਟ ਨਹੀਂ ਸੀ। ਸਰਕਾਰ ਵੱਲੋਂ ਨਿਰਦੇਸ਼ ਆਏ ਕਿ ਜੀ ਸਰਕਾਰ ਨੇ ਇਹੀ ਕਿਹਾ ਸੀਗਾ ਕਿ ਜਿਹੜੀਆਂ ਕੁਝ ਅਦਾਰੇ ਹੈਗੇ ਆ ਉਹ ਅਸੈਪਟ ਕਰਨਗੇ। ਜੀ ਸਰ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਫॉर ਤੁਹਾਡੇ ਕਾਲ ਵਾਸਤੇ ਜੀ। ਮੇਰੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਜੀ, ਲਾਸਟ 4 ਨੰਬਰ ਹੈ ਜੀ 5522 ਜੀ 5522। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਮੈਂ ਕੁਲਬੀਰ ਸਿੰਘ ਬੋਲ ਰਿਹਾ ਜੀ। ਹਾਂਜੀ ਸੰਤ ਸਾਹਿਬ, ਕੀ ਕਹਿਣਾ ਚਾਹੋਗੇ ਜੀ? ਹਾਂਜੀ, ਜਿਹੜੀ ਆਪਾਂ ਗੱਲ ਕਰਦੇ ਹਾਂ ਜੀ ਵੀ ਆਗਾਹ ਕੀਤਾ ਗਿਆ ਜਾਂ 85% 500 ਦੇ ਜਾਂ 1000 ਦੇ ਨੋਟ ਸੀਗੇ ਸਰਕਾਰ ਕੋਲੇ ਪਹਿਲਾਂ, ਜੀਵ ਕਰੰਸੀ ਜਿਹੜੀ ਆ 85% 500 ਤੇ 1000 ਦੇ ਨੋਟਾਂ ਦੇ ਵਿੱਚ ਆ ਜੀ। ਹੁਣ 27 ਅਕਤੂਬਰ ਦੀ ਜਿਹੜੀ ਹੈ ਉੱਤਰ ਪ੍ਰਦੇਸ਼ ਜਾਗਰਣ ਦੀ ਖਬਰ ਆ ਕਿ 500 ਦੇ 1000 ਦੇ ਨੋਟ ਬੰਦ ਹੋ ਰਹੇ ਆ। ਇਹ ਨੋਟ ਬੰਦ ਹੋ ਰਹੇ ਤੇ 2000 ਦਾ ਨੋਟ ਆ ਰਿਹਾ। ਕੀ ਸਰਕਾਰ ਨੂੰ ਨਹੀਂ ਚਾਹੀਦਾ? ਸਰ ਮੈਂ ਕੁਲਵੀਰ ਸੰਧੂ ਸਾਹਿਬ, ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ। ਮੈਨੂੰ ਸਵੇਰ ਤੋਂ ਕਾਫੀ ਲੋਕਾਂ ਨੇ ਇਹ ਅਪਡੇਟ ਕੀਤੀ ਹੈ, ਮੈਨੂੰ ਅਜੇ ਤੱਕ ਇਸ ਗੱਲ ਦਾ ਪ੍ਰੂਫ ਨਹੀਂ ਮਿਲਿਆ। ਅਗਰ ਤੁਹਾਡੇ ਕੋਲ ਪ੍ਰੂਫ ਹੋਵੇ ਮੈਨੂੰ ਜ਼ਰੂਰ ਦੇਣਾ, ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦਿਖਾ ਸਕਾਂ। ਮੇਰੇ ਕੋਲ ਅਖਬਾਰ ਦੀ ਕਟਿੰਗ ਆ। ਮੈਂ ਉੱਤਰ ਪ੍ਰਦੇਸ਼ ਜਾਗਰਣ ਦੀ ਗੱਲ ਕਰ ਰਿਹਾ, ਨਿਊਜ਼ ਪੇਪਰ ਦੀ 27 ਅਕਤੂਬਰ ਦੀ ਜੀ। ਕੁਲਬੀਰ ਜੀ, ਮੈਂ ਇੱਕ ਮਿੰਟ ਸ਼ਬਦੀਪ ਜੀ ਮੈਂ ਪਹਿਲਾਂ ਕਾਲਰ ਨਾਲ ਕੰਪਲੀਟ ਕਰਨਾ ਜੀ ਗੱਲ। ਸ਼ਬਦੀਪ ਜੀ ਸੁਣ ਲਿਓ। ਹਾਂਜੀ, ਤੁਸੀਂ ਸੁਣਨਾ ਚਾਹੁੰਦੇ ਹੋ ਜੀ ਕੁਲਵੀਰ ਜੀ ਬੋਲੋ। ਮੇਰਾ ਮੂਡ ਨਹੀਂ ਸੀ, ਮੈਂ ਕੁਲਵੀਰ ਦੀ ਡਿਬੇਟ ਕਰਕੇ ਜੀ ਆ ਜਾਓ। ਹਾਂਜੀ ਕੁਲਵੀਰ ਸੰਧੂ ਜੀ, ਪ੍ਰੋਬਲਮ ਹੈ, ਗੱਲ ਨਹੀਂ ਪੂਰੀ ਸੁਣਦੇ। ਆਓ ਜੀ, ਬੋਲੋ ਸਰ, ਬੋਲੋ ਜੀ। ਅੱਛਾ, ਦੂਸਰੀ ਗੱਲ ਇਹ ਮੈਂ ਤੁਹਾਨੂੰ ਦੱਸਤੀ 27 ਅਕਤੂਬਰ ਦੀ ਹੈ ਨਿਊਜ਼। ਦੂਸਰੀ ਗੱਲ 100 ਕਰੋੜ ਰੁਪਈਆ ਡਿਪੋਜ਼ਿਟ ਕਰਾਇਆ 2 ਦਿਨ ਇਹ ਬੰਦ ਕਰਨ ਤੋਂ ਪਹਿਲਾਂ ਵੈਸਟ ਬੰਗਾਲ ਦੇ ਵਿੱਚ। ਅਕਾਊਂਟ ਨੰਬਰ ਵੀ ਮੇਰੇ ਕੋਲ ਹੈ, BJP ਭਾਰਤੀ ਜਨਤਾ ਪਾਰਟੀ ਨੇ ਜੀ ਬੈਂਕ ਦੇ ਵਿੱਚ 100 ਕਰੋੜ। ਔਰ ਪਿਛਲੇ ਦਿਨਾਂ ਦੇ ਵਿੱਚ ਬੈਂਕਾਂ ਜਿਹੜੀਆਂ ਤਕਰੀਬਨ ਮਾਈਨਸ ਜਾ ਰਹੀਆਂ ਸੀਗੀਆਂ, ਬੈਂਕਾਂ ਕਿੰਨੀਆਂ ਆਪ ਚਲੇ ਗਈਆਂ ਔਰ ਕਿੰਨੇ ਡਿਪੋਜ਼ਿਟ ਹੋਏ ਆ ਥੋੜੇ ਜਿਹੇ ਦਿਨਾਂ 'ਚ ਹਜ਼ਾਰਾਂ ਕਰੋੜਾਂ ਦੀ। ਉਹਦੀ ਫਿਗਰ ਵੀ ਮੇਰੇ ਕੋਲ ਹੈਗੀ, ਮੈਂ ਤੁਹਾਨੂੰ ਦੇ ਸਕਦਾ, ਮੈਨੂੰ ਥੋੜਾ ਟਾਈਮ ਲੱਗੂ ਕੱਢਣ ਨੂੰ, ਮੇਰੇ ਕੋਲ ਆ।
ਜੀ ਸੰਧੂ ਸਾਹਿਬ, ਉਹ ਜਿਹੜੇ ਲੋਕਾਂ ਨੇ ਪੈਸਾ ਜਮ੍ਹਾਂ ਕਰਵਾਇਆ, ਠੀਕ ਹੈ, ਕਾਲਾ ਧਨ ਹੈ ਜਿਹੜੇ ਤੁਸੀਂ ਕਹਿੰਦੇ ਇੰਨੇ ਹਜ਼ਾਰਾਂ ਕਰੋੜ ਰੁਪਇਆ ਆ ਗਿਆ ਵਾਪਸ, ਉਹ ਜਿਹੜੇ ਲੋਕਾਂ ਨੇ ਪੈਸਾ ਜਮ੍ਹਾਂ ਕਰਵਾਇਆ ਉਹ ਕੌਣ ਆ? ਉਹ ਕੌਣ ਲੋਕ ਆ? ਜਾਂ ਬੀਜੇਪੀ ਜੋ 100 ਕਰੋੜ 2 ਦਿਨ ਪਹਿਲਾਂ ਇਹ ਬੰਦ ਹੋਣ ਤੋਂ ਕਰਵਾਉਂਦੀ ਹੈ ਜਮ੍ਹਾਂ ਵੈਸਟ ਬੰਗਾਲ ਦੇ ਵਿੱਚ, ਮੈਂ ਅਕਾਊਂਟ ਨੰਬਰ ਵੀ ਤੁਹਾਨੂੰ ਹੁਣੇ ਦੇ ਸਕਦਾ, ਉਹ ਕਿਉਂ? ਜਦੋਂ ਕੁਲਵੀਰ ਸੰਧੂ ਸਾਹਿਬ, ਸੰਧੂ ਸਾਹਿਬ, ਦੂਸਰੀ ਗੱਲ, ਤੀਸਰਾ ਪੁਆਇੰਟ ਜਿਹੜਾ ਮੇਰਾ ਉਹ ਆ ਕਿ 2014 ਦੀ ਇਲੈਕਸ਼ਨ ਤੋਂ ਪਹਿਲਾਂ ਮੋਦੀ ਜੀ ਨੇ ਇੱਕ ਬੜਾ ਵੱਡਾ ਬਿਆਨ ਹਰ ਵਾਰੀ ਦਿੱਤਾ ਕਿ ਜਿੰਨਾ ਵੀ ਕਾਲਾ ਧਨ ਹੈ ਸਵਿਸ ਬੈਂਕਾਂ 'ਚ ਪਿਆ ਆ, ਚਲੋ ਸਵਿਸ ਦੀ ਬੈਂਕ 'ਚ ਪਿਆ ਆਉਣਾ ਨਹੀਂ ਆਉਣਾ, ਹੁਣ ਜਿਹੜਾ ਇੱਥੇ ਧਨ ਪਿਆ ਆ ਜਿਹੜਾ ਉਹ ਇਹਨਾਂ ਕੋਲ ਵਾਪਸ ਆ ਗਿਆ, ਕਿ ਕਾਫੀ ਜਿਹੜਾ ਕਹਿੰਦੇ ਰਿਕਵਰੀ ਹੋ ਗਈ ਆ, ਇਸ ਤਰੀਕੇ ਨਾਲ ਖਰਾਬ ਹੋ ਗਿਆ, ਬੇਕਾਰ ਹੋ ਗਿਆ, ਇਹਦਾ ਕੋਈ ਹੋਰ ਤਰੀਕਾ ਨਹੀਂ ਲੱਭ ਸਕਦੇ ਜਿਹੜਾ 15 ਲੱਖ ਰੁਪਇਆ ਲੋਕਾਂ ਦੇ ਅਕਾਊਂਟ 'ਚ ਵੀ ਜਾਂਦਾ, ਤੇ ਆ ਜਿਹੜਾ ਇੰਨੀ ਵੱਡੀ ਰਾਸ਼ੀ ਨਾਲ ਕੋਲੇ ਆਈ ਹੈ, ਚਲੋ ਮੰਨ ਨੇ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਵੀ ਹੋ ਸਕਦਾ ਬਾਅਦ ਦੇ ਵਿੱਚ ਸਰਕਾਰ ਕੁਛ ਕਰੇ, ਪਰ ਉਹ ਬਾਅਦ ਦੀਆਂ ਗੱਲਾਂ ਹੈ। ਪਰ ਆਹ 2-3 ਚੀਜ਼ਾਂ ਜਿਹੜੀਆਂ ਕਿ ਬੈਂਕਾਂ ਜਿਹੜੀਆਂ ਪ੍ਰੋਫਿਟ 'ਚ ਆ ਗਈਆਂ, ਬੈਂਕਾਂ ਅਪ ਆ ਗਈਆਂ ਪਿਛਲੇ ਦਿਨਾਂ ਦੇ ਵਿੱਚ, ਤੇ ਇੱਕ ਇਹਨਾਂ ਨੇ ਪੈਸੇ ਜਮ੍ਹਾਂ ਕਰਵਾਏ, ਇੱਕ ਇਹਨਾਂ ਦੀ ਪੁਰਾਣੀ ਖਬਰ 27 ਅਕਤੂਬਰ ਦੀ ਲੱਗੀ ਹੈ, ਇਹਦੇ ਨਾਲ ਲੋਕਾਂ ਨੂੰ ਤਾਂ ਫਿਰ ਪਹਿਲਾਂ ਪਤਾ ਲੱਗ ਗਿਆ ਸੀ ਜਿਹੜੇ ਕਾਲੇ ਧਨ ਵਾਲੇ ਸੀ ਉਹਨਾਂ ਨੇ ਤਾਂ ਬਹੁਤ ਕੁਛ ਸਾਂਭਲਿਆ ਹੋਊਗਾ, ਬਾਹਰ ਕੱਢਤਾ ਹੋਊਗਾ। ਬਾਕੀ ਸਾਡੇ ਕੋਲ ਵੈਸੇ ਵੀ ਹੈਗੀਆਂ ਵੀ ਲੋਕਾਂ ਨੇ ਐਕਸਚੇਂਜ ਬੜੀ ਕੀਤੀ ਮਨੀ। ਚਲੋ ਆਹ ਦੋ ਚੀਜ਼ਾਂ ਜਿਹੜੀਆਂ ਅਪਡੇਟ ਕਰਦੇ। ਸ਼ਬਦੀਪ ਜੀ ਲੱਗੇ ਸੀ ਕੁਛ ਕਹਿਣਾ, ਹੁਣ ਦੱਸੋ ਜੀ। ਨਹੀਂ ਸ਼ਬਦੀਪ ਜੀ ਨੇ ਪਹਿਲਾਂ ਮੈਂ ਤੁਹਾਡੇ ਨਾਲ, ਸ਼ਬਦੀਪ ਜੀ ਮੈਨੂੰ ਇੱਕ ਮਿੰਟ, ਸੰਧੂ ਸਾਹਿਬ, ਸ਼ਬਦੀਪ ਜੀ ਪਲੀਜ਼ ਮੈਨੂੰ ਗੱਲ ਕਰ ਲੈਣ ਦਿਓ ਪਹਿਲਾਂ। ਸੰਧੂ ਸਾਹਿਬ, ਇੱਕ ਤਾਂ ਪਹਿਲੀ ਗੱਲ ਹੈ, ਅਗਰ ਬੀਜੇਪੀ 100 ਕਰੋੜ ਜਮ੍ਹਾਂ ਕਰਾਉਂਦੀ ਹੈ ਅਕਾਊਂਟ ਦੇ ਵਿੱਚ, ਤੇ ਉਹਨੂੰ ਤੁਸੀਂ ਬਲੈਕ ਮੰਨਦੇ ਹੋ, ਵਾਈਟ ਮੰਨਦੇ ਹੋ? ਦੇਖੋ ਜੀ, ਸਵਾਲ ਬਲੈਕ ਵਾਈਟ ਦਾ ਹੈ ਹੀ ਨਹੀਂਗਾ, ਸਵਾਲ ਹੈਗਾ ਵੀ ਕੀ ਆ, ਵਾਟ ਇਜ਼ ਦੈਟ? ਜੇ 100 ਕਰੋੜ ਇੱਕੋ ਦਿਨ ਦੇ ਵਿੱਚ ਇੱਕੋ ਵਾਰੀ ਟ੍ਰਾਂਜੈਕਸ਼ਨ ਹੁੰਦੀ ਆ, 100 ਕਰੋੜ ਦੀ ਇਕੱਠੀ ਜਿਹੜੀ ਹੁੰਦੀ ਆ ਟ੍ਰਾਂਜੈਕਸ਼ਨ, ਕੀ ਇਹ ਵੈਸੇ ਵੀ ਲੀਗਲ ਆ ਬੈਂਕਾਂ ਦੇ ਹਿਸਾਬ ਨਾਲ, ਹਿੰਦੁਸਤਾਨ ਦੇ ਸਿਸਟਮ ਦੇ ਹਿਸਾਬ ਨਾਲ, ਕਿ ਇੰਨਾ ਵੱਡਾ ਅਮਾਊਂਟ ਇੱਕੋ ਦਮ ਜਮ੍ਹਾਂ ਕਰਵਾਉਣਾ ਬੈਂਕ ਦੇ ਵਿੱਚ? ਕਿਉਂਕਿ ਜੇ ਉਹਨਾਂ ਨੇ 100 ਕਰੋੜ ਜਮ੍ਹਾਂ ਕਰਾਇਆ ਤੇ ਸ਼ਾਇਦ ਉਹਨਾਂ ਨੂੰ ਵੀ ਪੁੱਛਿਆ ਜਾਊਗਾ 100 ਕਰੋੜ ਕਿੱਥੋਂ ਆਇਆ। ਦੂਸਰੀ ਗੱਲ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਤੁਹਾਡੇ ਨਾਲ ਜੇ ਸਹਿਮਤ ਵੀ ਹੋ ਜਾ ਸੰਧੂ ਸਾਹਿਬ ਕਿ ਬੀਜੇਪੀ ਨੇ ਆਪਣੇ ਕੁਝ ਲੋਕਾਂ ਨੂੰ, ਜਿੱਦਾਂ ਕਿ ਤੁਹਾਡੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਦਾ ਬਿਆਨ ਆਇਆ ਕਿ ਉਹਨਾਂ ਨੇ ਆਪਣੇ ਦੋਸਤਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ, ਉਹਨਾਂ ਦੇ ਲੋਕਾਂ ਨੇ ਪਹਿਲਾਂ ਹੀ ਜਿਹੜੇ ਹੈਗੇ ਆ ਉਹ ਮਨੀ ਜਿਹੜੀ ਆ ਐਕਸਚੇਂਜ ਕਰਵਾ ਲਈ ਆ। ਮੈਨੂੰ ਇਦਾਂ ਕਿਉਂ ਲੱਗ ਰਿਹਾ ਕਿ ਅਗਰ ਇਹ ਚੀਜ਼ ਦੇ ਵਿੱਚ ਬੀਜੇਪੀ ਜਿਹੜੀ ਹੈ ਸਕਸੈਸ ਹੋ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਤੇ ਆਮ ਆਦਮੀ ਪਾਰਟੀ ਦੇ ਕੋਲੋਂ ਇੱਕ ਜਿਹੜਾ ਕਰਪਸ਼ਨ ਵਾਲਾ ਮੁੱਦਾ ਹੈ ਉਹ ਹੌਲੀ ਹੌਲੀ ਖੁੱਸ ਜਾਊਗਾ? ਤੁਹਾਨੂੰ ਇਸ ਗੱਲ ਦਾ ਡਰ ਹੈ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਜੀ। ਦੇਖੋ, ਮੈਂ ਤਾਂ ਨੈਗੇਟਿਵ ਲਿਆ ਹੀ ਨਹੀਂ ਇਸ ਗੱਲ ਨੂੰ, ਮੈਂ ਤਾਂ ਸਵਾਲ ਕੀਤਾ ਆ। ਜਿਹੜੀ ਚੀਜ਼ ਕਹਿ ਰਹੇ ਨਾ ਕਿ ਸਬੂਤ, ਮੈਂ ਤਾਂ ਸਬੂਤ ਦੀ ਗੱਲ ਕਹੀ ਹੈ ਜੀ ਬਿਲਕੁਲ। ਇਹ ਗੱਲ ਤਾਂ ਬਾਅਦ ਦੀ ਜਦੋਂ ਲੋੜ ਪਊਗੀ ਉਹ ਵੀ ਕਰਾਂਗੇ। ਖੁੱਸਦਾ ਨਹੀਂ ਖੁੱਸਦਾ, ਕਰਪਸ਼ਨ ਵਾਲਾ ਮੁੱਦਾ ਜਿਹੜਾ ਹੈ ਉਹ ਤਾਂ ਸਾਫ਼ ਜ਼ਾਹਰ ਹੈ ਕਿ ਪਹਿਲੇ 2000 ਦੇ ਨੋਟ ਜਿਹੜੇ ਆ ਉਹ ਯੂਪੀ ਦਾ ਪ੍ਰੈਜ਼ੀਡੈਂਟ ਹੈ ਪਾਰਟੀ ਦਾ, ਇਹਨਾਂ ਦਾ ਆਪਣੇ ਭਾਜਪਾ ਦਾ ਕੀ ਆ ਕੇਸ਼ਵ ਮੌर्य, ਉਹਦੀ ਬੇਟੀ ਦੇ ਕੋਲ ਪਹਿਲਾਂ ਹੀ ਨੋਟ ਆ ਗਏ 2000 ਦੇ। ਆਪਣਾ ਪੰਜਾਬ ਦਾ ਇੱਕ ਲੀਡਰ ਹੈ ਆਮ ਆਦਮੀ ਇਹਨਾਂ ਦਾ ਬੀਜੇਪੀ ਦਾ ਕੰਬੋਜ, ਉਹਦੇ ਕੋਲ ਪਹਿਲਾਂ ਹੀ ਆ ਗਏ। ਇਹ ਕਿਉਂ ਪਹਿਲਾਂ ਇਹਨਾਂ ਕੋਲ ਕਰੰਸੀ ਆ ਗਈ 2000? ਬਿਲਕੁਲ ਜੀ। ਮੈਂ 2-3 ਸੰਧੂ ਸਾਹਿਬ, ਮੈਂ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ, ਕਿਉਂਕਿ ਮੈਂ ਜਾਣਦਾ ਤੁਹਾਨੂੰ, ਤੁਹਾਡੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਵੱਲੋਂ ਇਹ ਸਾਰੇ ਇਲਜ਼ਾਮ ਲੱਗ ਰਹੇ ਨੇ, ਔਰ ਮੀਡੀਆ ਦੇ ਤੌਰ ਤੇ ਮੈਂ ਜ਼ਰੂਰ ਚਾਹਾਂਗਾ ਕਿ ਆਮ ਆਦਮੀ ਪਾਰਟੀ ਸਿਰਫ ਇਲਜ਼ਾਮ ਹੀ ਨਾ ਲਾਵੇ, ਇਹਨਾਂ ਗੱਲਾਂ ਨੂੰ ਪ੍ਰੂਫਸ ਦੇ ਨਾਲ ਕੋਰਟ ਵਿੱਚ ਜ਼ਰੂਰ ਲੈ ਕੇ ਜਾਵੇ ਬੀਜੇਪੀ ਸਰਕਾਰ ਨੂੰ। ਅਗਰ ਸਰਕਾਰ ਨੇ ਇਸ ਕੰਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਸਕੈਮ ਜਾਂ ਕੋਈ ਧੋਖਾ ਕੀਤਾ ਤੇ ਜ਼ਰੂਰ ਆਮ ਆਦਮੀ ਪਾਰਟੀ ਨੂੰ ਸਟੈਪ ਅਪ ਕਰਨਾ ਚਾਹੀਦਾ, ਅੱਗੇ ਵਧਣਾ ਚਾਹੀਦਾ, ਔਰ ਇਹਨਾਂ ਪ੍ਰੂਫਸ ਨੂੰ ਲੈ ਕੇ ਕੋਰਟ ਵਿੱਚ ਜਾਣਾ ਚਾਹੀਦਾ। ਜੀ ਗੱਲ ਕਰਨੀ ਹੈ। ਜੀ ਸਰ। ਸੰਧੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਕੱਲ ਅਸੀਂ ਜਦੋਂ ਰੇਡੀਓ ਦਾ ਪ੍ਰੋਗਰਾਮ ਕੀਤਾ ਸੀ ਜੀ, ਪੱਛਮੀ ਬੰਗਾਲ ਦਾ ਸਵਾਲ ਮੈਂ ਵੀ ਉਠਾਇਆ ਸੀ, ਔਰ ਉਹ ਸਵਾਲ ਬਹੁਤ ਕਲੀਅਰ ਹੈ। CPIM ਦੇ ਉੱਥੋਂ ਦੇ ਸਕੱਤਰ ਨੇ ਸੂਰਯ ਪ੍ਰਕਾਸ਼ ਮਿਸ਼ਰਾ ਨੇ ਉਹ ਭਾਰਤੀ ਜਨਤਾ ਪਾਰਟੀ ਤੇ ਇਲਜ਼ਾਮ ਲਾਏ, ਤੇ ਭਾਰਤੀ ਜਨਤਾ ਪਾਰਟੀ ਦੀ ਸੂਬੇ ਦੀ ਲੀਡਰਸ਼ਿਪ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਹਾਂ ਟ੍ਰਾਂਜੈਕਸ਼ਨ ਹੋਈ ਹੈ। ਉਹਨਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ। ਉਸ ਇਲਜ਼ਾਮ ਤੋਂ ਉਹਨਾਂ ਨੇ ਜ਼ਰੂਰ ਇਨਕਾਰ ਕੀਤਾ ਜਿਹੜਾ CPIM ਨੇ ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਇਕਾਈ ਤੇ ਲਾਇਆ ਸੀ ਕਿ ਤੁਹਾਨੂੰ ਸਰਕਾਰ ਨੇ ਜਿਹੜੀ ਪਹਿਲਾਂ ਖਬਰ ਦੇ ਦਿੱਤੀ ਕਿ ਅਸੀਂ ਆਹ ਫੈਸਲਾ ਲੈਣ ਜਾ ਰਹੇ ਹਾਂ,
ਦੇਸ਼ ਦਾ ਫੈਸਲਾ ਪਾਰਟੀ ਨੂੰ ਅਗਾਊਂ ਦੱਸਣ ਦੀ ਪ੍ਰਧਾਨ ਮੰਤਰੀ ਦੀ ਨੀਤੀ ਦੇ ਉੱਤੇ ਸਵਾਲ ਉਠਾਇਆ CPIM ਨੇ ਕਿ ਇਹ ਦੇਸ਼ ਦੀ ਰਾਜਨੀਤੀ ਨਾਲ, ਦੇਸ਼ ਦੇ ਫੈਸਲਿਆਂ ਨਾਲ ਸਮਝੌਤਾ ਹੈ, ਆਪਣੀ ਪਾਰਟੀ ਨੂੰ ਅਗਾਊਂ ਦੱਸ ਦੇਣਾ। ਤੇ ਇਹਦਾ ਤੋਂ ਉਹਨਾਂ ਨੇ BJP ਦੇ ਲੀਡਰ ਨੇ ਇਨਕਾਰ ਕੀਤਾ। ਇਸ ਕਰਕੇ ਇਸ ਤੱਥ ਬਾਰੇ ਕੋਈ ਦੋਰਾਵਾ ਨਹੀਂ। ਮੈਂ ਇਹ ਗੱਲ ਅਸੀਂ ਕੱਲ ਦੇ ਰੇਡੀਓ ਦੇ ਪ੍ਰੋਗਰਾਮ ਦੇ ਵਿੱਚ ਵੀ ਕੀਤੀ ਸੀ। ਜਿਹੜਾ ਦੂਸਰਾ ਸਵਾਲ ਸੰਧੂ ਸਾਹਿਬ ਨੇ ਉਠਾਇਆ ਕਿ ਅਸੀਂ ਜਦੋਂ ਗੱਲ ਕਰ ਰਹੇ ਹਾਂ ਕਿ ਉਦੋਂ ਅਸੀਂ ਮੋਦੀ ਦੇ ਹੱਕ ਦਾ ਖਿਲਾਫ ਵਾਲੀ ਕੋਈ ਮਸਲਾ ਨਹੀਂ ਹੈ। ਸਾਡਾ ਮੁੱਦਾ ਬਿਲਕੁਲ ਬਹੁਤ ਕਲੀਅਰ ਹੈ ਕਿ ਅਸੀਂ ਜਿਹੜੇ ਇਲਜ਼ਾਮ ਗਲਤ ਤਰੀਕੇ ਦੇ ਨਾਲ ਲੱਗਦੇ ਨੇ, ਚਾਹੇ ਉਸ ਪਾਰਟੀ ਦੇ ਹੱਕ 'ਚ ਹੋਈਏ, ਚਾਹੇ ਉਸ ਪਾਰਟੀ ਦੇ ਹੋਰਨਾਂ ਕਾਰਨਾਂ ਕਰਕੇ ਉਹਦੇ ਖਿਲਾਫ ਵੀ ਹੋਈਏ, ਅਸੀਂ ਉਹਨਾਂ ਗੱਲਾਂ ਨੂੰ ਜ਼ਰੂਰ ਸਵਾਲ ਉਠਾਵਾਂਗੇ। ਜੇ ਆਮ ਆਦਮੀ ਪਾਰਟੀ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਕਿ ਟਰੱਕਾਂ ਦੇ ਟਰੱਕ ਗਏ ਨੇ, ਤੇ ਉਹਨਾਂ ਨੂੰ ਇਹਦੇ ਖਿਲਾਫ ਸਬੂਤ ਜ਼ਰੂਰ ਦੇਣੇ ਪੈਣਗੇ। ਜਿਹੜੇ ਸਬੂਤਾਂ ਦੇ ਆਧਾਰ ਦੇ ਉੱਤੇ ਗੱਲ ਕੀਤੀ ਜਾਂਦੀ, ਉਹਨਾਂ ਸਬੂਤਾਂ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ। ਇਹਨਾਂ ਜਿਹੜੀਆਂ ਚੀਜ਼ਾਂ ਸਚਾਈਆਂ, ਅਸੀਂ ਉਹਨਾਂ ਨੂੰ ਸਚਾਈਆਂ ਦੀ ਗੱਲ ਕਰੀਏ। ਦੂਸਰੀ ਗੱਲ ਜਿਹੜੀ ਦੈਨਿਕ ਜਾਗਰਣ ਅਖਬਾਰ ਦੀ ਹੋਈ ਆ 27 ਅਕਤੂਬਰ ਦੇ ਦੀ, ਕੱਲ ਵਾਲੇ ਰੇਡੀਓ ਦੇ ਪ੍ਰੋਗਰਾਮ ਦੇ ਵਿੱਚ ਅਜੀਤ ਜੀ, ਮੈਂ ਔਰ ਹਰਪ੍ਰੀਤ ਜੀ ਤਿੰਨੋਂ ਗੱਲ ਕਰ ਰਹੇ ਸੀ। ਅਸੀਂ ਉਹਦੇ ਵਿੱਚ ਵੀ ਚਰਚਾ ਕੀਤੀ। ਉਹਦੇ ਵਿੱਚ ਇਹ ਕਿਤੇ ਨਹੀਂ ਕਿਹਾ ਗਿਆ ਕਿ 1000 ਤੇ 500 ਦੇ ਨੋਟ ਖਤਮ ਹੋਣ ਜਾ ਰਹੇ ਨੇ। ਉਹਦੇ ਸਿਰਫ ਇਹ ਸੰਕੇਤ ਦਿੱਤਾ ਗਿਆ ਕਿ 2000 ਦਾ ਨੋਟ ਆਉਣ ਦੀਆਂ ਗੱਲਾਂ ਚੱਲ ਰਹੀਆਂ ਨੇ। ਬਿਜ਼ਨਸ ਪੇਜ ਦੇ ਉੱਤੇ ਉਹ ਖਬਰ ਛਪੀ ਜਿਹਦੇ ਵਿੱਚ 2000 ਦਾ ਨੋਟ ਆ ਜਾਣ ਦੀ ਗੱਲ ਚੱਲੀ। ਖਾਤਮੇ ਵਾਲੀ ਗੱਲ ਤੇ ਅਨਾਉਂਸਮੈਂਟ ਤੋਂ ਬਾਅਦ ਹੀ ਆਈ ਹੈ। ਅਸੀਂ ਤੱਥਾਂ ਨੂੰ ਜੋ ਆਏ ਨੇ ਉਦਾਂ ਹੀ ਸਮਝਣ ਦਾ ਯਤਨ ਕਰੀਏ। ਸਵਾਲ ਜਦੋਂ ਅਸੀਂ ਇਹ ਕਹਿ ਰਹੇ ਕਿ 10-11 ਮਹੀਨੇ ਤੋਂ ਤਿਆਰੀ ਚੱਲ ਰਹੀ ਤੇ 2000 ਦਾ ਨੋਟ ਜੇ ਤਿਆਰੀ ਨਾ ਹੁੰਦੀ ਤਾਂ ਇੰਨੀ ਛੇਤੀ ਬੈਂਕ ਦੇ ਵਿੱਚ ਆਉਣਾ ਵੀ ਨਹੀਂ ਸੀ। ਸਵਾਲ ਕਿੱਥੇ ਆ ਕਿ 27 ਅਕਤੂਬਰ ਦੀ ਜਿਹੜੀ ਅਖਬਾਰ ਦੇ ਵਿੱਚ ਆਈ ਖਬਰ ਆ, ਉਹ ਵੀ ਉਸ ਅਖਬਾਰ ਨੂੰ ਹੀ ਮਿਲੀ ਆ ਜਿਹੜੀ ਪ੍ਰੋ BJP ਅਖਬਾਰ ਆ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮੁੱਦਾ। ਇਹ ਗੱਲ ਵੱਖਰੀ ਹੈ ਕਿ ਉਸ ਅਖਬਾਰ ਦੇ ਬਿਜ਼ਨਸ ਪੇਜ ਦੇ ਉੱਤੇ ਛਪੀ ਖਬਰ ਨੂੰ ਬਹੁਤਾ ਕਿਸੇ ਨੇ ਵੇਟ ਨਹੀਂ ਦਿੱਤਾ। ਹੋ ਸਕਦਾ ਕਿ ਫਰੰਟ ਪੇਜ ਦੀ ਸੁਰਖੀ ਬਣਦੀ ਤਾਂ ਇਹਦਾ ਬਹੁਤ ਜ਼ਿਆਦਾ ਰੌਲਾ ਪੈ ਜਾਂਦਾ। ਪਰ ਹੁਣ ਪੱਤਰਕਾਰ ਜਿਹੜੇ ਬਰਜੇਸ਼ ਦੁਬੇ ਜਿਨ੍ਹਾਂ ਨੇ ਉਹ ਖਬਰ ਲਾਈ ਸੀ, ਉਹ ਕਹਿੰਦੇ ਮੈਂ ਇਹ ਨਹੀਂ ਦੱਸਾਂਗਾ, ਇਹ ਮੇਰਾ ਆਜ਼ਾਦੀ ਆ ਕਿ ਉਹ ਮੈਨੂੰ ਕਿਹੜੇ ਸੂਤਰਾਂ ਤੋਂ ਮਿਲੀ ਸੀ, ਪਰ ਉਹ ਮੈਂ ਖਬਰ ਸੂਤਰਾਂ ਦੇ ਹਵਾਲੇ ਨਾਲ ਲਾਈ ਸੀ। ਇਹ ਨਹੀਂ ਕਿ ਇਹਨਾਂ ਗੱਲਾਂ ਬਾਰੇ ਅਸੀਂ ਚੌਕਸ ਨਹੀਂ, ਪਰ ਜਿਹੜੀ ਚੀਜ਼ ਨਹੀਂ ਆ ਅਸੀਂ ਉਹ ਨਾਲ ਨਾ ਜੋੜ ਕੇ ਪੇਸ਼ ਕਰੀਏ। ਇੰਨੀ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਆਪਣੇ ਸਾਰੇ ਦੋਸਤਾਂ ਨੂੰ। ਤੱਥਾਂ ਤੋਂ ਬਿਨਾਂ ਬਾਹਰ ਜਾ ਕੇ ਜਿਹੜਾ ਅਸੀਂ ਵਿਰੋਧ ਕਰਦੇ ਹਾਂ। ਸ਼ਬਦੀਪ ਜੀ, ਅਸੀਂ ਸਮਾਂ ਅਸੀਂ ਉੱਪਰ ਜਾ ਚੁੱਕੇ ਜੀ, 7-8 ਮਿੰਟ ਜੀ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਇਸ ਦੇ ਮੁੱਦੇ ਦੇ ਉੱਪਰ ਹੋਰ ਗੱਲਬਾਤ ਕਰੀਏ। ਮੈਂ ਚਲਦੇ ਅਜੀਤ ਜੀ, ਮੈਂ ਤੁਹਾਡੇ ਤੋਂ ਜ਼ਰੂਰ ਲਾਸਟ ਦੇ ਵਿੱਚ, ਕਿਉਂਕਿ ਕਾਫੀ ਦੇਰ ਤੋਂ ਤੁਹਾਨੂੰ ਮੌਕਾ ਨਹੀਂ ਮਿਲਿਆ ਆਪਣੀ ਗੱਲ ਕਹਿਣ ਦਾ, ਗੱਲ ਕਰਨੀ ਆ, ਪਲੀਜ਼ ਥੋੜੀ ਛੋਟੀ ਰੱਖਿਓ ਜੀ। ਦੇਖੋ ਕੁਲਵੀਰ ਜੀ, ਮੈਂ ਸਿਰਫ ਇੱਕ ਤਾਂ ਇਸ ਗੱਲ ਤੇ ਗੱਲ ਕਰ ਰਿਹਾ ਕਿ ਆਪਣਾ ਸ਼ਬਦੀਪ ਜੀ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨੇ ਸਿਧਾਂਤਕ ਤੌਰ ਤੇ ਤਾਂ ਨਹੀਂ ਵਿਰੋਧ ਕੀਤਾ, ਮੁਸ਼ਕਲਾਂ ਆ ਰਹੀਆਂ ਦਾ ਵਿਰੋਧ ਕੀਤਾ। ਮੁਸ਼ਕਲਾਂ ਆ ਰਹੀਆਂ ਦਾ ਵਿਰੋਧ ਕਰਨਾ ਇੱਕ ਹੋਰ ਚੀਜ਼ ਹੁੰਦਾ ਹੈ ਜਦੋਂ ਮੁਸ਼ਕਲਾਂ ਨੂੰ ਇੱਕ ਸਿਆਸੀ ਤੌਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਇੱਕ ਡਿਫਰੈਂਟ ਚੀਜ਼ ਬਣ ਜਾਂਦੀ ਹੈ। ਇਹ ਕਹਿ ਦੇਣਾ ਰਾਹੁਲ ਗਾਂਧੀ ਵੱਲੋਂ ਕਿ ਮੁਸ਼ਕਲਾਂ ਆ ਰਹੀਆਂ, ਸਰਕਾਰ ਨੂੰ ਇਹਦੇ ਪ੍ਰਤੀ ਸੁਚੇਤ ਹੋਣਾ ਜਾਣਾ ਵੱਖਰੀ ਗੱਲ ਹੈ, ਪਰ ਆਪ ਜਾ ਕੇ ਲਾਈਨ 'ਚ ਖੜ ਕੇ ਲੋਕਾਂ ਨੂੰ ਇਸ ਚੀਜ਼ ਤੋਂ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕਰਨੀ ਜਾਂ ਲੋਕਾਂ ਦੇ ਗੁੱਸੇ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਨੀ, ਇਹ ਇੱਕ ਮੁਸ਼ਕਲਾਂ ਤੋਂ ਸਿਆਸੀ ਲਾਹਾ ਲੈਣ ਦੀ ਪ੍ਰਕਿਰਿਆ ਹੋ ਜਾਂਦੀ ਹੈ। ਔਰ ਇਹ ਹੋ ਸਕਦਾ ਇਹਨਾਂ ਗੱਲਾਂ ਕਰਕੇ ਜਦੋਂ ਮੁਸ਼ਕਲਾਂ ਨੂੰ ਸਿਆਸੀ ਤੌਰ ਤੇ ਵਿਰੋਧੀਆਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪ੍ਰਧਾਨ ਮੰਤਰੀ ਨੇ ਵੀ ਇੱਕ ਜਿਹੜੇ ਆਪਾਂ ਕਹਿ ਲਏ ਇਮੋਸ਼ਨਲ ਭਾਸ਼ਣ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਕਾਊਂਟਰ ਕਰਨ ਦੀ ਹੀ ਜਿਹੜੀ ਉਹਨਾਂ ਵੱਲੋਂ ਇਹ ਕੋਸ਼ਿਸ਼ ਹੋਈ ਹੈ। ਦੂਸਰੀ ਗੱਲ ਇੱਕ ਸ਼ਬਦੀਪ ਜੀ ਨੇ ਗੱਲ ਆਖੀ ਸੀ ਕਿ ਅਸਲ ਦੇ ਵਿੱਚ ਤਾਂ 31 ਮਾਰਚ ਨੂੰ ਜਾ ਕੇ ਪਤਾ ਲੱਗੇਗਾ ਕਿ ਕਿੰਨੀ ਕਰੰਸੀ ਹੋਈ ਮਾਰਕੀਟ ਚੋਂ ਬਾਹਰ ਹੋਈ ਆ। ਇਹੋ ਜਿਹੀ ਕੋਈ ਗੱਲ ਨਹੀਂ, ਕੰਪਿਊਟਰ ਦਾ ਯੁੱਗ ਹੈ, ਉੱਥੇ ਨਾਲ ਆંકੜੇ ਜਾ ਰਹੇ ਨੇ, ਉਹਦੇ ਹਿਸਾਬ ਦੇ ਨਾਲ ਹੀ ਕਰੰਸੀ ਜਿਹੜੀ ਹੈਗੀ ਮਾਰਕੀਟ ਚ ਆਉਣੀ ਸ਼ੁਰੂ ਹੋ ਗਈ ਹੈ। ਜੇ ਇਹ ਗੱਲ ਹੁੰਦੀ ਕਿ ਲਾਸਟ ਅੰਕੜਾ ਹੈ ਤਾਂ ਕਰੰਸੀ ਆਉਣੀ ਹੈ ਤਾਂ 500 ਦੇ ਨਵੇਂ ਨੋਟ ਜਾਂ 2000 ਦਾ ਨੋਟ ਇਹ ਆਉਣੇ ਸ਼ੁਰੂ ਨਾ ਹੋ ਜਾਂਦੇ। ਹਜ਼ਾਰ ਦੇ ਨੋਟਾਂ ਦੀ ਵੀ ਜੇਤਲੀ ਸਾਹਿਬ ਨੇ ਅਨਾਉਂਸਮੈਂਟ ਕਰਤੀ ਹੈ, 1000 ਦੇ ਨੋਟ ਵੀ ਜਲਦੀ ਆ ਰਹੇ ਆ। ਹਾਂ, 500 ਦਾ ਨੋਟ ਵੀ ਅੱਜ ਜਾਰੀ ਹੋ ਗਿਆ ਹੈ ਜੀ। ਤੇ ਹਾਂ, 31 ਮਾਰਚ ਨੂੰ ਜਾ ਕੇ ਲਾਸਟ ਅੰਕੜੇ ਦਾ ਪਤਾ ਲੱਗੇਗਾ
ਕਿ ਕਿੰਨੀ ਕਰੰਸੀ ਪੁਰਾਣੀ ਆਊਟ ਹੋਈ ਹੈ ਤੇ ਕਿੰਨੀ ਨਵੀਂ ਕਰੰਸੀ ਜਿਹੜੀ ਜਾਰੀ ਕੀਤੀ ਗਈ ਹੈ। ਇਹ ਨਹੀਂ ਕਿ ਆਪਾਂ ਤਕਰੀਬਨ 6 ਮਹੀਨੇ ਜਿਹੜੇ ਹੈਗੀ ਉਹ ਸਿਰਫ ਜਿਹੜੀ ਹੈਗੀ 14% ਕਰੰਸੀ ਦੇ ਨਾਲ ਲੋਕਾਂ ਨੂੰ ਸਿੱਝਣਾ ਪਏਗਾ। ਇਹੋ ਜਿਹੀ ਕੋਈ ਗੱਲ ਨਹੀਂ, ਨਵੀਂ ਕਰੰਸੀ ਆਉਂਦੀ ਰਹੇਗੀ। ਨਹੀਂ, 4 ਦਿਨਾਂ ਦੇ ਵਿੱਚ ਬਹੁਤ ਸਾਰੀ ਕਰੰਸੀ ਵਾਪਸ ਆ ਚੁੱਕੀ ਆ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਹੈਗਾ 4000 ਕਰੋੜ ਜੇ ਚੇਂਜ ਹੋ ਗਿਆ ਤਾਂ ਇਹਦੀ ਮਤਲਬ ਆ ਕਿ ਮਾਫ ਕਰਨਾ ਕਿ ਬਹੁਤ ਸਾਰੀ ਕਰੰਸੀ ਜਿਹੜੀ ਹੈਗੀ ਆ ਉਹ ਆ ਚੁੱਕੀ ਆ, ਚੇਂਜ ਹੋ ਰਹੀ ਆ। ਕੱਲੀ SBI ਨੇ 4000 ਕਰੋੜ ਜੇ ਚੇਂਜ ਕੀਤਾ ਤੇ ਬਾਕੀ ਬੈਂਕਾਂ ਦਾ ਅਸੀਂ ਦੇਖੀਏ ਤਾਂ ਬਹੁਤ ਸਾਰੀ ਕਰੰਸੀ ਆ ਰਹੀ ਆ। ਔਰ ਕੁਝ ਦਿਨਾਂ ਦੇ ਵਿੱਚ ਜੇ 85% ਨਹੀਂ ਤਾਂ ਮੇਰੇ ਖਿਆਲ ਨਾਲ ਕਾਫੀ ਵੱਡੀ ਮਾਤਰਾ ਦੇ ਵਿੱਚ ਕਰੰਸੀ ਦੁਬਾਰਾ ਸਰਕੂਲੇਸ਼ਨ ਦੇ ਵਿੱਚ ਆ ਜਾਏਗੀ। ਜੀ ਥੈਂਕ ਯੂ ਵੈਰੀ ਮਚ ਜੀ। ਇਸ ਵੇਲੇ ਮੈਨੂੰ ਮੇਰੇ ਕਾਲਰਸ ਦੀਆਂ ਕਾਲਸ ਆ ਰਹੀਆਂ ਨੇ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਇਸ ਟੌਪਿਕ ਦੇ ਉੱਪਰ ਹੋਰ ਗੱਲਬਾਤ ਕਰਾਂ, ਕਿਉਂਕਿ ਅਸੀਂ ਬ੍ਰੇਕ ਤੋਂ ਬਾਅਦ ਆਪਣੇ ਦੂਸਰੇ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਹੈ। ਮੈਂ ਮਾਫੀ ਚਾਹਾਂਗਾ, ਇਸ ਵੇਲੇ ਮੇਰੇ ਕੋਲ 3 ਕਾਲਸ ਵੇਟਿੰਗ 'ਚ ਹੈਗੀਆਂ ਨੇ ਜੀ। ਮੈਂ ਉਹਨਾਂ ਤਿੰਨਾਂ ਕਾਲਰਸ ਤੋਂ ਮਾਫੀ ਚਾਹਾਂਗਾ। ਛੋਟੀ ਜੀ ਰਿਕੁਐਸਟ ਸੀਗੀ, ਹਜੇ ਕਾਫੀ ਪੁਆਇੰਟ ਇਹਦੇ ਵਿੱਚ ਪੈਂਡਿੰਗ ਨੇ ਜੀ। ਆਪਾਂ ਸੈਕਿੰਡ ਹਾਫ ਹੀ ਅੱਧਾ ਹਾਫ ਆਪਾਂ ਇਹੀ ਟੌਪਿਕ ਡਿਸਕਸ ਕਰੀਏ ਤੇ ਬੜੀ ਮਿਹਰਬਾਨੀ ਹੋਏਗੀ। ਮੈਂ ਬਾਕੀ ਪੈਨਲਿਸਟਾਂ ਤੋਂ ਦਿਲਰਾਜ ਜੀ ਜ਼ਰੂਰ ਰਾਏ ਲੈਣੀ ਚਾਹਾਂਗਾ ਜੀ। ਹਾਂਜੀ ਸਰ। ਬਿਲਕੁਲ ਕਰ ਸਕਦੇ ਹੋ ਜੀ। ਜੀ ਸਰ, ਇੱਕ ਛੋਟਾ ਜਿਹਾ ਬ੍ਰੇਕ ਲੈ ਲੈਣੇ ਜੀ ਆਪਣੇ ਦਰਸ਼ਕਾਂ ਤੋਂ। ਉਸ ਤੋਂ ਬਾਅਦ ਮੇਰੇ ਜਿਹੜੇ ਕਾਲਰ ਮੇਰੇ ਨਾਲ ਜੁੜੇ ਹੋਏ ਨੇ, ਅਗਰ ਉਹ ਮੇਰਾ ਸ਼ੋਅ ਦੇਖ ਰਹੇ ਨੇ, ਪਲੀਜ਼ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਤੇ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਮੇਰੇ ਨਾਲ ਜਿਹੜੇ ਕਾਲਰ ਨੇ 84085522 ਉਹ ਦੁਬਾਰਾ ਸਾਨੂੰ ਕਾਲ ਕਰ ਸਕਦੇ। ਬ੍ਰੇਕ ਤੋਂ ਬਾਅਦ ਅਸੀਂ ਉਹਨਾਂ ਦੀ ਕਾਲ ਵੀ ਲਵਾਂਗੇ ਤੇ ਦਰਸ਼ਕਾਂ ਦੇ ਨਾਲ ਦੁਬਾਰਾ ਰੂਬਰੂ ਹੁੰਦੇ ਹਾਂ ਜੀ। ਲੈਂਦੇ ਹਾਂ ਇੱਕ ਬ੍ਰੇਕ।